Okay, carry on. हाँ जी, सिमरजीत जी, आज सिमरजीत ने लीड करना है, so think she's taking her time. हाँ जी, आ गए अनम्यूट करो प्लीज. Yeah, I'm back now. Yeah, sorry about the hitch from this end. Okay. Okay जी, शुरू कर सकते हैं ਹੁਣ ਆਪਾਂ ਤਾਂ ਹੁਣ ਤਾਂ ਹੈ ਨਾ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਓਕੇ ਜੀ, ਅੱਜ ਆਪਾਂ ਆਨੰਦ ਸਾਹਿਬ ਦੀਆਂ ਅਖੀਰਲੀਆਂ 5 ਪੌੜੀਆਂ ਦੀ ਵਿਆਖਿਆ ਕਰਨੀ ਆ, ਪਰ ਉਸ ਤੋਂ ਪਹਿਲਾਂ ਇੱਕ ਦੋ ਗੱਲਾਂ ਅਨਾਉਂਸ ਕਰਨ ਵਾਲੀਆਂ ਨੇ, ਜਿਹੜੀਆਂ ਕਿ ਇੱਕ ਤਾਂ ਜਿਹੜੇ ਨਾਂ ਨੇ ਥੋੜੇ ਜਿਹੇ ਸਤਵੰਤ ਦਾ ਇੱਕੋ ਹੀ ਨਾਂ ਹੈਗਾ ਆਪਣੀ ਪੌੜੀ ਦੇ ਉੱਤੇ, ਤੇ ਜਿਹੜੀ 30ਵੀਂ ਪੌੜੀ ਆ ਨਾ 40ਵੀਂ ਪੌੜੀ ਆ ਉਹ ਸੁਖਨਿੰਦਰ ਸਿੰਘ ਬਾਂਸਲ ਤੇ ਕਰਨਗੇ, ਤੇ ਨਾਲ ਸ਼ਾਇਦ ਨੀਨਾ ਧੋਤ ਵੀ ਕਰਨਗੇ ਥੋੜੀ ਘਣੀ. ਤਾਂ ਇਹ ਤਾਂ ਉਹਦੇ ਵਿੱਚ ਜਿਹੜੇ ਨਾਂ ਆਏ ਨੇ ਉਹਨਾਂ ਵਿੱਚ ਥੋੜ੍ਹਾ ਜਿਹਾ ਸੀਗਾ. ਤੇ ਦੂਸਰਾ ਵੀਰ ਜੀ ਕੁਲਵੰਤ ਸਿੰਘ ਅੱਗੇ ਸਾਡੀ ਬੇਨਤੀ ਆ ਕਿ ਆਈ ਹੋਪ ਕਿ ਉਹਨਾਂ ਨੂੰ ਮਿਲ ਗਈ ਆ ਲਿਸਟ ਜਿਹੜੀ ਅਸੀਂ ਭੇਜੀ ਸੀਗੀ, ਕਿ ਇਹਨਾਂ ਵਿੱਚੋਂ ਜੇ ਉਹ ਕਿਹੜੇ ਕਿਹੜੇ ਟੌਪਿਕਸ ਤੇ ਕਰਨੇ ਨੇ ਤਾਂ ਉਹ ਸਾਨੂੰ ਦੱਸ ਦੇਣ. ਮੈਂ ਪੜ੍ਹ ਵੀ ਸਕਦੀ ਹਾਂ. ਕੈਨ ਯੂ ਟੈਲ ਮੀ ਵੀਰ ਜੀ ਕਿ ਤੁਹਾਡੇ ਕੋਲੇ ਲਿਸਟ ਪਹੁੰਚੀ ਹੋਈ ਆ? ਹਾਂਜੀ, ਸ਼ਾਇਦ ਪਹੁੰਚੀ ਹੋਊਗੀ, ਪਰ ਮੈਂ ਦੇਖੀ ਨਹੀਂ, ਮੈਂ ਦੇਖ ਲੈਣਾ ਜ਼ਰੂਰ. ਹਾਂਜੀ, ਇੱਕ ਤਾਂ ਹੈਗਾ ਐਨੀਵੇ, ਸਭ ਤੋਂ ਪਹਿਲਾਂ ਤਾਂ ਹੈਗਾ ਨਾਮ ਸਿਮਰਨ ਜਪਣਾ, ਨਾਮ ਦੇ ਉੱਪਰ ਆ, ਸ਼ਬਦ ਦੇ ਉੱਤੇ, ਇਹਦੇ ਤੇ ਕਾਫੀ ਵਿਆਖਿਆ ਕੀਤੀ ਆ ਵੀਰ ਜੀ ਨੇ. ਫਿਰ ਹਉਮੈ ਦੇ ਉੱਪਰ ਤਾਂ ਜੀਵਤ ਮਰਨਾ, ਆਵਾਗਮਨ, ਤਾਂ ਇਹ ਕੁਛ ਨੇ. ਤੇ ਇੱਕ ਮੈਂ ਸੋਚਦੀ ਸੀਗੀ ਕਿ ਅਗਰ ਤੁਸੀਂ ਕਿਰਪਾ ਦੇ ਉੱਤੇ ਭਾਣੇ ਦੇ ਉੱਪਰ ਵੀ ਥੋੜ੍ਹੀ ਜਿਹੀ ਰੌਸ਼ਨੀ ਪਾ ਸਕੋ, ਇਹਨਾਂ ਵਿੱਚੋਂ ਜਿਹੜੇ ਵੀ ਤੁਹਾਨੂੰ ਠੀਕ ਲੱਗਦੇ ਨੇ. ਤੇ ਬਾਕੀ ਮੈਂਬਰਾਂ ਦੇ ਉੱਪਰ ਵੀ ਆ ਕਿ ਆਪਾਂ ਨੇ ਕਿਹੜਾ ਉਹ ਕਰਵਾਉਣਾ ਚਾਹੁੰਦੇ ਨੇ ਤੁਹਾਡੇ ਕੋਲੋਂ ਵਿਆਖਿਆ. ਸੋ ਇਹ ਥੋੜ੍ਹੀ ਜਿਹੀ ਤੁਹਾਡੇ ਅੱਗੇ ਬੇਨਤੀ ਆ. ਜਿੱਦਾਂ ਸੰਗਤ ਕਹੂਗੀ ਓਦਾਂ ਕਰ ਲਾਂਗੇ ਆਪਾਂ. ਹਾਂਜੀ, ਇਹ ਫਿਰ ਗਰੁੱਪ ਤੋਂ ਵੀ ਪੁੱਛ ਲੈਂਦੇ, ਪਰ ਇਹ ਨੇ 5-6 ਟੌਪਿਕਸ. ਸਿਮਰ ਜੀ, ਮੈਂ ਲੱਗਾ ਸੀ ਕਿ ਮੈਂ ਤੁਹਾਡੇ ਸਾਰੇ ਕੁਐਸਚਨ ਆਪਣੇ ਨਾ ਲਿਖ ਕੇ ਕੁਲਵੰਤ ਸਿੰਘ ਨੂੰ ਈਮੇਲ ਕੀਤੀ ਸੀਗੀ. ਹਾਂਜੀ, ਈਮੇਲ ਨਾਟ ਜਸਟ ਟੂ ਕੁਲਵੰਤ ਸਿੰਘ ਬਟ ਟੂ ਐਵਰੀ ਸਿੰਗਲ ਮੈਂਬਰ. ਰਾਈਟ. So the fact that nobody's come forward with any suggestions probably means that either they haven't read it or, you know, like the usual sort of situation, they just keep quiet. ਮੇਰਾ ਖਿਆਲ ਨਹੀਂ, ਜਿਹੜਾ ਕੁਐਸਚਨ ਤੁਸੀਂ ਇਉਂ ਤਾਂ ਕਿਹਾ ਨਹੀਂ ਸੀ ਵੀ ਕਿ ਮੈਂਬਰਸ ਰਿਸਪੌਂਸ ਕਰਨ. ਨਹੀਂ, ਜੋ ਹੁਣ ਲਿਸਟ ਹੈਗੀ ਆ ਤਾਂ ਕਲੀਅਰਲੀ ਹੁਣ ਤੁਸੀਂ ਪੁੱਛਦੇ ਹੈਗੇ ਆ, ਉਹਨਾਂ ਨੇ ਪੜ੍ਹੀਆਂ ਵੀ ਹੋਣਗੀਆਂ, ਸੋ ਆਪਣੇ ਸੁਝਾਅ ਵੀ ਦੇ ਸਕਦੇ ਕਿ ਹੁਣ ਹੀ ਦੇ ਸਕਦੇ ਆ ਜੇ ਪੁੱਛਿਆ ਨਹੀਂ ਹੈਗਾ ਤਾਂ. ਬਸ ਉਹਨਾਂ ਨੇ ਇਹੀ ਕਿਹਾ ਵੀ ਹੁਣੇ ਵੀ ਜਿਵੇਂ ਵੀ ਸੰਗਤ ਜਿਹੜੇ ਸੁਝਾਅ ਦਊਗੀ ਹੀ ਵਿਲ ਡੂ ਇਟ. ਸੋ ਮੈਂ ਹੁਣ ਬਾਹਲਾ ਇਹਦੇ ਵਿੱਚ ਜਾਣ ਤੋਂ ਬਿਨਾਂ ਹੀ ਸਿਰਫ ਕਿ ਆਪਾਂ ਉਹ ਬਾਣੀ ਕਰ ਰਹੇ ਹਾਂ ਕਿ ਜਿਹੜੀ ਸਾਰੇ ਸਾਡੀ ਨੱਠ ਭੱਜ, ਜਿਹੜੀ ਦੌੜ ਆ, ਸਾਡੀ ਸਟਰਗਲ ਆ ਖੁਸ਼ੀ ਪ੍ਰਾਪਤ ਕਰਨ ਦੀ ਆ, ਆਨੰਦ ਦੀ ਆ, ਇਹੀ ਬਾਣੀ ਆਪਾਂ ਨੇ ਕੀਤੀ ਆ. ਤਾਂ ਇਸੇ ਬਾਣੀ ਦੇ ਵਿੱਚ ਸਾਨੂੰ ਦੱਸਿਆ ਕਿ ਇਹ ਉਹ ਆਨੰਦ ਜਿਹਦੇ ਵਿੱਚ ਕੋਈ ਸਾਹਿਮ ਨਹੀਂ, ਕੋਈ ਡਰ ਨਹੀਂ, ਉਹ ਪ੍ਰਾਪਤ ਕੀਤੀ ਜਾ ਸਕਦੀ ਹੈ ਜੇ ਅਸੀਂ ਅਸਲੀਅਤ ਨੂੰ ਸਮਝ ਲਈਏ ਕਿ ਇਹ ਸਰੀਰ ਆ ਜਿਹੜਾ, ਇਹ ਤਾਂ ਇੱਕ ਹਥਿਆਰ ਵਾ, ਇੱਕ ਇੰਸਟਰੂਮੈਂਟ ਵਾ. ਇਹ ਤਾਂ ਹੀ ਜੱਗ ਵਿੱਚ ਆਇਆ ਜਿਹਦੇ ਵਿੱਚ ਆਪਣੀ ਆਤਮਾ ਨੇ ਕੰਮ ਕਰਨਾ. ਸੋ ਸਾਡੀ ਜੀਵ ਆਤਮਾ ਨੇ, ਚਾਹੇ ਅਸੀਂ ਇਹਨਾਂ ਗਿਆਨ ਇੰਦਰੀਆਂ ਨੂੰ ਮਾਇਆ ਵੱਲ ਲਾ ਰੱਖੀਏ ਤੇ ਜਾਂ ਆਪਣੀ ਅਸਲੀਅਤ ਵੱਲ ਜਾ ਰੱਖੀਏ, ਪਰ ਹਾਂ ਇਸ ਵਿੱਚ ਬਾਣੀ ਦੇ ਵਿੱਚ ਸਾਨੂੰ ਇਹ ਪੂਰਾ ਗਿਆਨ ਮਿਲ ਗਿਆ ਕਿ ਐਸੇ ਜੀਵਨ ਦੇ ਵਿੱਚ ਪੂਰਨ ਖੇੜਾ ਪ੍ਰਾਪਤ ਕੀਤਾ ਜਾ ਸਕਦਾ। ਪਰ ਬੇਸ਼ੱਕ ਉਹ ਬੜਾ ਵਿਖਮ ਰਸਤਾ ਹੈ, ਕਿਉਂਕਿ ਮਾਇਆ ਦੀਆਂ ਜੰਜੀਰਾਂ ਨੂੰ ਤੋੜਨਾ ਬਹੁਤ ਔਖਾ, ਤੇ ਆਪਾਂ ਨੂੰ ਇਸ ਅੰਧੇਰੇ ਚੋਂ ਚਾਨਣੇ ਵਿੱਚ ਆਉਣਾ ਜਾਂ ਇਸ ਨੀਂਦ ਦੇ ਵਿੱਚੋਂ ਜਾਗਣ ਦੇ ਬੜੀ ਮਿਹਨਤ ਦੀ ਲੋੜ ਵਾ।
ਮੈਂ ਬਾਹਲਾ ਨਹੀਂ ਇਹਦੇ ਵਿੱਚ ਜਾਂਦੀ। ਸੋ ਅੱਜ ਜਿਨ੍ਹਾਂ ਨੇ ਕਰਨਾ ਤਾਂ ਉਹ ਸਭ ਤੋਂ ਪਹਿਲਾਂ ਮੇਰਾ ਖਿਆਲ ਹੈ ਸਭ ਤੋਂ ਪਹਿਲਾਂ ਨਾਂ ਕਿਹਨਾਂ ਦਾ ਹੈਗਾ? ਗੁਰਮੀਤ ਸਭ ਤੋਂ ਪਹਿਲਾਂ ਕਿਸ ਦਾ ਨਾਮ ਆ? ਹਾਂਜੀ ਮੈਂ ਮੇਰਾ ਸੌਰੀ ਅੱਜ ਮੈਂ ਸਾਰਾ ਦਿਨ ਬਾਹਰ ਸੀ। I wasn't that prepared myself. ਸਭ ਤੋਂ ਪਹਿਲਾਂ ਹਾਂਜੀ ਭਾਜੀ ਸਵਰਨਜੀਤ। ਸਵਰਨਜੀਤ ਹੈ। ਹਾਂਜੀ ਫਿਰ ਨੈਕਸਟ ਰਜਿੰਦਰ ਕੌਰ, ਉਸ ਤੋਂ ਬਾਅਦ ਭੈਣ ਜੀ ਸਤਵੰਤ ਤੇ ਫਿਰ ਮੇਰੇ ਖਿਆਲ ਆ ਚਰਨਜੀਤ ਦੀ ਥਾਂ ਤੇ ਫਿਰ ਪਰਮਿੰਦਰ ਨੇ ਕਰਨਾ। ਇਹ ਵੀ ਚੇਂਜ ਵਾ। ਸੌਰੀ I forgot to tell as well. So 39 ਜਿਹੜੀ ਪੌੜੀ ਆ ਉਹ ਪਰਮਿੰਦਰ ਨੇ ਕਰਨੀ ਆ ਅੱਜ। ਹਾਂਜੀ ਓਕੇ ਵੀਰ ਜੀ ਸਵਰਨਜੀਤ ਸਿੰਘ। So let me just share the screen with you. ਇਹ ਪੌੜੀ 7ਵੀਂ ਹੈ। ਇਹ ਸਰੀਰ ਦੇ ਅੰਗ ਨੇਤਰ ਅੱਖਾਂ ਨੂੰ ਸੰਬੋਧਿਤ ਹੈ। ਇਹ ਨੇਤਰਿਓ ਮੇਰਿਓ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹ ਵਿਸ਼ ਸੰਸਾਰ ਤੁਮ ਦੇਖਦੇ। ਇਹ ਹਰ का रूप है, हर रूप नजरी आया, गुर प्रसादी बुझिया ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਨੇਤਰ ਮੇਰੇ ਜੇ ਦੇਖਿਆ ਜਾਏ ਤਾਂ ਪੌੜੀ 35 ਤੋਂ ਲੈ ਕੇ ਸ਼ਾਇਦ 38 ਤੱਕ ਆ। ਇਹ ਗਿਆਨ ਇੰਦਰੀਆਂ ਦੇ ਨਾਲ ਜਾਂ ਸਰੀਰ ਦੇ ਨਾਲ ਸੰਬੋਧਿਤ ਕੀਤਾ ਗਿਆ। ਇਹਦੇ ਵਿੱਚ ਦੂਸਰੀ ਪੌੜੀ 36ਵੀਂ ਪੌੜੀ ਹੈਗੀ ਆ। ਇਹਦੇ ਵਿੱਚ ਅੱਖਾਂ ਦੀ ਆਪਣੇ ਗੱਲ ਚੱਲਦੀ ਹੈਗੀ ਆ ਕਿ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ। ਹੇ ਮੇਰੀ ਅੱਖੋ ਉਸ ਅਕਾਲ ਪੁਰਖ ਨੇ ਆਪਣੀ ਜੋਤ ਤੁਹਾਡੇ ਵਿੱਚ ਰੱਖੀ ਜਿਸ ਵਜ੍ਹਾ ਕਰਕੇ ਤੁਸੀਂ ਸਭ ਕੁਝ ਦੇਖਦੇ ਹੋ। ਹਰ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ। ਸੋ ਇਸ ਕਰਕੇ ਹੁਣ ਜੋ ਕਰਨੇ ਵਾਲੀ ਚੀਜ਼ ਹੈ ਦੁਨੀਆ 'ਚ ਇਸ ਮਾਇਆਵੀ ਸੰਸਾਰ ਦੇ ਵਿਚਰਦੇ ਹੋਏ ਜੋ ਤੁਹਾਡੀ ਕਰਨੇ ਵਾਲੀ ਚੀਜ਼ ਹੈ ਆਖਿਓ ਕਿ ਇਹ ਹੈ ਕਿ ਉਸ ਸਭ ਨੂੰ ਉਸ ਅਕਾਲ ਪੁਰਖ ਨੂੰ ਸਭ ਦੇ ਵਿੱਚ ਦੇਖੋ। ਜੋ ਦੇਖਦਾ ਹੈ ਇਸ ਸੰਸਾਰ ਦੇ ਵਿੱਚ ਉਹ ਕੋਸ਼ਿਸ਼ ਕਰੋ ਕਿ ਉਸ ਦੇ ਵਿੱਚ ਤੁਹਾਨੂੰ ਪ੍ਰਭੂ ਨਜ਼ਰ ਆਵੇ। ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਹਰ ਬਿਨ ਅਵਰ ਨਾ ਦੇਖੋ ਕੋਈ। हे मेरी अखियों कोशिश करो कि उस अकाल पुरख तो बिना होर कोई भी नजर ना आवे। दूसरे लफ्ज़ जो चीज कही गई हैगी है कि ये जो सारा संसार दिसदा है ये उसका ही रूप है, उस अकाल पुरख का रूप है। ते ये मायावी संसार के विच जो ये ना बनाओ कि ये मेरा ये तेरा हैगा। तो इस करके उस अकाल पुरख नूं ही सारी दुनिया च देखने की कोशिश करो। ये विश संसार तुम देखते, ये सारा संसार जो तो नजर आता है ये उस अकाल पुरख का साजिया होया। इस करके ये उसका ही रूप है। हर रूप नजरी आया। इस करके तुसीं जिधर देखोगे तुहानूं उस हरि का ही रूप नजर आवेगा। गुर प्रसादी बुझिया, पर ये सब कुछ तद ही समझ पैगी, ये आत्म ज्ञान तद ही समझ विच आएगा जेकर सच्चे गुरु की कृपा सदका तुहानूं ये ज्ञान प्राप्त हो गया। गुर प्रसादी बुझिया, गुरु की कृपा अनुसार, गुरु की कृपा द्वारा ये समझ मैनूं पई कि ये सारा संसार उसका है। इस उस संसार विच विचरिया जां वेखा हर एक है, हर बिन अवर ना कोई। तो इसलिए राही ये मैंने समझ गई हुण सिर्फ मेरे जो बनती चीज है कि वो इस संसार दे विच उस एक तो बगैर मैं किसी होर नूं ना देखा, हर बिन अवर ना कोई, क्योंकि इस तो बगैर उस तो बगैर इत्थे कोई है ही नहीं। कहे नानक इन नेत्र अंध से। सतगुरु अमरदास साहब जी नानक नाम हेठ बयान करते हैं
कि ये नेत्र अंत से मायावी संसार के बिच रहो, ये नेत्र मायावी संसार की इसने मगन हो गए सी कि इन्हां नूं आत्मक ज्ञान की सूझ ही ना रही। सो अंत से सतगुरु मिले देव दृष्टि, पर जदों ही सतगुरु मिलिया उसने मेर भरी दृष्टि की, जिस सदका ये ज्ञान प्राप्त होया कि ये अकाल पुरख ही सब दुनिया में व्यापक है। हाँ जी, मेरा ख्याल है बेशक हुण तां शब्द नूं हाँ जी, किसी ने कुछ ऐड करना हैगा वीर जी स्वरनजीत जी दी व्याख्या नूं? संतोख सिंह तुसीं करोगे कुछ? सारे चुप कर गए। हाँ जी, नहीं, संतोख सिंह तो जरूर ऐड करो, कित्थे कने हो? मतलब इस पौड़ी दे विच जिहड़ी है ना दिव्य दृष्टि आ, ਉਹਦੇ ਤੇ ਉਹਦਾ ਪਤਾ ਹੋਣਾ ਚਾਹੀਦਾ ਵੀ ਉਹ ਹੈ ਕੀ ਆ, ਕਿਉਂਕਿ ਸਤਿਗੁਰ ਦੇ ਉਪਦੇਸ਼ ਦੇ ਨਾਲ ਹੀ ਇਹ ਦਿਵਯ ਦ੍ਰਿਸ਼ਟ ਆਉਂਦੀ ਆ। ਦਿਵਯ ਦ੍ਰਿਸ਼ਟ ਦਾ ਮਤਲਬ ਇਹ ਹੁੰਦਾ ਵੀ ਜਿਹੜੀ ਚੀਜ਼ ਗੁਪਤ ਵਰਤਦੀ ਆ ਦਿਖਦੀ ਨਹੀਂ ਸਾਨੂੰ, ਜਿਹੜੀ ਗੁਪਤ ਆ ਉਹ ਸਾਨੂੰ ਦਿਖਦੀ ਨਹੀਂ, ਜਿੱਦਾਂ ਦੇਹੀ ਗੁਪਤ ਵਿਦੇਹੀ ਦਿਸੈ, ਮਤਲਬ ਜਿੱਦਾਂ ਜੋਤ ਸਰੀਰ ਦੇ ਅੰਦਰ ਆ ਦਿਸਦੀ ਨਹੀਂ, ਤੇ ਜਿਹੜੀ ਦਿਵਯ ਦ੍ਰਿਸ਼ਟੀ ਆ ਇਹਦੇ ਨਾਲ ਜਿਹੜੀ ਗੁਪਤ ਆ ਉਹ ਪ੍ਰਗਟ ਹੋ ਕੇ ਸਾਹਮਣੇ ਆ ਜਾਂਦੀ। ਸੋ ਅੱਖਾਂ ਜਿਹੜੀਆਂ ਆ ਕਿਉਂਕਿ ਭੌਤਿਕ ਆ, ਭੌਤਿਕ ਸੰਸਾਰ ਨੂੰ ਦੇਖਦੀਆਂ, ਸੋ ਇਹਨਾਂ ਦੇ ਨਾਲ ਰੱਬ ਨਹੀਂ ਦਿਸਦਾ। ਤੇ ਜਦੋਂ ਸਤਿਗੁਰ ਦਾ ਉਪਦੇਸ਼ ਇਹਨੇ ਸੁਣਦੀਆਂ ਫਿਰ ਇਹਨਾਂ ਅੱਖਾਂ ਦੇ ਵਿੱਚ ਵਿਵੇਕ ਭਰਦਾ, ਮਤਲਬ ਫਿਲਟਰਡ ਹੁੰਦੀਆਂ, ਤੇ ਜਿਹੜੀ ਚੀਜ਼ ਇਹ ਭੌਤਿਕਲੀ ਦੇਖਦੀਆਂ ਉਹ ਭੌਤਿਕ ਦੇ ਪਿੱਛੇ ਫਿਰ ਦੇਖਦੀਆਂ, ਮੈਟਾਫਿਜ਼ਿਕਸ ਦਾ ਜਿਹੜਾ ਕਿ ਨਾਮ ਆ। ਸੋ ਜਦੋਂ ਉਹਨੂੰ ਦੇਖਦੀਆਂ ਫਿਰ ਮਤਲਬ ਸੰਸਾਰ ਦੀ ਜਿਹੜੀ ਰੀਅਲ ਪਿਕਚਰ ਆ, ਵਿਸ਼ਵ ਰੂਪ ਜਿਹੜਾ ਵਿਸ਼ਵ ਸੰਸਾਰ ਜੋ ਦੇਖਦੇ ਹਰ ਕਾ ਰੂਪ ਆ, ਪਰ ਹਰ ਰੂਪ ਜੇ ਹੁਣ ਜਿੱਦਾਂ ਇੱਥੇ ਅੱਖਾਂ ਦੀ ਗੱਲ ਆ, ਪਹਿਲਾਂ ਸਰੀਰ ਦੀ ਗੱਲ, ਇਹ ਤੋਂ ਪਿਛਲੀ ਪੌੜੀ 'ਚ ਸਰੀਰ ਦੀ ਗੱਲ ਕੀਤੀ ਸੀ, ਮਤਲਬ ਹੁਣ ਪੰਜੇ ਗਿਆਨ ਇੰਦਰੀਆਂ ਦੀ ਗੱਲ ਆ ਵੀ ਜਿਹੜੇ ਬਾਹਰੋਂ ਇਨਫੋਰਮੇਸ਼ਨ ਅੰਦਰ ਨੂੰ ਲਿਜਾਂਦੇ ਆ। ਤੇ ਜਦੋਂ ਅੰਦਰ ਨੂੰ ਲਿਜਾਣਗੇ ਤਾਂ ਫਿਰ ਉਹਨਾਂ ਦਾ ਵੀ ਪ੍ਰਸ਼ਨ ਹੋਣਾ, ਕਿਉਂਕਿ ਅੱਖਾਂ ਨੇ ਅੱਜ ਤੱਕ ਰਿਐਲਿਟੀ ਦੇਖੀ ਨਹੀਂ ਸੀ, ਕੰਨਾਂ ਨੇ ਅੱਜ ਤੱਕ ਰਿਐਲਿਟੀ ਦੀਆਂ ਗੱਲਾਂ ਹੀ ਨਹੀਂ ਸੀ ਸੁਣੀਆਂ। ਮਤਲਬ ਜਿਹੜੀਆਂ ਇਹ 5 ਸੈਂਸ ਜਿਹੜੇ ਮਾਇਆਵੀ ਪਦਾਰਥ ਦੇ ਵਿੱਚ, ਜਿੱਦਾਂ ਭਾਜੀ ਨੇ ਕਿਹਾ ਵੀ ਇਹ ਅੰਨੇ ਹੋਏ ਸੀਗੇ, ਮਤਲਬ ਮਾਇਆ ਦੇ ਵਿੱਚ ਹੀ, ਹਉਮੈ ਦੇ ਵਿੱਚ ਹੀ, ਤਾਂ ਉਹਨਾਂ ਨੂੰ ਦਿਖਦੇ ਨਹੀਂ ਸੀ। ਪਰ ਨਾਲ ਲੱਗਦਾ ਉਹਨੇ ਰੀਤ ਦੱਸ ਦਿੱਤਾ ਕਿ ਸਤਿਗੁਰ ਮਿਲੀਏ ਦਿਵ ਦ੍ਰਿਸ਼ਟ ਹੋਈ। ਜਦੋਂ ਸਤਿਗੁਰ ਮਿਲਿਆ, ਭਾਵ ਸਤਿਗੁਰ ਦਾ ਉਪਦੇਸ਼ ਜਦੋਂ ਹਿਰਦੇ 'ਚ ਆਇਆ, ਫਿਰ ਇਹਨਾਂ ਅੱਖਾਂ ਦੇ ਵਿੱਚ ਰਿਐਲਿਟੀ ਨੂੰ ਦੇਖਣ ਦਾ ਪਤਾ ਲੱਗਾ ਵੀ ਪਿੱਛੇ ਰਿਐਲਿਟੀ ਹੈ ਕੀ। ਧੰਨਵਾਦ। ਮੋਨਾ ਹੁਣਾਂ ਨੇ ਕਾਫੀ ਦੇਰ ਦਾ ਰੇਜ਼ ਕੀਤਾ ਹੋਇਆ। ਹਾਂਜੀ ਮੋਨਾ, ਤੁਸੀਂ ਆਪਣੇ ਆਪ ਨੂੰ ਅਨਮਿਊਟ ਕਰੋ ਪਹਿਲਾਂ। ਜੈ ਥੈਂਕ ਯੂ। ਹਾਂਜੀ ਹਾਂਜੀ, ਮੈਂ ਵੀ ਇਹੀ ਜਿਹੜੀ ਸ਼ਬਦ ਜਿਹੜਾ ਹੈਗਾ ਦਿਵਯ ਦ੍ਰਿਸ਼ਟੀ, ਇਹਦੇ ਵਿੱਚ ਮੈਂ ਸੀਗੀ ਕਿ ਜਿਹੜੀ ਮੈਨੂੰ ਨੌਲੇਜ ਹੈ ਇਹਦੇ ਬਾਰੇ 'ਚ, ਸਾਨੂੰ ਦਿਵਯ ਦ੍ਰਿਸ਼ਟੀ ਤਾਂ ਮਿਲਦੀ ਆ ਜਿਹੜੀ ਕਿ ਆਮ ਦ੍ਰਿਸ਼ਟੀ ਤੋਂ ਦੂਰ ਹੁੰਦੀ, ਜਿਹੜੀ ਕਿ ਜਿਹਦਾ ਗਿਆਨ ਦ੍ਰਿਸ਼ਟੀ ਅਸੀਂ ਕਹਿੰਦੇ ਹੈਗੇ ਆ, ਜੋ ਸਾਨੂੰ ਲੋਕਾਂ ਨੂੰ ਦੂਸਰਿਆਂ ਨੂੰ ਦਿਖਦਾ ਫਾਇਨ, ਜੋ ਤੁਸੀਂ ਦੇਖ ਸਕਦੇ ਹੋ ਉਹ ਦਿਵਯ ਦ੍ਰਿਸ਼ਟੀ ਨਾਲ ਮਿਲਦਾ। ਤੋ ਜਿਹੜੀ ਜੋ ਦ੍ਰਿਸ਼ਟੀ ਹੈ ਉਹ ਜਿਹੜੀ ਅਚੀਵ ਕਰਨੀ ਹੈ ਉਹ ਦਿਵਯ ਦ੍ਰਿਸ਼ਟੀ ਗਿਆਨ ਦੇ ਨਾਲ ਸਾਨੂੰ ਮਿਲਦੀ ਹੈ। ਔਰ ਦੈਟਸ ਵਟ ਮਾਈ ਕਨਸੈਪਟ ਇਜ਼ ਅਬਾਊਟ ਦਿਵਯ ਦ੍ਰਿਸ਼ਟੀ। ਐਂਡ ਜਿਹੜੀ ਸਾਡੀ ਅੱਖਾਂ 'ਚ ਜੋਤ ਰੱਬ ਨੇ ਦਿੱਤੀ ਆ, ਦ੍ਰਿਸ਼ਟੀ ਦਿੱਤੀ, ਅਸੀਂ ਦੇਖਦੇ ਹਾਂ, ਲੇਕਿਨ ਜਿਹੜਾ ਅਨੁਭਵ ਜਿਹੜਾ ਕਰਨਾ ਨਾ ਅੱਖਾਂ ਦੇ ਨਾਲ, ਜੋਤ ਦੇ ਨਾਲ, ਉਹ ਜਿਹੜਾ ਕਰਨਾ ਉਹ ਲੋਕੀ ਦੇਖ ਕੇ ਪਰੇ ਕਰ ਦਿੰਦੇ ਆ। ਉਸ ਤੋਂ ਇਲਾਵਾ ਉਹਦੇ ਫਾਰਵਰਡ ਉਹਨੂੰ ਉਸ ਅੱਖਾਂ ਨਾਲ ਨਹੀਂ ਦੇਖਦੇ ਆ, ਉਸ ਜੋਤ ਦੇ ਨਾਲ ਨਹੀਂ ਦੇਖਦੇ ਆ ਜਿਹੜੀ ਕਿ ਸਾਨੂੰ ਰੱਬ ਨੇ ਦਿੱਤੀ ਹੈ। ਥੈਂਕ ਯੂ, ਥੈਂਕ ਯੂ ਮੋਨਾ।
ਮਤਲਬ ਦੂਜਾ ਸ਼ਬਦ ਇਹਦਾ ਅਨੁਭਵੀ ਅੱਖ ਵੀ ਆ, ਦਿਵ ਦ੍ਰਿਸ਼ਟੀ। ਜੀ Yeah. ਹਾਂਜੀ ਪਰ ਜਿਹੜੀ ਔਖੀ ਗੱਲ ਵਾ ਕਿ ਮਾਇਆ ਦੇ ਜਿਹੜੇ ਜੰਜੀਰਾਂ ਨੇ ਉਹ ਸਾਨੂੰ ਇਸ ਵੇਲੇ ਸੱਚਾਈ ਹੋਰ ਲੱਗਦੀ ਆ। ਸੱਚਾਈ ਸੇ ਬਿਲਕੁਲ ਤੁਸੀਂ ਕਹਿੰਦੇ ਆ, ਲੇਕਿਨ ਜਿਹੜੀ ਦਿਵਯ ਦ੍ਰਿਸ਼ਟੀ ਦੇ ਬਾਰੇ ਜੇ ਬੰਦੇ ਨੂੰ ਪਤਾ ਕਿ ਮੈਂ ਅਟੇਨ ਕਰਨੀ ਆ, ਮੈਨੂੰ ਇਹ ਚਾਹੀਦੀ ਆ, ਤੇ ਉਹਦੇ ਲਈ ਉਹਨੂੰ ਪਤਾ ਹੋਣਾ ਚਾਹੀਦਾ ਵੀ ਕਿੱਥੋਂ ਮਿਲੂਗੀ, ਮੈਨੂੰ ਕਿੱਦਾਂ ਮੈਂ ਲੈ ਸਕਦਾ ਵਾਂ, ਫੇਰ ਹੀ ਉਹਨੂੰ ਲੱਭਣ ਲਈ ਉਹ ਅੱਗੇ ਜਾਊਗਾ। ਓਕੇ ਚਲੋ ਹਾਂਜੀ ਉਹਨਾਂ ਨੇ ਆਪ ਪੁੱਛਿਆ ਕੀਤਾ ਹੋਇਆ ਪਰਮਿੰਦਰ ਹਾਂਜੀ ਡਾਕਟਰ ਸਾਹਿਬ ਉਹਨਾਂ ਦਾ ਹੱਥ ਖੜਾ। नहीं मैं अपने सिमर जी ਤੁਸੀਂ ਲੀਡ ਕਰ ਦੇंगे सिर्फ you need to ask people who ਇੱਕ ਦੋ ਹੱਥ ਖੜੇ ਕੀਤੇ ਹੈਗੇ ਆ। ਪਰਮਿੰਦਰ ਸਾਨੀ ਦਾ ਹਾਂਜੀ ਆਪਣੇ ਡਾਕਟਰ ਸਾਨੀ ਉਹਨਾਂ ਨੇ ਕੁਐਸਚਨ ਪੁੱਛਣਾ ਹੈਗਾ। ਵੀਰ ਜੀ ਮੈਨੂੰ ਨਾ ਮੈਂ ਸਭ ਤੋਂ ਪਹਿਲਾਂ ਤੁਹਾਡਾ ਵੀ ਸਭ ਦਾ ਸ਼ੁਕਰ ਹੈ, ਵਾਹਿਗੁਰੂ ਦਾ ਸ਼ੁਕਰ ਹੈ ਕਿ ਮੈਨੂੰ ਦੁਬਾਰਾ ਬਾਣੀ ਦਿਖੀ ਹੈ ਔਰ ਮੇਰੀਆਂ ਅੱਖਾਂ ਨੂੰ ਫਿਰ ਪੜ੍ਹਨ ਦਾ ਜਿਹਨੂੰ ਕਹਿੰਦੇ ਨੇ ਬਲੈਸਿੰਗ ਮਿਲੀ ਹੈ। ਸੋ ਅੱਜ ਦੀ ਜਿਹੜੀ ਮੈਂ ਪੌੜੀ ਕਰਨੀ ਸੀਗੀ ਉਹਦੇ ਮੈਂ ਅੱਗੇ ਪਿੱਛੇ ਦੇਖਦੀ ਰਹੀ ਥੋੜਾ ਬਹੁਤ ਕੁਛ। I was a bit disorganized. ਬੜੀ ਦੇਰ ਬਾਅਦ ਦੁਬਾਰਾ ਮੈਂ ਸ਼ੁਰੂ ਕੀਤਾ ਸੀ ਪੜ੍ਹਨਾ। ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਬਈ ਅਸੀਂ ਅੱਖਾਂ ਦੀ ਗੱਲ ਕਰਦੇ ਹਾਂ ਜਾਂ ਸਵਾਦ ਦੀ ਗੱਲ ਕਰਦੇ ਹਾਂ ਜਾਂ ਕੰਨਾਂ ਦੀ ਜਾਂ ਕਿਸੇ ਤਰ੍ਹਾਂ ਪੰਜਾਂ ਇੰਦਰੀਆਂ ਦੀ, ਅਸੀਂ ਸਿੰਪਲ ਲੈਂਗੁਏਜ ਵਿੱਚ ਵਿਸ਼ਵਾਸ ਨਾਲ ਔਰ ਪਰਮਾਤਮਾ ਨਾਲ ਜੁੜ ਕੇ ਬੇਸਿਕਲੀ ਸਾਨੂੰ ਜ਼ਰੂਰਤ ਹੈ, ਜਿਸ ਤਰ੍ਹਾਂ ਕਹਿੰਦੇ ਨੇ ਨਾ ਕਹਾਵਤ ਬਈ ਟਰੀਜ਼ ਐਂਡ ਵੁੱਡਸ ਦੇ ਵਿੱਚ ਫਰਕ ਕਰਨਾ। ਸਾਡੇ ਅੱਖ ਸਾਡੇ ਕੰਨ ਵੀ ਸ਼ੁੱਡ ਬੀ ਏਬਲ ਟੂ ਡਿਫਰੈਂਸ਼ੀਏਟ ਕਿ ਬਈ ਸਾਡੀ ਜਿਹੜੀ ਰਸਤਾ ਹੈਗਾ ਜਿਹੜਾ ਗੁਰੂਆਂ ਨੇ ਦੱਸਿਆ ਉਹ ਕੀ ਹੈ, ਔਰ ਇਹ ਚੀਜ਼ਾਂ ਸੰਸਾਰ ਦੀਆਂ ਨੇ, ਉਹ ਵੀ ਪ੍ਰੈਕਟੀਕਲ ਪੁਆਇੰਟ ਤੇ ਥੋੜਾ ਬਹੁਤ ਕੁਛ ਪੈਸਾ ਵੀ ਚਾਹੀਦਾ, ਸਾਰਾ ਕੁਛ ਚਾਹੀਦਾ, ਥੋੜਾ, ਪਰ ਇਹਦਾ ਜਿਹੜਾ ਕਿ ਫਰਕ ਹੈ ਕਿ ਬਈ ਇਹਦੇ ਵਿੱਚ ਅਸੀਂ ਇਨਵੋਲਵ ਜ਼ਿਆਦਾ ਨਹੀਂ ਹੋਣਾ। ਉਹ ਮੇਰੀ ਸਿੰਪਲ ਲੈਂਗੁਏਜ ਦੇ ਵਿੱਚ ਉਹੀਓ ਹੈ। ਮੈਂ ਇਹੋ ਕਹਿਣਾ ਸੀਗਾ ਕਿ ਇਟ ਇਜ਼ ਲਾਈਕ ਡਿਫਰੈਂਸ਼ੀਏਟਿੰਗ ਬਿਟਵੀਨ the woods and the trees ਕਿ ਬਈ ਜਿਹੜੀ ਸਾਡੀ ਅਸਲੀਅਤ ਹੈ, ਅਸੀਂ ਇਸ ਰਸਤੇ ਜਾਣਾ ਜਾਂ ਉਸ ਰਸਤੇ ਜਾਣਾ, ਉਹ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਵਿਸ਼ਵਾਸ ਨਾਲ ਹੋਣਾ। ਥੈਂਕ ਯੂ ਜੀ। Sorry, I was disconnected all of a sudden. I have to get back again. Okay ਜੀ, ਮੈਂ ਇਹ ਸੁਣਿਆ ਨਹੀਂ ਪਰਵਿੰਦਰ ਨੇ ਕੀ ਇਨਪੁਟ ਕੀਤੀ ਆ, ਪਰ ਕਿਸੇ ਹੋਰ ਨੇ ਵੀ ਕੁਝ ਐਡ ਕਰਨਾ ਜਾਂ I would actually prefer ਜੇ ਕੋਈ ਜਣਾ ਨਾ ਕੱਲੀ ਲਾਈਨ ਦੀ ਐਟਲੀਸਟ ਪਹਿਲੀਆਂ 2-3 ਲਾਈਨਾਂ ਦੇ ਦੁਬਾਰਾ ਤੋਂ ਵਿਆਖਿਆ ਕਰਦੇ ਹੋਏ ਜਾਣੀ ਕਿ what it is that's happening over there। तो जान के काफी कुछ रेपिटेशन जैसे नदरी आया, नदरी निहालिया, मेरी नदरी हरी निहालिया, फिर हरि रूप नदरी आया, you know। ਤੁਹਾਡੇ ਤੋਂ ਬਿਨਾ ਹੋਰ ਕੌਣ ਵਧੀਆ ਵਿਆਖਿਆ ਕਰ ਸਕਦਾ? ਮੇਰੇ ਕੋਲ ਹੋਰ ਬਹੁਤ ਗੁਣੀ ਕਹਿਣੇ ਬੈਠੇ ਹੈਗੇ, ਮੈਂ ਤਾਂ ਹਲੇ ਸਟੂਡੈਂਟ ਹੀ ਹਾਂ। ਜਾਂ ਤੁਸੀਂ ਕਰੋ ਨਾ। ਨਹੀਂ, just for the benefit of others, I think ਪਿੱਛੇ ਕੀ ਕਹਿ ਰਹੇ ਹੈਗੇ ਜਾਣੀ ਕਿ ਆਪਣੇ ਕੁਲਵੰਤ ਸਿੰਘ ਨੂੰ ਪੁੱਛੋ ਤੁਸੀਂ ਜਾਣੀ ਕਿ I think he'd be able to unravel that। ਓਕੇ, ਵੀਰ ਜੀ ਨੇ ਤੁਹਾਡੇ ਤੇ ਪਾਸ ਆਨ ਕਰ ਦਿੱਤਾ, ਹੁਣ ਤੁਹਾਡੀ ਵਾਰੀ ਆ ਗਈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸੇ ਤਾਂ ਸੰਤੋਖ ਸਿੰਘ ਹੋਣਾ ਨੇ ਸਾਰੀ ਗੱਲ ਜਿਹੜੀ ਆ ਉਹ ਡੂੰਘੀ ਆਪਾਂ ਨੂੰ ਸਮਝਾ ਦਿੱਤੀ ਹੈ, ਪਰ ਸਾਰੀ ਬਾਣੀ ਦੇ ਪਿੱਛੇ ਇੱਕੋ ਭੇਦ ਹੋਇਆ ਕਰਦਾ ਹੈ ਕਿ ਸਾਡੀ ਸੁਰਤ ਜਿਹੜੀ ਮਾਇਆ ਦੇ ਵਿੱਚ ਉਲਝੀ ਹੋਈ ਹੈ, ਇਹਦੀ ਦ੍ਰਿਸ਼ਟੀ ਬੜੀ ਲਿਮਟਿਡ ਆ।
ਜਿਹੜਾ ਸੂਖਮ ਤੱਤ ਪੂਰੇ ਸੰਸਾਰ ਨੂੰ ਚਲਾਉਂਦਾ ਹੈ ਉਹਦੇ ਬਾਰੇ ਇਹਨੂੰ ਸੋਝੀ ਨਹੀਂ ਹੋਇਆ ਕਰਦੀ। ਇਸ ਕਰਕੇ ਗੁਰਬਾਣੀ ਦੁਆਰਾ ਆਨੰਦ ਨੂੰ ਜਦੋਂ ਗੁਰੂ ਮਹਾਰਾਜ ਜੀ ਇਕੁਏਟ ਕਰਦੇ ਨੇ ਉਹ ਸੱਚ ਨਾਲ ਹੀ ਕਰਦੇ ਨੇ, ਕਿਉਂਕਿ ਸੱਚ ਦਾ ਇੱਕ ਗੁਣ ਹੈ ਸਤ ਚਿੱਤ ਆਨੰਦ। ਇਟ ਇਜ਼ ਪਿਓਰ ਕੌਨਸ਼ੀਅਸਨੈਸ ਐਂਡ ਪਿਓਰ ਸਟੇਟ ਆਫ ਬਲਿਸ। ਹੁਣ ਉਸ ਦੀ ਪ੍ਰਾਪਤੀ ਵਾਸਤੇ ਗੁਰੂ ਜੀ ਸਾਨੂੰ ਸਾਧਨ ਸਮਝਾਉਂਦੇ ਨੇ। ਵੈਸੇ ਤਾਂ ਜਿੰਨੀ ਵੀ ਸਰੀਰਕ ਕਿਰਿਆ ਹੈ ਉਹ ਸਾਰੀ ਅਕਾਲੀ ਜੋਤ ਕਰਕੇ ਹੀ ਚੱਲਦੀ ਹੈ। ਜੇ ਅੱਖਾਂ ਵੇਖ ਸਕਦੀਆਂ ਨੇ, ਇਹਨਾਂ ਦੇ ਪਿੱਛੇ ਵੀ ਨਾਮ ਦੀ ਸ਼ਕਤੀ ਹੈ, ਕਿਉਂਕਿ ਨਾਮ ਕੇ ਧਾਰੇ ਸੁਣ ਗਿਆਨ ਧਿਆਨ। ਜਿਹੜਾ ਅਸੀਂ ਸੁਣਦੇ ਵੀ ਹਾਂ, ਜਿਹੜਾ ਗਿਆਨ ਵੀ ਪ੍ਰਾਪਤ ਕਰਦੇ ਹਾਂ, ਜੇ ਅਸੀਂ ਧਿਆਨ ਵੀ ਲਾਉਂਦੇ ਹਾਂ, ਉਹ ਨਾਮ ਦੀ ਸ਼ਕਤੀ ਤੋਂ ਬਿਨਾਂ ਨਹੀਂ ਲੱਗ ਸਕਦਾ। ਇਸ ਕਰਕੇ ਜਦੋਂ ਅੱਖਾਂ ਨੂੰ ਵੀ ਗੁਰੂ ਮਹਾਰਾਜ ਜੀ ਸੰਬੋਧਨ ਕਰਦੇ ਨੇ ਜਾਂ ਸਰੀਰ ਦੇ ਬਾਕੀ ਅੰਗਾਂ ਨੂੰ ਸੰਬੋਧਨ ਕਰਦੇ ਨੇ, ਤਾਂ ਸਮਝਾਉਣਾ ਇਹੀ ਕਰਦੇ ਨੇ ਕਿ ਜੋ ਬਾਹਰ ਮੁਖੀ ਤੇਰੀ ਸੁਰਤੀ ਬਿਰਤੀ ਹੈ ਨਾ, ਉਹਦੇ ਨਾਲ ਮਾਇਆ ਤਾਂ ਨਜ਼ਰ ਆਉਂਦੀ ਹੈ, ਸੰਸਾਰ ਦਾ ਭੌਤਿਕ ਸਰੂਪ ਤਾਂ ਨਜ਼ਰ ਆਉਂਦਾ ਹੈ, ਪਰ ਇਹਦੇ ਪਿੱਛੇ ਸੂਖਮ ਤੱਤ ਜਿਹੜਾ ਹੈ ਉਹਦੀ ਤੈਨੂੰ ਸੋਝੀ ਨਹੀਂ ਹੈ। ਇਸ ਕਰਕੇ ਤੇਰੀਆਂ ਅੱਖਾਂ ਭਾਵ ਤੇਰਾ ਮਨ ਹਾਲੇ ਅਗਿਆਨੀ ਹੈ। ਇਹ ਅੱਖਾਂ ਦੇ ਅੰਨੀਆਂ ਹੋਣ ਦੀ ਗੱਲ ਨਹੀਂ ਹੈ, ਇਹ ਸੁਰਤੀ ਦੇ ਅੰਨੀ ਹੋਣ ਦੀ ਗੱਲ ਹੈ ਜੀ। ਜਿਹੜੀ ਸੁਰਤੀ ਸੂਖਮ ਤੱਤ ਨੂੰ ਨਹੀਂ ਪਛਾਣ ਸਕਦੀ, ਉਹਦੇ ਬਾਰੇ ਗੁਰੂ ਮਹਾਰਾਜ ਜੀ ਜ਼ਿਕਰ ਕਰਦੇ ਨੇ ਕਿ ਦੇਖ ਤੇਰੀਆਂ ਅੱਖਾਂ ਵੀ ਜੋਤ ਕਰਕੇ ਕੰਮ ਕਰਦੀਆਂ ਨੇ, ਤੇ ਜੋਤ ਸਾਰਿਆਂ ਦੇ ਅੰਦਰ ਇੱਕੋ ਅਕਾਲ ਪੁਰਖ ਦੀ ਹੈ, ਜਿਹਨੂੰ ਗੁਰੂ ਮਹਾਰਾਜ ਨੇ ਏਕਾ ਲਾ ਕੇ ਸਦਾ ਵਾਸਤੇ ਬਿਆਨ ਕਰਤਾ ਵੀ ਜਿੰਨਾ ਵੀ ਦੁਨੀਆ ਦੀ ਕਾਇਨਾਤ ਦਾ ਖੇਲ ਆ ਉਹ ਕੇਵਲ ਤੇ ਕੇਵਲ ਇੱਕ ਦੀ ਸ਼ਕਤੀ ਨਾਲ ਹੀ ਪ੍ਰਵਾਹਿਤ ਹੁੰਦਾ ਹੈ। ਇਸ ਕਰਕੇ ਹਰ ਪਾਸੇ ਤੂੰ ਜਦੋਂ ਵੀ ਨਜ਼ਰ ਮਾਰਨੀ ਹੈ ਤਾਂ ਡੁਐਲਿਟੀ ਚੋਂ ਉੱਚਾ ਉੱਠ ਕੇ ਦਵੈਤ ਚੋਂ ਬਾਹਰ ਨਿਕਲ ਕੇ, ਦਵੈਤ ਭਾਵ ਛੱਡ ਕੇ, ਮੇਰ ਤੇਰ ਨੂੰ ਵਿਸਾਰ ਕੇ ਇਹ ਗੱਲ ਨੂੰ ਲੱਭਣਾ ਹੈ ਕਿ ਸਾਰਿਆਂ ਦੇ ਵਿੱਚ ਜੀਵਨ ਦਾਨ ਦੇਣ ਵਾਲੀ ਕਿਹੜੀ ਸ਼ਕਤੀ ਹੈ। ਇਸ ਕਰਕੇ ਕਹਿੰਦੇ ਅੱਖਾਂ ਵੀ ਤੇਰੀਆਂ ਜੋਤ ਕਰਕੇ ਕੰਮ ਕਰਦੀਆਂ ਨੇ। ਇਹਨਾਂ ਅੱਖਾਂ ਦੇ ਨਾਲ ਸਤਿਗੁਰੂ ਤੋਂ ਸੋਝੀ ਪ੍ਰਾਪਤ ਕਰਕੇ, ਅਸਲੀ ਗਿਆਨ ਪ੍ਰਾਪਤ ਕਰਕੇ ਤੂੰ ਹਰੇਕ ਚੀਜ਼ ਦੇ ਅੰਦਰ ਸਰਗਣ ਸਰੂਪ ਦੇ ਅੰਦਰ ਪਰਮਾਤਮਾ ਨੂੰ ਹੀ ਵੇਖਣਾ। ਪਰ ਇਹ ਗੱਲ, ਇਹ ਗਿਆਨ ਤੈਨੂੰ ਕੇਵਲ ਤੇ ਕੇਵਲ ਗੁਰੂ ਦੁਆਰਾ ਗੁਰਬਾਣੀ ਤੋਂ ਪ੍ਰਾਪਤ ਹੋਵੇਗਾ, ਜਿਵੇਂ ਗੁਰੂ ਮਹਾਰਾਜ ਜੀ ਆਪਾਂ ਨੂੰ ਇੱਥੇ ਬਿਆਨ ਕਰਕੇ ਦੱਸਦੇ ਨੇ। ਤੇ ਜੇ ਗੁਰੂ ਦਾ ਗਿਆਨ ਸਾਡੇ ਅੰਦਰ ਨਾ ਸਮਾਇਆ ਹੋਵੇ, ਅਸੀਂ ਗੁਰੂ ਗਿਆਨ ਅਨੁਸਾਰ ਹੀ ਨਾ ਹੋਈਏ, ਤਾਂ ਸਾਡਾ ਮਨ ਅਗਿਆਨੀ ਰਹਿੰਦਾ ਹੈ। ਇਹਨੂੰ ਕਹਿੰਦੇ ਆ ਇਹ ਨੇਤਰ ਅੰਧ ਸੇ। ਇਹ ਅਸਲ ਵਿੱਚ ਅਗਿਆਨੀ ਨੇ, ਇਹਨਾਂ ਨੂੰ ਪੂਰੀ ਗੱਲ ਤੱਤ ਦੀ ਗੱਲ ਸਮਝ ਨਹੀਂ ਆਈ ਹੋਈ। ਪਰ ਜੇ ਸਤਿਗੁਰੂ ਦੀ ਮੱਤ ਨੂੰ ਗ੍ਰਹਿਣ ਕਰਕੇ ਉਹਦਾ ਅਨੁਸਾਰੀ ਬਣ ਕੇ ਤੇਰਾ ਮਨ ਜਾਗ ਜਾਵੇ, ਤੈਨੂੰ ਇਹ ਭੇਦ ਸਮਝ ਆ ਜਾਏ ਕਿ ਉੱਪਰੋਂ ਦਿਸਦਾ ਰੂਪ ਜਿਹੜਾ ਹੈ ਸੱਚ ਨਹੀਂ ਹੈ, ਇਹਦੇ ਪਿੱਛੇ ਜਿਹੜੀ ਸ਼ਕਤੀ ਵਰਤਦੀ ਹੈ ਉਹ ਸੱਚ ਹੈ, ਉਹਨੂੰ ਆਪਾਂ ਨਾਮ ਕਹਿੰਦੇ ਆ। ਸੋ ਜਿਹਨੂੰ ਦਿਵ ਦ੍ਰਿਸ਼ਟ ਕਹਿੰਦੇ ਆ, ਜਿਵੇਂ ਅਨੁਭਵੀ ਅੱਖ, ਅਨੁਭਵੀ ਗਿਆਨ ਦੀ ਗੱਲ ਸੰਤੋਖ ਸਿੰਘ ਹੋਣਾ ਨੇ ਸਮਝਾਈ ਹੈ। ਵਿਵੇਕ ਬੁੱਧੀ ਜਿਹਦੇ ਵਿੱਚ ਸੁਤੇ ਹੀ ਸਪੌਂਟੇਨੀਅਸਲੀ ਐਂਡ ਨੈਚੁਰਲੀ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਸਹੀ ਕੀ ਹੈ, ਗਲਤ ਕੀ ਹੈ, ਅਸਲੀਅਤ ਕੀ ਹੈ, ਤੇ ਅਸਲੀਅਤ ਦੇ ਉੱਤੇ ਪਿਆ ਹੋਇਆ ਪਰਦਾ ਕੀ ਹੈ। ਸੋ ਬਾਰ-ਬਾਰ ਇਹੀ ਸਮਝਾਉਣਾ ਕਰਦੇ ਨੇ ਕਿ ਇਸ ਦੇਸ਼ ਦੇ ਵਿਸ਼ਵ ਸੰਸਾਰ ਦੇ ਵਿੱਚ ਪਰਮਾਤਮਾ ਦੀ ਜੋਤ ਵਰਤਦੀ ਹੈ। ਤੂੰ ਹਰ ਪਹਿਲੂ ਤੋਂ, ਹਰ ਦ੍ਰਿਸ਼ਟੀਕੋਣ ਤੋਂ ਇਸ ਗੱਲ ਨੂੰ ਅਨੁਭਵ ਵਿੱਚ ਲੈ ਕੇ ਆਉਣਾ ਹੈ ਕਿ ਸਾਰਿਆਂ ਦੇ ਵਿੱਚ ਇੱਕੋ ਹੀ ਵਰਤਦਾ ਹੈ। ਜਿੰਨਾ ਚਿਰ ਇਹ ਤੇਰੀ ਦੂਈ ਦਵੈਸ਼ ਮਿਟ ਨਹੀਂ ਜਾਂਦੀ, ਆਨੰਦ ਦੀ ਪ੍ਰਾਪਤੀ ਨਹੀਂ ਜੇ ਹੋਣੀ। ਸੋ ਆਨੰਦ ਪ੍ਰਾਪਤ ਕਰਨ ਦਾ ਇੱਕ ਸਟੈਪ ਕਿ ਹਰ ਵਿਸ਼ਵ ਦੇ ਕਿਣਕੇ ਦੇ ਵਿੱਚ ਪਰਮਾਤਮ ਜੋਤ ਨੂੰ ਸਿਰਫ ਬੌਧਿਕ ਤੌਰ ਕੇ ਜਾਣਨਾ ਨਹੀਂ,
ਇਹਨੂੰ ਅਨੁਭਵ ਵਿੱਚ ਲੈ ਕੇ ਆਉਣਾ ਹੈ, ਜਿਹੜਾ ਵਿਵੇਕ ਬੁੱਧੀ ਦੁਆਰਾ ਹੀ ਪ੍ਰਾਪਤ ਹੁੰਦਾ ਹੈ। ਤੇ ਵਿਵੇਕ ਬੁੱਧੀ ਕੇਵਲ ਤੇ ਕੇਵਲ ਗੁਰਬਾਣੀ ਗੁਰੂ ਦੁਆਰਾ ਸੱਚ ਦੇ ਗਿਆਨ ਦੁਆਰਾ ਹੀ ਸਾਨੂੰ ਪ੍ਰਾਪਤ ਹੁੰਦੀ ਹੈ। ਸੋ ਸਟੈਪ ਬਾਈ ਸਟੈਪ ਗੁਰੂ ਮਹਾਰਾਜ ਨੇ ਆਪਣੀ ਉਂਗਲੀ ਫੜ ਕੇ ਸਾਨੂੰ ਉਸ ਦਿਸ਼ਾ ਵਿੱਚ ਲੈ ਕੇ ਜਾਣਾ ਹੈ, ਜਿੱਥੇ ਸਾਰੇ ਸੰਸਾਰ ਦੇ ਵਿੱਚ ਵਰਤਦੀ ਜੋਤ ਸਾਡੇ ਅਨੁਭਵ ਦੇ ਵਿੱਚ ਆ ਕੇ ਸਾਡੇ ਅੰਗ ਸੰਗ ਸਦਾ ਰਵੇ ਤੇ ਅਸੀਂ ਆਨੰਦ ਦੀ ਅਵਸਥਾ ਦੇ ਵਿੱਚ ਵਿਚਰ ਸਕੀਏ। ਸੋ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you, Kulwant Singh ji. Simranjit, just before you sort of take over, ਮੇਰਾ ਕਹਿਣ ਦਾ ਭਾਵ ਇਹ ਸੀਗਾ, ਜਿਹੜੀ ਪਹਿਲੀ ਲਾਈਨ ਨਾ, ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ। ਹਾਂਜੀ ਜੇ ਆਪਾਂ ਨਾ ਲਾਈਨ ਬਾਈ ਓਵਰਆਲ ਜਿਹੜਾ ਕਨਸੈਪਟ ਹੈ ਉਹਦਾ ਕਲੀਅਰ ਹੈਗਾ, ਸਭ ਨੂੰ ਪਤਾ ਲੱਗ ਜਾਂਦਾ ਹੈਗਾ। ਪਰ ਜੇ ਲਾਈਨ ਬਾਈ ਲਾਈਨ ਜਾਓ ਤਾਂ ਵਾਟ ਇਟ ਇਜ਼ ਮੈਸੇਜ ਕੀ ਹੈਗਾ? ਤੇ ਮੇਰੇ ਨੇਤਰੋ, ਵੀ ਤੁਹਾਡੇ ਵਿੱਚ ਪਰਮਾਤਮਾ, ਤੁਹਾਡੇ ਸਰੀਰ ਦੇ ਵਿੱਚ ਜਾਂ ਤੁਹਾਡੇ ਵਿੱਚ ਪਰਮਾਤਮਾ ਨੇ ਜੋਤ ਰੱਖੀ ਹੈਗੀ ਹੈ। ਪਰ ਵਾਟ ਇਟ ਇਜ਼ ਦੈਟ ਵੀ ਟ੍ਰਾਈਂਗ ਟੂ ਸੇ, ਵੀ ਜਾਣੀ ਕਿ ਵੀ ਅਸੀਂ ਦੇਖ ਸਕਦੇ ਹਾਂ ਕਿ ਸਾਨੂੰ ਐਬਿਲਿਟੀ ਦਿੱਤੀ ਹੈਗੀ ਆ ਪਛਾਣਨ ਦੀ, ਵੀ ਜਾਣੀ ਕਿ ਦਿਸਦਾ ਸੰਸਾਰ ਉਹਦਾ ਰੂਪ ਹੈ ਕਿਸ ਤਰ੍ਹਾਂ, ਉਹਦੀ ਐਬਿਲਿਟੀ ਅਨੁਭਵ ਵਿਆਖਿਆ ਉਹਦੀ ਗੱਲ ਕਰ ਰਿਹਾ ਵੀ ਕੀ ਹੈਗਾ। ਇਸੇ ਤਰ੍ਹਾਂ ਹੀ ਉਹ ਕਹਿੰਦੇ ਆ ਵੀ ਹਰ ਬਿਨ ਅਵਰ ਨਾ ਦੇਖੋ ਕੋਈ ਨਜ਼ਰੀ ਹਰੇ ਨਿਹਾਲਿਆ। ਕੀ ਕਰ ਰਿਹਾ ਇੱਥੇ ਪਿੱਛੇ? ਜਾਣੀ ਕਿ ਵੀ ਪਰਮਾਤਮਾ ਨੇ ਤੈਨੂੰ ਨਜ਼ਰਾਂ ਚ ਕਰਕੇ ਦਿਖਾ ਦਿੱਤਾ ਵੀ ਜਾਣੀ ਕਿ ਵੀ ਹਰੀ ਤੋਂ ਬਿਨਾਂ ਹੋਰ ਕੋਈ ਹੈ ਨਹੀਂ ਇੱਥੇ। ਦੂਸਰੀ ਲਾਈਨ ਚ ਇਹ ਕਰ ਰਿਹਾ। ਇਸੇ ਤਰ੍ਹਾਂ ਤੀਸਰੀ ਲਾਈਨ ਚ ਫਿਰ ਇਹ ਵਿਸ਼ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ, ਦੈਟ ਇਜ਼ ਦ ਰਿਐਲਿਟੀ। ਉਹ ਠੀਕ ਆ ਵੀ ਹਰੀ ਰੂਪ ਨਜ਼ਰੀ ਆਇਆ, ਤੇ ਕਿਸ ਤਰ੍ਹਾਂ ਨਜ਼ਰੀ ਆ ਗਿਆ ਸਾਨੂੰ ਹਰੀ ਰੂਪ? ਜਾਣੀ ਕਿ ਪਹਿਲੀ ਤਿੰਨਾਂ ਲਾਈਨਾਂ ਵਿੱਚ ਜਿਹੜਾ ਪ੍ਰੋਸੈਸ ਹੈਗਾ ਵੀ ਸਾਨੂੰ ਦਿਸਦਾ ਸੰਸਾਰ ਜਿਹੜਾ ਸਾਨੂੰ ਬਾਹਰਲੀਆਂ ਅੱਖਾਂ ਨਾਲ ਜਿਹੜਾ ਵਖਰੇਵਾਂ ਲੱਗਦਾ ਹੈਗਾ, ਵੀ ਰਿਐਲਿਟੀ ਤੋਂ ਉਹਦਾ ਹੀ ਰੂਪ ਹੈਗਾ, ਉਹ ਤਾਂ ਸਾਨੂੰ ਪਤਾ ਲੱਗਿਆ। ਇਹ ਪਹਿਲੀ ਤਿੰਨਾਂ ਲਾਈਨਾਂ ਜਾਣੀ ਕਿ ਵੀ ਲਿਟਰਲੀ ਜੇ ਟ੍ਰਾਂਸਲੇਸ਼ਨ ਉਹਦੀ ਕਰਨੀ ਹੋਵੇ ਰਾਦਰ ਦੈਨ ਓਵਰਆਲ ਕਨਸੈਪਟ ਦੀ, ਤਾਂ ਅਸੀਂ ਕਿਸ ਤਰ੍ਹਾਂ ਸਮਝਾਵਾਂਗੇ? ਐਟਲੀਸਟ ਆਈ ਕੈਨ ਅੰਡਰਸਟੈਂਡ ਦ ਡਿਫਿਕਲਟੀ ਫॉर अ ਬਿਗਿਨਰ। ਤੇ ਪਿੱਛੇ ਕੀ ਕਹਿ ਰਿਹਾ ਲਾਈਨਾਂ ਦੇ? ਮੈਂ ਇਹ ਕਹਿਣ ਦਾ ਭਾਵ ਮੇਰਾ ਸੀਗਾ ਪਿੱਛੇ। ਰਾਈਟ। ਹਾਂਜੀ ਡਾਕਟਰ ਸਾਹਿਬ ਜੀ, ਆਪਾਂ ਨੂੰ ਤਾਂ ਗੁਰੂ ਮਹਾਰਾਜ ਜੀ ਉਪਦੇਸ਼ ਦੁਆਰਾ ਸੰਬੋਧਨ ਕਰਦੇ ਨੇ ਕਿ ਦੇਖ ਭਾਈ ਤੂੰ ਅੱਖਾਂ ਨੂੰ ਕੀ ਸਮਝਦਾ ਹੈ ਕਿ ਇਹਦੇ ਨਾਲ ਜੋ ਦੇਖਦਾ ਇਹ ਸੱਚ ਹੈ। ਤੇ ਗੁਰੂ ਮਹਾਰਾਜ ਜੀ ਕਹਿੰਦੇ ਦੇਖ, ਤੇਰੇ ਅੰਦਰ ਦੇਖਣ ਦੀ ਸ਼ਕਤੀ ਜਿਹੜੀ ਹੈ ਉਹ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ, ਔਰ ਇਹ ਸ਼ਕਤੀ ਜਿਹੜੀ ਹੈ ਪਰਮਾਤਮ ਜੋਤ ਕਰਕੇ ਤੇਰੇ ਅੰਦਰ ਹਾਜ਼ਰ ਨਾਜ਼ਰ ਹੈ। ਇਸ ਕਰਕੇ ਸਮਝਾਉਣਾ ਕਰੀ ਜਾਂਦੇ ਨੇ ਹਰ ਬਿਨ ਅਵਰ ਨਾ ਦੇਖੋ ਕੋਈ। ਇਹ ਜਿਹੜਾ ਸੰਸਾਰ ਤੂੰ ਦੇਖਦਾ ਹੈ ਅੱਖਾਂ ਦੇ ਨਾਲ, ਜੋ ਅਨੁਭਵ ਕਰਦਾ ਹੈ, ਭੌਤਿਕ ਰੂਪ ਦੇ ਵਿੱਚ ਵੇਖਦਾ ਹੈ, ਇਹਦੇ ਪਿੱਛੇ ਇੱਕ ਸੂਖਮ ਤੱਤ ਆ ਜਿਹਦੀ ਵਜ੍ਹਾ ਕਰਕੇ ਤੇਰੀਆਂ ਅੱਖਾਂ ਵੀ ਕੰਮ ਕਰਦੀਆਂ ਨੇ। ਇਸ ਕਰਕੇ ਅਸਲੀਅਤ ਨੂੰ ਪਛਾਣ ਕੇ, ਤੱਤ ਨੂੰ ਜਾਣ ਕੇ, ਸੂਖਮ ਤੱਤ ਨੂੰ ਪਛਾਣ ਕੇ ਤੂੰ ਸਾਰਿਆਂ ਦੇ ਵਿੱਚ ਪਰਮਾਤਮਾ ਨੂੰ ਹੀ ਹਾਜ਼ਰ ਨਾਜ਼ਰ ਵੇਖਣਾ ਹੈ। ਫੇਰ ਸੰਬੋਧਨ ਕਰਦੇ ਨੇ, ਕਿਉਂਕਿ ਗੁਰੂ ਮਹਾਰਾਜ ਨੇ ਉਹੀ ਗੱਲ ਨੂੰ ਬਾਰ-ਬਾਰ ਹੈਮਰ ਕਰਨਾ ਹੈ ਸੁਰਤੀ ਵਿੱਚ, ਤਾਂ ਕਿ ਅਸੀਂ ਭੁੱਲ ਨਾ ਜਾਈਏ ਕਿ ਸੰਦੇਸ਼ ਕੀ ਹੈ। ਹਰ ਬਿਨ ਅਵਰ ਨਾ ਦੇਖੋ ਕੋਈ। ਮੇਰਾ ਤੁਹਾਨੂੰ ਉਪਦੇਸ਼ ਹੈ ਕਿ ਹਰੀ ਤੋਂ ਬਿਨਾਂ ਹਰ ਕਿਣਕੇ ਦੇ ਵਿੱਚ ਕਿਸੇ ਦੂਸਰੇ ਨੂੰ ਨਹੀਂ, ਹਰੀ ਨੂੰ ਹੀ ਅਨੁਭਵ ਕਰਨਾ ਹੈ। ਨਦਰੀ ਹਰ ਨਿਹਾਲਿਆ, ਨਦਰੀ ਮੀਨਜ਼ ਅੱਖਾਂ ਨਾਲ, ਨਿਹਾਲਿਆ ਮੀਨਜ਼ ਵੇਖੋ। ਕੇਵਲ ਤੇ ਕੇਵਲ ਹਰ ਚੀਜ਼ ਦੇ ਵਿੱਚ ਪਰਮਾਤਮਾ ਨੂੰ ਹੀ ਆਪਣੀ ਦਿਵ ਦ੍ਰਿਸ਼ਟੀ ਨਾਲ, ਆਪਣੀ ਅੰਦਰਲੀ ਅੱਖ ਨਾਲ ਵੇਖੋ। ਇਹ ਵਿਸ਼ ਸੰਸਾਰ ਤੁਮ ਦੇਖਦੇ, ਜਿਹੜਾ ਵਿਸ਼ਵ ਰੂਪ ਸੰਸਾਰ ਭਾਵ ਸਰਗਣ ਸਰੂਪ ਤੁਸੀਂ ਵੇਖਦੇ ਹੋ, ਇਹ ਹਰ ਕਾ ਰੂਪ ਹੈ। ਜਦੋਂ ਅਸੀਂ ਦਿਵ ਦ੍ਰਿਸ਼ਟੀ ਨਾਲ ਦੇਖਾਂਗੇ ਤਾਂ ਸਾਨੂੰ ਹਰ ਕਿਣਕੇ ਦੇ ਵਿੱਚ, ਹਰ ਦੁਨੀਆ ਦੇ ਕਿਣਕੇ ਕਿਣਕੇ ਦੇ ਅੰਦਰ ਪਰਮਾਤਮ ਜੋਤ ਲਹਿਰ ਦੀ ਨਜ਼ਰ ਆਊਗੀ। ਇਸ ਕਰਕੇ ਹਰੀ ਦਾ ਹੀ ਰੂਪ ਹੈ। ਤੇ ਜੇ ਅੰਦਰੋਂ ਤੱਤ ਨੂੰ ਪਛਾਣ ਲਓਗੇ, ਅਨੁਭਵ ਦੀ ਅੱਖ ਨਾਲ ਵੇਖੋਗੇ, ਗੁਰੂ ਦੇ ਗਿਆਨ ਦੁਆਰਾ ਜਾਗ ਜਾਓਗੇ, ਤਾਂ ਹਰ ਕਿਣਕੇ ਦੇ ਵਿੱਚ ਪਰਮਾਤਮਾ ਹੀ ਵਸਦਾ ਹੋਇਆ ਨਜ਼ਰ ਆਊਗਾ। ਪਰ ਗੱਲ ਉਦੋਂ ਬਣੂਗੀ, ਇਹ ਉਪਦੇਸ਼ ਜਿਹੜਾ ਆ ਤਾਂ ਹੀ ਕਾਰਗਰ ਹੋਊਗਾ ਜੇ ਗੁਰੂ ਤੋਂ ਇਹ ਮੱਤ ਗ੍ਰਹਿਣ ਕਰ ਲਈ। ਤੇ ਗੁਰੂ ਮਹਾਰਾਜ ਜੀ ਮੱਤ ਦੇ ਹੀ ਰਹੇ ਨੇ ਇਸ ਪੌੜੀ ਵਿੱਚ ਵੀ
ਕਿ ਤੇਰਾ ਸਾਰਾ ਸਿਸਟਮ, ਤੇਰੀ ਜਿੰਨੀ ਵੀ ਸਰੀਰਕ ਕਿਰਿਆ, ਮਾਨਸਿਕ ਕਿਰਿਆ, ਸੁਰਤੀ ਦੀ ਕਿਰਿਆ, ਇਹ ਜੋਤ ਦੁਆਰਾ ਹੀ ਚੱਲਦੀ ਹੈ। ਇਸ ਕਰਕੇ ਜੋਤ ਨੂੰ ਚੇਤੇ ਰੱਖ ਕੇ ਉਹਨੂੰ ਆਪਣੇ ਜੀਵਨ ਦਾ ਧੁਰਾ ਬਣਾ ਕੇ ਫਿਰ ਸਾਰੇ ਕਾਰਜ ਤੂੰ ਕਰਨੇ ਨੇ। ਤੇ ਚੇਤੇ ਰੱਖਣਾ ਹੈ, ਜੇ ਅੱਖਾਂ ਵੀ ਕੰਮ ਕਰਦੀਆਂ ਨੇ ਪਰਮਾਤਮ ਜੋਤ ਕਰਕੇ, ਪਰਮਾਤਮ ਜੋਤ ਹਰ ਕਿਣਕੇ ਦੇ ਵਿੱਚ ਸਮਾਈ ਹੋਈ ਹੈ। ਇਸ ਕਰਕੇ ਤੈਨੂੰ ਬਾਰ-ਬਾਰ ਇਹੀ ਉਪਦੇਸ਼ ਹੈ ਕਿ ਦੁਐਲਿਟੀ ਚੋਂ ਬਾਹਰ ਨਿਕਲ ਕੇ, ਦੂਈ ਦਵੈਤ ਛੱਡ ਕੇ, ਮਾਇਆ ਦੀ ਅੱਖਾਂ ਦੇ ਵਿੱਚੋਂ ਮਮਤਾ ਨੂੰ ਛੱਡ ਕੇ ਦਿਵ ਦ੍ਰਿਸ਼ਟੀ, ਉਹ ਵਿਵੇਕ ਬੁੱਧੀ ਜਿੱਥੇ ਤੁਹਾਨੂੰ ਸੋਚਣ ਦੀ ਲੋੜ ਨਹੀਂ ਪੈਂਦੀ, ਜਿੱਥੇ ਆਪ ਮੁਹਾਰੇ ਸਹਿਜ ਗਿਆਨ ਅੰਦਰੋਂ ਪ੍ਰਗਟ ਹੋ ਜਾਂਦਾ ਹੈ। ਗਲਤ ਕੀ ਹੈ, ਸਹੀ ਕੀ ਹੈ, ਝੂਠ ਕੀ ਹੈ, ਸੱਚ ਕੀ ਹੈ, ਇਹ ਵਿਵੇਕ ਬੁੱਧੀ ਤੁਹਾਡੇ ਅੰਦਰ ਪ੍ਰਵੇਸ਼ ਕਰ ਜਾਂਦੀ ਹੈ। ਭਾਵ ਤੁਸੀਂ ਅੰਦਰਲੀ ਅੱਖ ਵਿਵੇਕ ਬੁੱਧੀ ਵਾਲੇ ਹੋ ਜਾਂਦੇ ਹੋ। ਪਰ ਹੁੰਦਾ ਇਹ ਕੇਵਲ ਤੇ ਕੇਵਲ ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ, ਅਮਲੀ ਜਾਮਾ ਪਹਿਨਾ ਕੇ ਤੇ ਉਸ ਅਨੁਸਾਰੀ ਹੋ ਕੇ ਆਪਣਾ ਜੀਵਨ ਜਦੋਂ ਅਸੀਂ ਬਸਰ ਕਰਦੇ ਹਾਂ ਤਾਂ ਆਨੰਦ ਵੱਲ ਨੂੰ ਆਪਾਂ ਚੱਲਦੇ ਹਾਂ। ਥੈਂਕ ਯੂ ਕੁਲਵੰਤ ਸਿੰਘ ਜੀ। ਆਈ ਸਭ ਥਿੰਕ ਤੋਂ ਵੱਡੀ ਗੱਲ ਤਾਂ ਮੈਂ ਜਿਹੜੀ ਸੋਚਦੀ ਆ ਕਿ ਜਿਹੜੀ ਦਿਵ ਦ੍ਰਿਸ਼ਟੀ ਆ, ਜਿਹੜੀ ਮੋਨਾ ਨੇ ਬਹੁਤ ਸੋਹਣਾ ਕਿਹਾ, ਅਨੁਭਵਤਾ ਦੀ ਗੱਲ ਆ। ਜਦੋਂ ਅਸੀਂ ਜੀਵ ਆਪਣੇ ਆਪ ਨੂੰ ਹੀ ਸਭ ਤੋਂ ਪਹਿਲਾਂ ਅਨੁਭਵਤਾ ਸਾਡੀ, ਉਹ ਸਰੀਰ ਨੂੰ ਸਾਡੇ ਨੂੰ ਪਹਿਲਾਂ ਕਿਹਾ ਹੋਇਆ, ਅਸੀਂ ਇਹੀ ਅਨੁਭਵ ਨਾ ਕਰੀਏ ਕਿ ਸਾਡੇ ਵਿੱਚ ਉਹ ਜੋਤ ਕੰਮ ਕਰ ਰਹੀ ਆ ਸਭ ਕੁਛ। ਆਈ ਥਿੰਕ ਸਾਰੇ ਪਾਸੇ ਤਾਂ ਅਸੀਂ ਹਰੇਕ ਕਿਣਕੇ ਵਿੱਚ ਤਾਂ ਦੇਖਣਾ ਇੱਕ ਪਾਸੇ ਰਿਹਾ, ਅਸੀਂ ਆਪਣੇ ਆਪ ਤੋਂ ਹੀ ਨਹੀਂ ਸ਼ੁਰੂ ਕਰ ਸਕਦੇ। ਇਹ ਜਿਹੜੀ ਦਿਵ ਦ੍ਰਿਸ਼ਟੀ ਆ, ਅਨੁਭਵਤਾ ਦੀ ਦ੍ਰਿਸ਼ਟੀ ਆ, ਕਿ ਮੈਂ ਆਪਣੇ ਵਿੱਚੋਂ ਅਸਲੀ ਆਪਾ ਪਛਾਣਾ ਕਿ ਮੈਂ ਅਸਲੀ ਮੈਂ ਕੀ ਚੀਜ਼ ਆ, ਕੌਣ ਆ ਮੈਂ ਅਸਲ ਵਿੱਚ। ਮਾਇਆ ਦੇ ਵਿੱਚ ਤਾਂ ਫਸਣਾ ਹੈ ਹੀ ਸਾਡਾ, ਇਹਦੇ ਵਿੱਚੋਂ ਨਿਕਲਣਾ ਬਹੁਤ ਔਖਾ। ਪਰ ਇਹ ਦਿਵ ਦ੍ਰਿਸ਼ਟੀ ਆਪਣੇ ਆਪ ਤੇ ਨਹੀਂ, ਅਸੀਂ ਅਨੁਭਵਤਾ ਨਹੀਂ ਸ਼ੁਰੂ ਹੁੰਦੀ ਐਕਸਟੈਂਡ ਕਰਨੀ ਤਾਂ ਇੱਕ ਪਾਸੇ ਰਹੀ। ਇਟ ਇਜ਼ ਵੈਰੀ ਵੈਰੀ ਹੈ ਨਾ ਬਿਖਮ ਮਾਰਗ। Another way of looking at it is, ਆਪਾਂ ਨੂੰ ਇੱਕ ਸੁਨੇਹਾ ਦਿੱਤਾ ਹੋਇਆ, ਹਾਂਜੀ, ਆਪ ਪਛਾਣੇ ਤਾਂ ਸੌ ਜਾਣੇ ਜੀ, ਔਰ ਕੈਸੀ ਚਤੁਰਾਈ। ਬਸ ਆ ਹੈ ਜਿੰਨੀ ਹੋ ਜਾਣੇ ਜੀ ਅੰਦਰ ਤੋਂ ਸ਼ੁਰੂ ਹੁੰਦੀ ਹੈ, ਕਿਉਂਕਿ ਦਿਵ ਦ੍ਰਿਸ਼ਟੀ ਦਾ ਅਨੁਭਵ ਮੇਰੀ ਸੁਰਤੀ ਨੇ ਕਰਨਾ ਹੈ। ਤੇ ਇਹ ਉਪਦੇਸ਼ ਗੁਰਬਾਣੀ ਵਿੱਚ ਇੱਥੇ ਵੀ ਗੁਰੂ ਮਹਾਰਾਜ ਜੀ ਸਾਨੂੰ ਉਹੀ ਜੁਗਤੀ ਦੱਸਦੇ ਨੇ, ਜਿਸ ਦੁਆਰਾ ਜਦੋਂ ਤੁਸੀਂ ਆਪਣੇ ਆਪ ਨੂੰ ਪਛਾਣ ਲਿਆ, ਕਿਉਂਕਿ ਮੈਂ ਰਾਮ ਦੀ ਅੰਸ਼ ਹਾਂ, ਜਦੋਂ ਮੈਂ ਆਪਣੀ ਅਸਲੀਅਤ ਨੂੰ ਪਛਾਣ ਲਿਆ, ਮੈਂ ਪਰਮਾਤਮਾ ਨੂੰ ਪਛਾਣ ਲਿਆ। ਪਰ ਜਿੰਨਾ ਚਿਰ ਮੈਂ ਆਪਣੇ ਆਪ ਨੂੰ ਨਹੀਂ ਪਛਾਣਿਆ, ਓਨੀ ਦੇਰ ਤੱਕ ਮੈਂ ਲੈਕਚਰ ਤਾਂ ਬਹੁਤ ਦੇ ਸਕਦਾ, ਦੁਨੀਆ ਦੇ ਵਿੱਚ ਕਥਾਵਾਚਕ ਗਿਆਨੀ ਬਣ ਸਕਦਾ, ਪਰ ਅਨੁਭਵੀ ਪੁਰਸ਼ ਨਹੀਂ ਬਣ ਸਕਦਾ। ਇਸ ਕਰਕੇ ਐਕਸਪੈਰੀਮੈਂਟ ਕਰਨ ਲਈ ਇਹ ਲੈਬ ਆ, ਆਪਣੇ ਅੰਦਰੋਂ ਹੀ ਲੱਭਣਾ। ਇਸ ਕਰਕੇ ਬਾਰ-ਬਾਰ ਆਪਾਂ ਨੂੰ ਗੱਲ ਸਮਝਾਈ ਜਾਂਦੀ ਹੈ, ਬਾਹਰ ਟੋਲੇ ਸੋ ਭਰਮ ਭੁਲਾਈ, ਸਭ ਕੁਛ ਘਰ ਮੈਂ ਬਾਹਰ ਨਹੀਂ, ਬਾਹਰ ਟੋਲੇ ਸੋ ਭਰਮ ਭੁਲਾਈ। ਇਹ ਅੰਦਰ ਦੀ ਖੋਜ ਹੈ ਜੀ। ਇਸੇ ਕਰਕੇ ਜਿਹੜੀਆਂ ਗਿਆਨ ਇੰਦਰੀਆਂ ਦੀ ਵੀ ਅੱਗੇ ਗੱਲ ਆ ਜਾਣੀ ਆ, ਬਾਹਰਮੁਖੀ ਰਹਿੰਦੀਆਂ ਨੇ ਅਗਿਆਨਤਾ ਵਿੱਚ। ਇਹ ਭਰਮ ਨੂੰ ਦੂਰ ਕਰਨਾ, ਅਗਿਆਨਤਾ ਨੂੰ ਦੂਰ ਕਰਨਾ ਤੇ ਆਪਣੇ ਅੰਦਰੋਂ ਲੱਭ ਲੈਣਾ ਸਹਿਜ ਵਿੱਚ ਆ ਕੇ, ਤਾਂ ਫਿਰ ਆਪਾਂ ਨੂੰ ਆਨੰਦ ਦੀ ਥੋੜੀ ਥੋੜੀ ਪ੍ਰਾਪਤੀ ਦਾ ਝਲਕਾ ਜਿਹੜਾ ਉਹ ਵੱਜਦਾ ਹੈ। ਸੋ ਪਛਾਣਨਾ ਆਪਣੇ ਆਪ ਨੂੰ ਹੀ, ਆਪਣੀ ਅਸਲੀਅਤ ਨੂੰ। ਇਸੇ ਬਾਰੇ ਗੁਰਬਾਣੀ ਬਾਰ-ਬਾਰ ਆਪਾਂ ਨੂੰ ਇਹ ਸਮਝਾਉਂਦੀ ਹੈ, ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਵੀ ਮੈਂ ਦਿਖਲਾਇਆ ਥਾ। ਇਹ ਸਾਰੀ ਚੀਜ਼ ਅੰਦਰੋਂ ਹੀ ਆਪਾਂ ਨੂੰ ਅਨੁਭਵ ਹੋਣੀ ਹੈ। ਸੋ ਬਾਹਰ ਜਾਣ ਦੀ ਲੋੜ ਨਹੀਂ ਹੈ। ਗੁਰੂ ਮਹਾਰਾਜ ਜੀ ਕਹਿੰਦੇ ਆ, ਘਰ ਬੈਠਿਆਂ ਗੁਰੂ ਧਿਆਈਏ। ਆਪਣੇ ਅੰਦਰ ਹੈ ਜੀ ਸਾਰਾ ਨਾਮ ਦਾ ਦਾਨਿ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇਸ ਕਾ ਵਿਸਰਾਮ। ਇਹਨੂੰ ਇੱਥੋਂ ਹੀ ਤਾਂ ਲੱਭਣਾ, ਦੇਹੀ ਵਿੱਚੋਂ। ਮੇਰੀ ਅਸਲੀਅਤ ਜਿਹੜੀ ਹੈ, ਉਹ ਮੇਰਾ ਅਸਲੀ ਰੂਪ, ਜਿਹੜੀ ਮੇਰੀ ਆਵਾਜ਼ ਵਿੱਚ ਬੋਲਦਾ, ਮੇਰੀ ਸੁਰਤੀ ਦੁਆਰਾ ਸੁਣਦਾ,
ਮੇਰੀ ਦਿਵ ਦ੍ਰਿਸ਼ਟੀ ਦੁਆਰਾ ਪੂਰੇ ਜਗਤ ਨੂੰ ਵੇਖਦਾ ਹੈ, ਉਹ ਨਾਮ ਦਾ ਹੀ ਰੂਪ ਰੰਗ ਆ ਤੇ ਨਾਮ ਹੀ ਮੈਨੂੰ ਬੁਲਾਉਂਦਾ ਹੈ, ਨਾਮ ਹੀ ਮੈਂ, ਨਾਮ ਦੀ ਬਦੌਲਤ ਮੈਂ ਸੁਣਦਾ, ਨਾਮ ਦੀ ਬਦੌਲਤ ਮੈਂ ਦੁਨੀਆ ਨਾਲ ਇੰਟਰੈਕਟ ਕਰਦਾ। ਇਹਨੂੰ ਆਪਣੇ ਅੰਦਰੋਂ ਲੱਭ ਲੈਣਾ, ਉਹਦੀ ਖੋਜ ਜਿਹੜੀ ਆ ਉਹ ਗੁਰਬਾਣੀ ਦੁਆਰਾ ਆਪਾਂ ਨੂੰ ਦਰਸਾਈ ਹੈ ਜੀ। ਥੈਂਕ ਯੂ। ਸਿਮਰ ਜੀ ਮੈਂ ਕਹਿਣਾ ਸੀਗਾ ਦੇ ਵਨ ਆਫ ਦਾ ਵਰਡ ਜਿਹੜਾ ਦਿਵ ਦ੍ਰਿਸ਼ਟੀ ਨੂੰ ਯੂਜ਼ ਕੀਤਾ ਜਾਂਦਾ ਉਹ ਦਿਵਯ ਦ੍ਰਿਸ਼ਟੀ। ਕਿਹੜੀ? ਦਿਵਯ ਦ੍ਰਿਸ਼ਟੀ ਹਿੰਦੀ ਚ ਕਹਿੰਦੇ ਨੇ ਦਿਵਯ ਦ੍ਰਿਸ਼ਟੀ ਮੀਨਸ ਦੇਵੀ ਗੁਣਾ ਕਰਕੇ ਜਿਹੜੀ ਤੁਹਾਡੀ ਨਜ਼ਰ ਹੋ ਜਾਂਦੀ ਹੈ, ਦ੍ਰਿਸ਼ਟੀ ਹੋ ਜਾਂਦੀ ਹੈਗੀ ਆ। ਜਾਣੀ ਕਿ ਜਦੋਂ ਦੇਵੀ ਗੁਣ ਅੰਦਰ ਆਉਂਦੇ ਹੈਗੇ ਆ ਤਾਂ ਸਾਡੇ ਚ ਐਕਸਰੇ ਅੱਖਾਂ ਵਾਂਗ ਜਾਣੀ ਕਿ ਜਿਹੜੀ ਬੋਡੀ ਦੇ ਥਰੂ ਲੰਘ ਜਾਂਦੀਆਂ ਤਾਂ ਸਾਡਾ ਆਪਣਾ ਆਪ ਪਛਾਣ ਲੈਂਦੀਆਂ ਜਾਂ ਐਬਸੋਲੂਟ ਜਿਹੜਾ ਨਾ ਉਹਨੂੰ ਪਰਖ ਲੈਂਦੀਆਂ ਹੈਗੀਆਂ ਕਿ ਮੈਂ ਸਰੀਰ ਨਹੀਂ ਹੈਗਾ ਤੇ ਮੈਂ ਵੀ ਜੋਤ ਹੈਗਾ ਐਂਡ ਸੋ ਔਨ। ਜਾਣੀ ਕਿ ਜਿਸ ਤਰ੍ਹਾਂ ਸੰਤੋਖ ਸਿੰਘ ਨੇ ਕਿਹਾ ਜਿਹੜੀ ਚੀਜ਼ ਗੁਪਤ ਹੈਗੀ ਆ ਸਾਨੂੰ ਉਹਨੂੰ ਵੀ ਜਾਣੀ ਕਿ ਉਹ ਵੀ ਦੱਸਣ ਲੱਗ ਪੈਂਦੀ ਹੈਗੀ ਆ। ਸੋ ਉਹ ਹੈਗੀ ਹੈ ਦਿਵਯ ਦ੍ਰਿਸ਼ਟੀ, ਜਾਣੀ ਕਿ ਹੁੰਦੀ ਉਦੋਂ ਹੀ ਆ ਜੋ ਦੇਵੀ ਗੁਣ ਅੰਦਰ ਸਾਡੇ ਆਉਂਦੇ ਹੈਗੇ ਆ। ਉਹੀ ਗੱਲ ਹੈ ਜਿਹੜੀ ਵੰਸ਼ ਸਿੰਘ ਨੇ ਕਹਿ ਕੇ ਗਏ ਜਾਣੀ ਕਿ ਇਨ ਪ੍ਰੋਜ਼ ਪੇਨ ਸੰਖੇਪ ਸਿਰਫ ਇਹੀ ਹੈਗੀ ਹੈ ਦੇਵੀ ਗੁਣਾਂ ਦੇ ਨਾਲ ਸਾਡੀ ਸਹਿਜ ਅਵਸਥਾ ਬਣਦੀ ਹੈ। ਸਹਿਜ ਅਵਸਥਾ ਤੋਂ ਬਾਅਦ ਉਹਦੀ ਮਿਹਰ ਕਰਕੇ ਸਾਨੂੰ ਉਹਦਾ ਪ੍ਰਕਾਸ਼ ਹੁੰਦਾ ਹੈਗਾ, ਜਿਹਦੇ ਕਰਕੇ ਵਿਵੇਕ ਬੁੱਧੀ ਜਾਗਦੀ ਹੈ, ਜਿਹਦੇ ਕਰਕੇ ਸਾਡੀਆਂ ਤੀਸਰੀ ਅੱਖਾਂ ਜਾਂ ਐਕਸਰੇ ਅੱਖਾਂ ਹੋ ਜਾਂਦੀਆਂ, ਜਿਹਦੇ ਨਾਲ ਅਸੀਂ ਸਭ ਕੁਝ ਪਰਖ ਲੈਂਦੇ ਹਾਂ, ਦੇਖ ਲੈਂਦੇ ਹਾਂ, ਜਿਹੜੀ ਚੀਜ਼ਾਂ ਪਹਿਲਾਂ ਗੁਪਤ ਸੀਗੀ ਐਂਡ ਸੋ ਔਨ। I think that's the best way ਵੀਰ ਜੀ ਤੁਸੀਂ ਜਿਵੇਂ ਐਕਸਪਲੇਨ ਕੀਤਾ ਕਿ ਜਿਹੜਾ ਇਸ ਨੂੰ ਪਛਾਣਨ ਦੀ, ਅਸਲੇ ਨੂੰ ਪਛਾਣਨ ਦੀ ਜਿਹੜੀ ਗੱਲ ਹੈ, ਦੇਵੀ ਗੁਣਾਂ ਨੂੰ ਡਿਵੈਲਪ ਕਰਨਾ ਸ਼ੁਰੂ ਕਰੀਏ। ਜਾਂ ਕਈਆਂ ਨੇ ਕੀਤੇ ਹੀ ਹੋਏ ਨੇ, ਬਹੁਤ ਨੇ। ਤਾਂ ਡਿਵੈਲਪ ਕਰਨਾ ਮਤਲਬ ਕਿ ਅੰਦਰ ਵਸਾਈਏ, ਉਹਦਾ ਅਸਰ ਪ੍ਰਵਾਨ ਕਰੀਏ ਤਾਂ ਕਿ ਸਾਡੇ ਸਰੀਰ 'ਚ ਲਾਗੂ ਹੋਣਾ ਸ਼ੁਰੂ ਹੋ ਜਾਏ। ਕਿਉਂ ਜਾਣੀ ਕਿ ਜਿਉਂ-ਜਿਉਂ ਸਾਡੇ ਗੁਣ ਅੰਦਰ ਵਸਣਗੇ ਨਾ, ਉਹਦੀ ਮਿਹਰ ਦੇ ਨਾਲ ਸਾਨੂੰ ਜਿਸ ਤਰ੍ਹਾਂ ਦਿਵਯ ਦ੍ਰਿਸ਼ਟੀ ਦੀ ਗੱਲ ਹੈਗੀ, ਇਸੇ ਤਰ੍ਹਾਂ ਜਿਹੜੀ ਵਿਵੇਕ ਬੁੱਧੀ ਹੌਲੀ ਜਾਣੀ ਕਿ ਨਾ ਪੀ ਸ਼ੁਰੂ ਹੁੰਦੀ ਹੈਗੀ ਹੈ ਐਂਡ ਸੋ ਔਨ। whenever it is going to happen, it's going to happen, you know, that's beyond us, but start ਉਦੋਂ ਹੀ ਹੋਣਾਗਾ ਜੋ ਦੇਵੀ ਗੁਣ ਅੰਦਰ ਵਸਣੇ ਸ਼ੁਰੂ ਹੋ ਜਾਣਗੇ। Thank you very much, Dr. Saab. I think that gives a little bit answer to me ਕਿ ਅਨੁਭਵਤਾ ਆਪਾਂ ਪਛਾਣਨਾ, ਇਹਦਾ ਰਸਤਾ ਕਿੱਧਰੋਂ ਸ਼ੁਰੂ ਕਰੀਏ। ਦੇਖੋ ਜੀ ਸਾਨੂੰ ਸਰੀਰ ਦੇ ਅੰਦਰ ਕੁਝ ਨਹੀਂ ਦਿਸਦਾ। ਜੇ ਆਪਾਂ ਐਕਸਰੇ ਦੇ ਮੂਹਰੇ ਖੜੇ ਹੋਵਾਂਗੇ ਤਾਂ ਐਕਸਰੇ ਸਰੀਰ ਦੇ ਵਿੱਚ ਥਰੂ ਲੰਘ ਜਾਂਦੀਆਂ, ਜਿੱਥੋਂ ਨਹੀਂ ਲੰਘਦੀਆਂ ਉਹਦਾ ਪਰਛਾਵਾਂ ਹੀ ਦਿਸਦਾ ਸਾਨੂੰ, ਹੱਡੀਆਂ ਹੀ ਦਿਸਦੀਆਂ ਹੈਗੀਆਂ ਜਿੱਥੇ ਜਾਣੀ ਕਿ ਨਹੀਂ ਲੰਘਦੀਆਂ ਉਹ ਐਂਡ ਸੋ ਔਨ। ਇਸੇ ਤਰ੍ਹਾਂ ਹੀ ਜਿਹੜੀ ਨਾ ਦਿਵਯ ਦ੍ਰਿਸ਼ਟੀ ਹੈਗੀ ਆ, ਉਹ ਐਸੀ ਪੀਅਰਸਿੰਗ ਕਹਿ ਲਓ ਤੁਸੀਂ ਨਜ਼ਰ ਹੈਗੀ ਆ ਜਿਹੜੀ ਤੁਹਾਡੇ ਥਰੂ ਦੇਖ ਲੈਂਦੀ ਹੈ ਅੰਦਰੋਂ ਕੀ ਹੈਗਾ ਐਜ਼ ਇਟ ਵਰ। ਦੂਜਾ ਨੇ ਆਪਾਂ ਨੂੰ ਗੱਲ ਦੱਸੀ ਹੈ, ਅੱਖੀਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ। ਉਹ ਸਾਰਾ ਜਿੰਨਾ ਵੀ ਸ਼ਲੋਕ ਹੈ ਨਾ ਜੀ, ਉਹਦੇ ਵਿੱਚ ਸਾਰੀ ਗੱਲ ਦੱਸੀ ਹੋਈ ਹੈ। ਉਹ ਹੈ ਸਹਿਜ ਗਿਆਨ, ਉਹ ਹੈ ਵਿਵੇਕ ਬੁੱਧੀ, ਉਹ ਹੈ ਦਿਵ ਦ੍ਰਿਸ਼ਟੀ, ਜਿਹਦੇ ਵਿੱਚ ਸੁਰਤ ਜਿਹੜੀ ਹੈ ਇੰਨੀ ਅਵੇਕੰਡ ਹੋ ਜਾਂਦੀ ਹੈ ਕਿ ਫਿਰ ਆ ਭੌਤਿਕ ਬੈਰੀਅਰ ਜਿਹੜੇ ਆ ਖਤਮ ਹੋ ਜਾਂਦੇ ਆ। ਪਰ ਇਹ ਸੁਰਤ ਅਵੇਕਣ ਦੀ ਐਫਰਟ ਕਿਵੇਂ ਕਰਨੀ ਆ? ਉਹ ਮੇਰਾ ਖਿਆਲ ਆ ਜਿਵੇਂ ਵੀਰ ਜੀ ਕਹਿੰਦੇ ਨੇ ਦੇਵੀ ਗੁਣ ਜਦੋਂ ਅਪਣਾਉਣੇ ਸ਼ੁਰੂ ਕਰੀਏ, ਜਾਂ ਸੁਰਤੀ ਨੂੰ ਕਿਵੇਂ ਉਹਦੇ ਸ਼ਰਮ ਆਪਣੇ ਸ਼ਰਮ ਖੰਡ 'ਚ ਇਹ ਕਹਿੰਦੇ ਨਾ ਵੀ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਹਾਂਜੀ, ਉਹ ਦੇਵੀ ਗੁਣਾਂ ਨਾਲ ਹੀ ਹੋਣੀ ਆ। ਮਿਹਨਤ ਆਪਾਂ ਨੂੰ ਕਰਨੀ ਪੈਣੀ ਹੈ। ਮਤਲਬ ਭੁੱਖ ਲੱਗੂਗੀ ਤਾਂ ਤੁਰਾਂਗੇ, ਭੁੱਖ ਲੱਗੀ ਜਾਵੇ ਕਨਸਟੈਂਟ ਤਾਂ ਬੰਦਾ ਤੁਰਿਆ ਰਹਿੰਦਾ ਖੋਜ ਵਿੱਚ। ਜੇ ਮਨ ਦੇ ਵਿੱਚ ਭੁੱਖ ਹੀ ਹੈ ਨਹੀਂ ਗੀ ਤਾਂ ਭੁੱਖ ਤੋਂ ਬਗੈਰ ਤਾਂ ਆਪਾਂ ਕੁਝ ਕਰਨਾ ਹੀ ਨਹੀਂਗਾ। ਜੇ ਮਨ 100% ਨੀਡੀ ਆ ਤਾਂ ਫਿਰ ਖੋਜ ਵੱਲ ਨੂੰ ਤੁਰਦਾ ਹੈ। ਹਾਂਜੀ, ਜਿਹੜੇ ਦੇਵੀ ਗੁਣ ਹੈਗੇ ਆ ਉਹ ਜਿਸ ਤਰ੍ਹਾਂ ਦੇਵਤਿਆਂ ਦੇ ਵਿੱਚ ਹੁੰਦੇ ਆ, ਅਸੀਂ ਆਪਣੇ ਆਪ ਨੂੰ ਚੇਂਜ ਕਰਦੇ ਆ ਜਦੋਂ ਅਸੀਂ ਜਿਹੜੇ ਦੁਨੀਆ ਦੇ ਜੋ ਵੀ ਮੋਹ ਤੋਂ ਜਾਂ ਅਸੀਂ ਮਾਇਆ ਤੋਂ ਦੂਰ ਹੋਣੇ ਤੇ ਉਹ ਆਪਣੇ ਆਪ ਹੀ ਸਾਡੇ ਕੋਲ ਆਉਣੇ ਸ਼ੁਰੂ ਹੋ ਜਾਂਦੇ। ਜਿਹੜੇ ਜੇ ਦੇਵੀ ਗੁਣ ਹੈਗੇ ਆ, ਸਾਨੂੰ ਉਹਦਾ ਫੀਲਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋ ਕੋਈ ਜਦੋਂ ਤੁਸੀਂ ਉਸ ਤਰੀਕੇ ਨਾਲ ਸੋਚੋਗੇ, ਇਨਸਾਈਡ ਦੇਖੋਗੇ, ਆਪਣੇ ਆਪ ਨੂੰ ਛੁਟਾਓਗੇ, ਤਾਂ ਮੈਨੂੰ ਲੱਗਦਾ ਯੂ ਸ਼ੋਰ ਫੀਲ that kind of feeling ਅਨੁਭਵਤਾ ਕਿ ਤੁਸੀਂ ਉਸ ਰਸਤੇ ਦੇ ਉੱਪਰ ਚੱਲ ਰਹੇ ਹੈਗੇ ਆ ਔਰ ਤੁਸੀਂ ਟਰਾਈ ਕਰ ਰਹੇ ਤੇ ਰੱਬ ਨੂੰ ਪਛਾਣਨ ਦੀ ਜੋ ਕੁਝ ਤੁਹਾਡੇ ਅੰਦਰ ਜਿਹੜਾ ਗਿਆਨ ਹੈ ਅੰਦਰਲਾ, ਤੁਸੀਂ ਉਹ ਵੀ ਕਿਸ ਤਰ੍ਹਾਂ ਅਟੇਨ ਕਰ ਸਕਦੇ ਆ। ਇਟ ਵਿਲ ਕਮ ਗ੍ਰੈਜੂਅਲੀ। ਪ੍ਰੋਸੈਸ ਉਹੀ ਆ, ਬਾਰ-ਬਾਰ ਅਸੀਂ ਦੁਹਰਾਉਂਦੇ ਹੈਗੇ ਆ। ਪ੍ਰੋਸੈਸ ਇਹੀ ਹੈ, ਗੁਰੂ ਸ਼ਬਦ ਦੇ ਨਾਲ ਜੁੜੀਏ, ਗੁਰੂ ਸ਼ਬਦ ਦੀ ਵਿਚਾਰ ਕਰਕੇ ਸਮਝ ਕੇ ਉਪਦੇਸ਼ ਨੂੰ ਅੰਦਰ ਵਸਾ ਕੇ ਉਹਦੇ ਮੁਤਾਬਕ ਚੱਲੀਏ ਤਾਂ ਗੁਣ ਅੰਦਰ ਵਸਣੇ ਸ਼ੁਰੂ ਹੋ ਜਾਂਦੇ ਹੈਗੇ ਆ। ਦੈਟ ਇਜ਼ ਦ ਪ੍ਰੋਸੈਸ। ਗੁਰੂ ਸ਼ਬਦ ਇਜ਼ ਦੀ ਸੈਂਟਰ, ਉਹਦੇ ਨਾਲ ਜੁੜਨਾ ਹੈਗਾ ਜੀ। ਥੈਂਕ ਯੂ।
ਪਰ ਜੀ ਤਿੱਥਾ ਭੈਣ ਜੀ, ਘਟਿਆ ਗੁਰਬਾਣੀ ਜਿਵੇਂ ਮੁਤਾਬਕ ਇੱਕ ਦੀਰਘ ਰੋਗ ਹੈ ਜਿਹਨੂੰ ਆਪਾਂ ਹਉਮੈ ਕਹਿੰਦੇ ਆ, ਉਹਦੇ ਵੱਲ ਧਿਆਨ ਦੇਣ ਦੀ ਲੋੜ ਹੁੰਦੀ ਹੈ। ਤੇ ਗੁਰਬਾਣੀ ਦਾ ਇਹ ਕੈਪਸੂਲ ਹੈ, ਹਉਮੈ ਜਾਈ ਤਾਂ ਕੰਤ ਸਮਾਈ, ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨ ਵਸੇ ਇਕ ਠਾਈ। ਸੋ ਆਪਾਂ ਨੂੰ ਚੋਇਸ ਕਰਨੀ ਪੈਣੀ ਹੈ। ਜਦੋਂ ਮੈਂ ਹਉਮੈ 'ਚ ਹੁੰਦਾ ਤੇ ਉਦੋਂ ਮੈਂ ਨਾਮ ਦੇ ਵਿਰੋਧ ਵਿੱਚ ਖੜਾ ਹੁੰਦਾ। ਨਾਮ ਜਿਹੜਾ ਉਹ ਸਾਰਿਆਂ ਦੇ ਅੰਦਰ ਜਗਦੀ ਜੋਤ ਹੈ, ਤੇ ਜੇ ਮੈਂ ਇਹਦੇ ਵਿੱਚ ਵੀ ਕੋਈ ਵਿਤਕਰਾ ਕਰਦਾ, ਕੋਈ ਭਰਮ ਕਰਦਾ, ਦੂਈ ਦਵੈਸ਼ ਵਿੱਚ ਜਾਂਦਾ, ਤਾਂ ਮੈਂ ਦਿਵ ਦ੍ਰਿਸ਼ਟੀ ਵਾਲਾ ਨਹੀਂ ਹੋ ਸਕਦਾ। ਸੋ ਹਉਮੈ ਦੀਰਘ ਰੋਗ ਹੈ, ਇਹਨੂੰ ਦੂਰ ਕਰਨ ਵਾਸਤੇ ਸਾਰੇ ਸੰਜਮ ਗੁਰੂ ਮਹਾਰਾਜ ਜੀ ਦੱਸਦੇ ਨੇ। ਇੱਥੇ ਅੱਖਾਂ ਦੀ ਗੱਲ ਵੀ ਜਿਹੜੀ ਹੋ ਰਹੀ ਹੈ, ਇਹਨਾਂ ਨੂੰ ਵੀ ਸਮਝਾਉਣਾ ਇਹੀ ਹੈ, ਐਵੇਂ ਭੁਲੇਖੇ ਵਿੱਚ ਇਹਨਾਂ ਨੇ ਤੇਰੀਆਂ ਅੱਖਾਂ ਉੱਖਾਂ ਕੁਝ ਨਹੀਂ ਕਰਦੀਆਂ ਜੇ ਇਹਨਾਂ ਦੇ ਪਿੱਛੇ ਜੋਤ ਨਾ ਹੋਵੇ। ਤੇ ਜੋਤ ਨੂੰ ਪਛਾਣਨਾ, ਆਪਣੇ ਮੂਲ ਨੂੰ ਪਛਾਣਨਾ ਜੀ। ਤੇ ਗੁਰਬਾਣੀ ਵਿੱਚ ਇੱਕ ਅੱਖਰ ਬਾਰ-ਬਾਰ ਆਊਗਾ, ਧਾਵਤ ਥੰਮਿਆ। ਮਨ ਜਿਹੜਾ ਭਟਕਣਾ ਵਿੱਚ ਜਾਂਦਾ ਨੇ ਜੀ, ਮਾਇਆ ਦੀ ਦੌੜ ਵਿੱਚ, ਜਿੰਨਾ ਚਿਰ ਇਹ ਟਿਕ ਨਹੀਂ ਜਾਂਦਾ ਉਨੀ ਦੇਰ ਤੱਕ ਦਿਵ ਦ੍ਰਿਸ਼ਟੀ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ ਜੀ। ਤਾਂ ਹੀ ਮੈਂ ਅੱਗੇ ਵੀ ਕਈ ਵਾਰੀ ਬੇਨਤੀ ਕੀਤੀ ਵੀ ਜਿੰਨਾ ਚਿਰ ਤੁਹਾਡਾ ਮਨ ਬਿਲਕੁਲ ਚੁੱਪ ਨਹੀਂ ਹੋ ਜਾਂਦਾ, ਟਿਕ ਨਹੀਂ ਜਾਂਦਾ, ਉਹਨਾਂ ਚਿਰ ਦਿਵ ਦ੍ਰਿਸ਼ਟੀ ਨਹੀਂ ਹੋ ਸਕਦੀ। ਬਾਰ-ਬਾਰ ਫੁਰਨੇ ਆਉਂਦੇ ਆ, ਮਾਇਆ ਦੇ ਵਿਚਾਰ ਆਉਂਦੇ ਆ, ਮਾਇਆ ਦੇ ਹਉਮੈ ਨੂੰ ਸੱਟ ਲੱਗੀ ਆ, ਉਹਦੇ ਵਿਚਾਰ ਆਉਂਦੇ ਨੇ, ਤੇ ਘੁੰਮਣ ਘੇਰੀ ਦੇ ਵਿੱਚ ਹੀ ਰਹਿੰਦਾ ਜਿੰਨਾ ਚਿਰ ਘੁੰਮਣ ਘੇਰੀ ਮੁੱਕ ਨਹੀਂ ਜਾਂਦੀ। ਚਾਹੇ ਉਹ ਵਿਵੇਕ ਨਾਲ ਹੋ ਜਾਏ, ਚਾਹੇ ਗਿਆਨ ਨਾਲ ਹੋ ਜਾਏ। ਕਈਆਂ ਨੂੰ ਬਹੁਤ ਕੁਝ ਕਰਨ ਦੀ ਲੋੜ ਪਊਗੀ, ਜਿਹੜਾ ਆਪਾਂ ਵਿਚਾਰਾਂਗੇ ਕਿ ਗੁਰਬਾਣੀ ਵਿੱਚ ਨਾਮ ਜਪਣ ਦਾ ਮਤਲਬ ਕੀ ਹੈ। ਤੇ ਫਿਰ ਆਪਾਂ ਨੂੰ ਗੁਰੂ ਮਹਾਰਾਜ ਜੀ ਉਪਦੇਸ਼ ਕਰਦੇ ਨੇ ਵੀ ਇਸ ਤਰੀਕੇ ਨਾਲ ਸਟੈਪ ਬਾਈ ਸਟੈਪ ਤੈਨੂੰ ਚੱਲਣਾ ਪੈਣਾ ਹੈ। ਜਿਵੇਂ ਗੁਰੂ ਗਾਈਡ ਕਰਦਾ ਹੈ, ਉੱਦਾਂ ਪਿੱਛੇ ਪਿੱਛੇ ਸਮਰਪਿਤ ਹੋ ਕੇ ਚੱਲਣਾ ਪੈਣਾ ਜੀ। ਚਲੋ, ਤੁਸੀਂ ਕੁਝ ਕਹਿਣ ਲੱਗੇ ਸੀ ਸੰਤੋਖ ਸਿੰਘ? ਨਹੀਂ ਮੈਂ ਕਿਹਾ ਵੀ ਹੁਣ ਮੇਰੇ ਖਿਆਲ 'ਚ ਹੋ ਗਏ ਬਹੁਤ ਵਿਚਾਰ ਇਸ ਪੌੜੀ ਤੇ, ਹੁਣ ਆਪਾਂ ਅੱਗੇ ਤੁਰੀਏ। ਹਾਂਜੀ, very nice, thank you very much. It's a very detailed ਕੀਤੀ explanation and it was worth spending time on it. It's very good. Thank you very much everyone. ਐਗਜ਼ੈਕਟਲੀ, ਜ਼ਰੂਰਤ ਸੀਗੀ ਇਸ ਦੀ, ਹੈ ਨਾ। ਹਾਂਜੀ, ਅੱਗੇ ਚੱਲੀਏ ਜਾਂ ਕਿਸੇ ਨੇ ਕੁਝ ਹੋਰ ਕਹਿਣਾ ਹੈਗਾ? ਓਕੇ, ਰਜਿੰਦਰ ਤੁਸੀਂ ਚੱਲੋ ਅਗਲੀ ਪੌੜੀ ਤੇ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਪੌੜੀ ਆਰੰਭ ਕਰਨ ਤੋਂ ਪਹਿਲਾਂ ਮੈਂ ਆਤਮਕ ਆਨੰਦ ਦੇ ਲੱਖਣ ਬਾਰੇ ਕੁਝ ਕਹਿਣਾ ਚਾਹੁੰਦੀ ਹਾਂ, ਜਿਹੜੇ ਆਤਮਕ ਆਨੰਦ ਦੇ ਐਟਰੀਬਿਊਟਸ ਹਨ। ਗੁਰੂ ਜੀ ਕਹਿੰਦੇ ਹਨ ਕਿ ਜਿਸ ਮਨੁੱਖ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ, ਉਸਦੀ ਭਟਕਣਾ ਦੂਰ ਹੋ ਜਾਂਦੀ ਹੈ, ਉਸਦੇ ਸਭ ਚਿੰਤਾ ਝੋਰੇ ਮਿਟ ਜਾਂਦੇ ਹਨ, ਕੋਈ ਦੁੱਖ ਰੋਗ ਕਲੇਸ਼ ਉਸ ਉੱਪਰ ਹਾਵੀ ਨਹੀਂ ਹੋ ਸਕਦੇ। ਜਿਸ ਤਰ੍ਹਾਂ ਤੀਸਰੇ ਨਾਨਕ ਆਖਦੇ ਹਨ, ਆਨੰਦ ਪਿਆ ਮੇਰੀ ਮਾਏ, ਸਤਿਗੁਰ ਮੈਂ ਪਾਏ, ਪੰਨਾ 917। ਆਨੰਦ ਦੀ ਇਹ ਅਵਸਥਾ ਸਤਿਗੁਰ ਦੀ ਨਿਰਮਲ ਬਾਣੀ ਤੋਂ ਪ੍ਰਾਪਤ ਹੋਈ। ਇਸ ਬਾਣੀ ਨੂੰ ਗਾਉਣ ਅਤੇ ਸੁਣਨ ਵਾਲਿਆਂ ਦੇ ਜੀਵਨ ਉੱਚੇ ਹੋ ਜਾਂਦੇ ਹਨ। ਇਸ ਬਾਣੀ ਵਿੱਚ ਉਹਨਾਂ ਨੂੰ ਸਤਿਗੁਰ ਹੀ ਪ੍ਰਤੱਖ ਨਜ਼ਰ ਆਉਂਦਾ। ਹੁਣ ਮੈਂ ਪੌੜੀ ਸ਼ੁਰੂ ਕਰਦੀ ਹਾਂ। ਮੈਂ ਪਹਿਲਾਂ ਪੌੜੀ ਪੜਾਂਗੀ। ਇਹ ਸਰਵਣੋ ਮੇਰਿਓ ਸਾਚੇ ਸੁਣਨੇ ਨੋ ਪਠਾਏ, ਸਾਚੇ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਇਆ, ਰਸਨਾ ਰਸ ਸਮਾਈ। ਸਚ ਅਲਖ ਵਡਾਣੀ ਤਾਂ ਕੀ ਗਤੀ ਕਹੀ ਨਾ ਜਾਏ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ ਸਾਚੇ ਸੁਣਨੇ ਨੋ ਪਠਾਏ। ਇਹ ਪੌੜੀ ਹੈਗੀ 37 ਮੈਂ ਪੜ੍ਹੀ ਹੁਣ, ਤੇ ਹੁਣ ਮੈਂ ਇਹਦੀ ਵਿਆਖਿਆ ਕਰਦੀ ਹਾਂ।
ए सरवणो मेरियो साचे सुने नो पठाए। हे मेरे कन्नो, ਤੁਹਾਨੂੰ ਸਦੀਵੀ ਪ੍ਰਭु ਦੀ ਸਿਫਤ ਸਲਾਹ ਸੁਣਨ ਲਈ ਬਣਾਇਆ ਹੈ। ਸਾਚੇ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸਤਬਾਣੀ। ਸਤਬਾਣੀ is like ਅਕਾਲੀ ਬਾਣੀ। ਕਿਉਂਕਿ ਤੁਹਾਨੂੰ ਸਦੀਵੀ ਪ੍ਰਭੂ ਦੀ ਸਿਫਤ ਸਲਾਹ ਸੁਣਨ ਲਈ ਸਰੀਰ ਨਾਲ ਲਾਇਆ ਹੈ, ਇਸ ਲਈ ਤੁਸੀਂ ਸਦਾ ਅਕਾਲੀ ਬਾਣੀ ਸੁਣਿਆ ਕਰੋ। ਅਕਾਲੀ ਬਾਣੀ ਇਟਰਨਲ ਜਿਹੜੀ ਸਾਡੀ ਗੁਰੂ ਬਾਣੀ ਹੈ। ਜਿਤ ਸੁਣੀ ਮਨ ਤਨ ਹਰਿਆ ਹੁਆ, ਰਸਨਾ ਰਸ ਸਮਾਣੀ। ਮਨ ਤਨ ਹਰਿਆ ਹੋਇਆ, like mind and body are rejuvenated। ਇਸ ਅਕਾਲੀ ਬਾਣੀ ਸੁਣਨ ਨਾਲ ਅਸੀਂ ਮਨ ਅਤੇ ਤਨ ਕਰਕੇ ਪ੍ਰਭੂ ਦੀ ਰਜ਼ਾ ਅਨੁਸਾਰ ਹੀ ਕੰਮ ਕਰਦੇ ਹਾਂ ਅਤੇ ਰਸਨਾ ਆਤਮਕ ਅਡੋਲਤਾ ਦੇ ਆਨੰਦ ਵਿੱਚ ਸਮਾ ਜਾਂਦੀ ਹੈ। ਸੱਚ ਅਲਖ ਵਡਾਣੀ ਤਾਂ ਕਿ ਗਤੀ ਨ ਕਹੀ ਨਾ ਜਾਏ। ਹੈਰਾਨ ਕੁਨ ਸਦੀਵੀ ਪ੍ਰਭੂ ਦੇ ਬਾਹਰਲੇ ਚਹਿਨ ਚੱਕਰ means attributes ਸਾਡੇ ਵਿਖਾਣ ਤੋਂ ਪਰੇ ਹਨ ਅਤੇ ਉਸਦੇ ਗੁਣਾਂ ਦੀ ਜਾਂ ਉਸਦੀ ਸਮਰੱਥਾ ਦੀ ਬਿਆਨਗੀ ਨਹੀਂ ਕੀਤੀ ਜਾ ਸਕਦੀ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਸਾਚੇ ਸੁਣਨੇ ਨੋ ਪਠਾਏ। ਤੀਸਰੇ ਨਾਨਕ ਗੁਰੂ ਅਮਰਦਾਸ ਜੀ ਆਖਦੇ ਹਨ ਕਿ ਹੇ ਮੇਰੇ ਕੰਨੋ, ਤੁਸੀਂ ਮਨ ਦਾ ਜੀਵ ਆਤਮਾ ਨੂੰ ਅਮਰ ਕਰ ਦੇਣ ਵਾਲੀ ਅਕਾਲੀ ਬਾਣੀ ਰਾਹੀਂ ਪ੍ਰਭੂ ਦੀ ਸਿਫਤ ਸਲਾਹ ਸੁਣੋ ਅਤੇ ਮਨ ਤਨ ਕਰਕੇ ਨਿਰਮਲ ਹੋਵੋ ਅਤੇ ਇਹਨਾਂ ਹੀ ਕੰਮਾਂ ਲਈ ਹੀ ਸਦੀਵੀ ਪਰਮਾਤਮਾ ਨੇ ਤੁਹਾਨੂੰ ਸਰੀਰ ਨਾਲ ਲਾਇਆ ਹੈ। ਹੁਣ ਮੈਂ ਤੁਹਾਨੂੰ ਮੁੱਖ ਭਾਵ ਵਿੱਚ ਤੀਸਰੇ ਨਾਨਕ ਗੁਰੂ ਅਮਰਦਾਸ ਪਾਤਸ਼ਾਹ ਜੀ ਆਖਦੇ ਹਨ ਕਿ ਕੇਵਲ ਨਿਰੋਲ ਆਤਮਕ ਸਿੱਖਿਆ ਨਾਲ ਹੀ ਮਨੁੱਖ ਦਾ ਜੀਵਨ ਉੱਤਮ ਦਰਜੇ ਦਾ ਗਿਆਨਵਾਨ ਬਣ ਸਕਦਾ ਹੈ। ਇਸ ਕਰਕੇ ਸਦਾ ਪੂਰਨ ਗੁਰੂ ਦੁਆਰਾ ਸੱਚੀ ਗੁਰੂ ਦੀ ਬਾਣੀ ਨੂੰ ਹੀ ਸੁਣਨਾ ਚਾਹੀਦਾ ਹੈ। ਫਿਰ ਕੀ ਹੁੰਦਾ ਹੈ? ਪੰਚਮ ਪਾਤਸ਼ਾਹ ਆਖਦੇ ਹਨ, ਗੁਰੂ ਮੇਰੇ ਸੰਗ ਸਦਾ ਹੀ ਨਾਲ, ਸਦਾ ਹੈ ਨਾਲ। ਪੰਨਾ 394 ਤੇ ਆ 394। ਗੁਰੂ ਅਮਰਦਾਸ ਜੀ ਅੱਗੇ ਚੱਲ ਕੇ ਜੀਵ ਨੂੰ ਜੀਵਨ ਨੂੰ ਆਨੰਦਮਈ ਬਣਾਉਣ ਵਾਸਤੇ ਹੋਰ ਸਿੱਖਿਆ ਦਿੰਦੇ ਹਨ ਅਤੇ ਸਮਝਾਉਂਦੇ ਹਨ ਕਿ ਉਸ ਪਰਮਾਤਮਾ ਦੇ ਵਰਤ ਰਹੇ ਅਟਲ ਨਿਯਮਾਂ ਅੰਦਰ ਤੇਰੇ ਮਿੱਟੀ ਸਮਾਨ ਸਰੀਰ ਵਿੱਚ ਜੀਵਨ ਜੋਤ ਟਿਕਾ ਕੇ ਉਸ ਨੂੰ ਨੌ ਗਿਆਨ ਅਤੇ ਕਰਮ ਇੰਦਰ ਪ੍ਰਤੱਖ ਤੌਰ ਤੇ ਲਾ ਦਿੱਤੇ ਹਨ। ਦਸਵਾਂ ਦਵਾਰ ਗੁਪਤ ਰੂਪ ਵਿੱਚ ਟਿਕਾ ਦਿੱਤਾ ਹੈ। ਫਿਰ ਗੁਰੂ ਜੀ ਆਖਦੇ ਹਨ ਕਿ ਜੀਵ, ਜੇ ਤੂੰ ਪੂਰਨ ਗੁਰੂ ਦੀ ਸਿੱਖਿਆ ਨੂੰ ਆਪਣੀ ਜੀਵਨ ਜੁਗਤੀ ਵਿੱਚ ਲਿਆਉਣ ਲੱਗ ਪਵੇ ਤਾਂ ਇਹ ਤੇਰਾ ਦਸਵਾਂ ਦਵਾਰ ਵੀ ਪ੍ਰਗਟ ਹੋ ਸਕਦਾ ਹੈ। ਭਾਵ ਤੇਰਾ ਦਿਮਾਗ, ਤੇਰੀ ਸੋਚ ਜਿਹੜੀ ਤੇਰੇ ਅੰਦਰ ਗੁਪਤ ਹੀ ਪਈ ਹੈ, ਸੱਚ ਦੇ ਗਿਆਨ ਨਾਲ ਉਹ ਪ੍ਰਗਟ ਤੌਰ ਤੇ ਜੀਵਨ ਨੂੰ ਸਹੀ ਸੇਧ ਲੱਗ ਪੈਂਦੀ ਹੈ। ਜਿਸ ਤਰ੍ਹਾਂ ਮੈਂ ਇੱਕ ਕੋਟ ਸਾਹਿਬ ਸਿੰਘ ਦਰਪਣ ਵਿੱਚ ਪੌੜੀ ਵਾਰ ਭਾਵ 37ਵੀਂ ਪੌੜੀ ਵਿੱਚ ਇਸ ਤਰ੍ਹਾਂ ਸੰਕੇਤ ਵਿੱਚ ਉਹਨਾਂ ਨੇ ਆਖਿਆ ਆ, ਜਿਸ ਮਨੁੱਖ ਦੇ ਕੰਨਾਂ ਨੂੰ ਅਜੇ ਨਿੰਦਾ ਚੁਗਲੀ ਸੁਣਨ ਦਾ ਚਸਕਾ ਹੈ, ਉਸਦੇ ਹਿਰਦੇ ਵਿੱਚ ਆਤਮਕ ਆਨੰਦ ਪੈਦਾ ਨਹੀਂ ਹੋਇਆ। ਆਤਮਕ ਆਨੰਦ ਦੀ ਪ੍ਰਾਪਤੀ ਉਸੇ ਮਨੁੱਖ ਨੂੰ ਹੈ ਜਿਸ ਦੇ ਕੰਨ, ਜਿਸ ਦੀ ਜੀਭ, ਜਿਸ ਦੇ ਸਾਰੇ ਗਿਆਨ ਇੰਦਰ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਮਗਨ ਰਹਿੰਦੇ ਹਨ। ਉਹੀ ਗਿਆਨ ਇੰਦਰ ਪਵਿੱਤਰ ਹਨ।
ਅੱਗੇ ਜਾ ਕੇ ਮੈਂ ਕਹਿਣਾ ਚਾਹੁੰਦੀ ਹਾਂ, ਉਹ ਕਹਿੰਦੇ ਆ ਸਾਹਿਬ ਸਿੰਘ ਦਰਪਣ ਪੌੜੀ ਵਾਰ ਭਾਵ ਵਿੱਚ 7ਵੀਂ ਪੌੜੀ ਵਿੱਚ ਆਖਦੇ ਹਨ ਕਿ ਜਿਸ ਮਨੁੱਖ ਨੂੰ ਅਸਲ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ, ਉਸ ਦਾ ਜੀਵਨ ਇਤਨਾ ਪਿਆਰ ਵਾਲਾ ਬਣ ਜਾਂਦਾ ਹੈ ਕਿ ਉਹ ਸਦਾ ਮਿੱਠ ਬੋਲੜਾ ਰਹਿੰਦਾ ਹੈ। ਇਹ ਆਤਮਿਕ ਆਨੰਦ ਗੁਰੂ ਤੋਂ ਹੀ ਮਿਲਦਾ ਹੈ। ਗੁਰੂ ਉਸ ਮਨੁੱਖ ਦੇ ਅੰਦਰੋਂ ਸਾਰੇ ਵਿਕਾਰ ਦੂਰ ਕਰ ਦਿੰਦਾ ਹੈ ਤੇ ਉਸ ਨੂੰ ਆਤਮਿਕ ਆਨੰਦ ਦੀ ਸੋਝੀ ਬਖਸ਼ਦਾ ਹੈ। ਤੇ ਇੰਨੀ ਸੇਵਾ ਪ੍ਰਵਾਨ ਕਰਨੀ, ਪਰ ਮੈਂ ਜਾਣ ਤੋਂ ਪਹਿਲਾਂ ਮੈਂ ਇੱਕ ਰਾਤੀ, I think it was last night, ਮੈਂ ਸੋਚਿਆ ਕਿ ਮੈਂ ਇੱਕ ਅਰਦਾਸ ਲਿਖਾਂ, ਆਖਿਰ ਵਿੱਚ ਮੈਂ ਇਹ ਸਾਨੂੰ ਜਿਹੜੀ ਇਹ ਆਤਮਿਕ ਆਨੰਦ ਦੀ ਪ੍ਰਾਪਤੀ ਵਾਸਤੇ ਸਦਾ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ। ਔਰ ਅਰਦਾਸ ਇਹ ਹੈ, हे ਪਰਮਾਤਮਾ ਜੀ, ਤੁਸੀਂ ਸਾਨੂੰ ਆਪਣਾ ਨਾਮਦਾਨ ਬਖਸ਼ੋ ਤਾਂ ਕਿ ਅਸੀਂ ਤੁਹਾਡੀ ਹਮੇਸ਼ਾ ਸਿਫਤ ਕਰਦੇ ਰਹੀਏ ਤੇ ਸੁਣਦੇ ਰਹੀਏ। ਸਾਨੂੰ ਆਪਣੀ ਯਾਦ ਵਿੱਚ ਜੁੜੇ ਰਹਿਣ ਦਾ ਉਤਮ ਦਿਓ। ਆਪਣੀ ਦਇਆ ਭਰੀ ਮਿਹਰ ਕਰੋ ਕਿ ਸਾਡੇ ਅੰਦਰੋਂ ਸਾਰੇ ਮਾਇਆਵੀ ਵਿਕਾਰ ਦੂਰ ਹੋ ਜਾਣ। ਸਾਨੂੰ ਪ੍ਰਭੂ ਜੀ ਆਪਣੇ ਦੱਸੇ ਹੋਏ ਰਸਤੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਇਸ ਮਾਇਆਵੀ ਦਲ ਵਿੱਚੋਂ ਕੱਢੋ। ਆਪਣੀ ਯਾਦ ਸਾਡੇ ਅੰਦਰ ਵਸਾਈ ਰੱਖੋ ਤਾਂ ਕਿ ਤੁਹਾਡੀ ਦਿੱਤੀ ਹੋਈ ਸਿੱਖਿਆ ਨੂੰ ਅਸੀਂ ਕਦੀ ਵੀ ਨਾ ਦਿਲੋਂ ਭੁਲਾਈਏ। ਇਹ ਆਨੰਦ ਦੀ ਦਾਤ ਹਾਸਲ ਕਰਨ ਲਈ ਤੁਹਾਡਾ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਰੱਖੋ ਤਾਂ ਕਿ ਤੁਹਾਡੀ ਮਿਹਰ ਸਦਕਾ ਸਾਡਾ ਆਪਾ ਭਾਵ ਮੁੱਕ ਜਾਏ ਤੇ ਅਸੀਂ ਪੂਰਨ ਗੁਰੂ ਦੇ ਚਰਨਾਂ ਵਿੱਚ ਟਿਕੇ ਰਹੀਏ। ਸਾਡੇ ਹਿਰਦੇ ਵਿੱਚ ਗੁਰਬਾਣੀ ਵਸਾਉਣ ਦੀ ਸ਼ਕਤੀ ਦਿਓ ਅਤੇ ਸਾਨੂੰ ਵਿਕਾਰਾਂ ਤੋਂ ਪਵਿੱਤਰ ਹੋਣ ਦਾ ਬਲ ਬਖਸ਼ੋ। ਇੰਨੀ ਸੇਵਾ ਭਰਪੂਰ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਰਜਿੰਦਰ। ਮੈਂ ਤੁਹਾਡੀ ਇੱਕ ਗੱਲ ਬਹੁਤ ਐਪਰੀਸ਼ੀਏਟ ਕਰਦੀ ਹਾਂ ਕਿ ਸਾਰਿਆਂ ਨੂੰ ਵੀ ਜਿੰਨੀਆਂ ਆਪਣੀਆਂ 40 ਪੌੜੀਆਂ ਨੇ ਆਨੰਦ ਸਾਹਿਬ ਦੀਆਂ, ਹਰੇਕ ਪੌੜੀ ਦਾ ਇੱਕ ਪੌੜੀ ਇਸੇ ਫੋਕਸ ਦੇ ਉੱਪਰ ਹੈ ਕਿ ਇਹ ਖੇੜਾ, ਸਦੀਵੀ ਖੇੜਾ ਆਨੰਦਮਈ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ। ਸੋ ਰਜਿੰਦਰ ਨੇ ਕਾਫੀ ਟਾਈਮ ਲਾਇਆ ਹੈਗਾ ਆਨੰਦ ਦੇ ਉੱਤੇ। ਸੋ ਹਰੇਕ ਸ਼ਬਦ ਨੂੰ ਤੁਸੀਂ ਦੇਖ ਲਓ, ਤੁਸੀਂ ਵੇਖ ਕੇ ਕਿ ਫੋਕਸ ਹਰੇਕ ਸ਼ਬਦ ਦਾ ਇੱਕ ਗੱਲ ਤੇ ਆ ਕਿ ਤੁਸੀਂ ਇਸ ਖੇੜੇ ਨੂੰ, ਪੂਰਨ ਖੇੜੇ ਨੂੰ ਕਿਵੇਂ ਪ੍ਰਾਪਤ ਕਰ ਸਕਦੇ ਹੋ। ਥੈਂਕ ਯੂ ਰਜਿੰਦਰ। ਨਾਓ ਐਨੀਬਡੀ ਵਾਂਟਸ ਟੂ ਐਡ ਸਮਥਿੰਗ ਟੂ ਇਟ ਪਲੀਜ਼। ਥੈਂਕ ਯੂ ਰਜਿੰਦਰ, ਬਹੁਤ ਸੋਹਣਾ ਕੀਤਾ ਤੁਸੀਂ। ਹਾਂਜੀ, ਮੈਂ ਕੁਝ ਕਹਿਣਾ ਚਾਹੁੰਦਾ। ਮੈਨੂੰ ਜਿੱਦਾਂ ਨਾ ਬਾਣੀ ਪੜ੍ਹਦੇ ਆ ਆਪਾਂ, ਬਾਣੀ ਪੜ੍ਹਦੇ ਦੇ ਵਿੱਚ ਜਿੱਦਾਂ ਹੁਣ ਗੁਰੂ ਮਹਾਰਾਜ ਨੇ ਜਿੱਦਾਂ ਕੱਲੇ ਅੰਗ ਦੀ ਜਿਹੜੀ ਗੱਲ ਕਰਦੇ ਆ, ਭਈ ਕੱਲੇ ਰਿਸਪੌਂਸਿਬਿਲਿਟੀ ਦੀ, ਆਪਾਂ ਜ਼ਿੰਦਗੀ ਦੇ ਵਿੱਚ ਜੇ ਧਿਆਨ ਮਾਰੀਏ ਆਪਾਂ ਕਦੇ ਇੰਨੀ ਰਿਸਪੌਂਸਿਬਿਲਿਟੀ ਇਹਨਾਂ ਦੀ ਸਮਝੀ ਨਹੀਂ, ਨਾ ਅੱਖਾਂ ਦੀ, ਨਾ ਕੰਨਾਂ ਦੀ, ਨਾ ਜਿਹੜੇ ਬਾਹਰਲੀ ਇਨਫੋਰਮੇਸ਼ਨ ਸਾਨੂੰ ਦਿੰਦੇ ਆ। ਕਦੀ ਮਨ ਜਿਹੜਾ ਆ ਰਿਸਪੌਂਸਿਬਿਲਿਟੀ ਦੇ ਵਿੱਚ ਆਇਆ ਹੀ ਨਹੀਂ ਵੀ ਮੈਂ ਕੀ ਕਰਨਾ ਕੀ ਨਹੀਂ ਕਰਨਾ। ਗੁਰਬਾਣੀ ਵੀ ਪੜ੍ਹਦੇ ਆ, ਬਹੁਤ ਲੋਕ ਦੁਨੀਆ ਦੇ ਵਿੱਚ, ਧਰਮ ਦੀ ਦੁਨੀਆ ਦੇ ਵਿੱਚ ਵੀ ਤੁਰੇ ਹੋ ਆ, ਉਮਰਾਂ ਲੰਘ ਗਈਆਂ, ਪਰ ਜਿਹੜਾ ਇਹਨਾਂ ਗਿਆਨ ਇੰਦਰੀਆਂ ਨੇ ਅੰਦਰ ਭਰਮ ਕ੍ਰੀਏਟ ਕੀਤਾ ਸੀ ਨਾ ਮਨ ਵਿੱਚ, ਉਹ ਹਜੇ ਤੱਕ ਭਰਮ ਨਹੀਂ ਨਿਕਲਿਆ। ਮਤਲਬ ਮਨ ਜਿਹੜਾ ਆ ਉਹ ਪੂਰਾ ਰਿਸਪੌਂਸਿਬਿਲਿਟੀ ਬਣਿਆ ਹੀ ਨਹੀਂ। ਕਿਉਂਕਿ ਉਹਨੇ ਬਾਹਰਲੇ ਜਿਹੜੇ ਟੂਲ ਸੀਗੇ ਦਿੱਤੇ ਪ੍ਰਮਾਤਮਾ ਦੇ ਵੱਲੋਂ, ਉਹਨਾਂ ਨੂੰ ਸਹੀ ਢੰਗ ਦੇ ਨਾਲ ਵਰਤਿਆ ਹੀ ਨਹੀਂ। ਦੁਬਦਾ ਅੱਖਾਂ ਦੋ ਆ, ਧਿਆਨ ਇਹਨਾਂ ਦਾ ਇੱਕ ਤੇ ਹੀ ਹੁੰਦਾ, ਇੱਕੋ ਹੀ ਚੀਜ਼ ਦੇਖਦੀਆਂ ਜਦੋਂ ਵੀ ਦੇਖਦੀਆਂ। ਕੰਨ ਦੋ ਆ, ਇੱਕੋ ਹੀ ਚੀਜ਼ ਸੁਣਦੇ ਆ। ਸਾਡੇ ਨਾਸਾਂ ਦੋ ਆ, ਸੁੰਘਦੀਆਂ ਇੱਕੋ ਹੀ ਸਮੈਲ ਨੂੰ ਆ। ਏਦਾਂ ਹੀ ਜੇ ਧਿਆਨ ਨਾਲ ਦੇਖ ਲਈਏ ਸਾਰਾ ਇਕੱਠਾ ਪਿੱਛੇ ਜਿਹੜਾ, ਜੇ ਜੋਤ ਨਹੀਂ ਹੈਗੀ ਤਾਂ ਕੁਝ ਨਹੀਂ ਕਰ ਸਕਦੀਆਂ। ਮਤਲਬ ਇਹ ਸਿਗਨੀਫਾਈ ਤਾਂ ਕਰਦੀਆਂ ਵੀ ਅਸੀਂ ਇੱਕੋ ਹੀ ਆ, ਪਰ ਮਨ ਦੇ ਵਿੱਚ ਹਉਮੈ ਦੇ ਕਰਕੇ, ਦੁਬਦਾ ਦੇ ਵਿੱਚ ਹੋ ਕੇ ਇਹ ਸਾਰੀ ਆਪਣੇ ਅੰਦਰ ਭਰਮ ਕ੍ਰੀਏਟ ਆਪਣੇ ਬਣ ਜਾਂਦੇ। ਸੋ ਜੇ ਹੁਣ ਆਹ ਲਿਖੀਏ ਭਈ ਹੁਣ ਜਿਹਦੇ ਕੰਨ ਹੈ ਨਹੀਂਗੇ, ਦੂਜੀ ਗੱਲ ਇਹ ਆ ਵੀ ਜਿਹਦੀ ਜ਼ੁਬਾਨ ਹੈ ਨਹੀਂ ਜਾਂ ਕੰਨ ਹੈ ਨਹੀਂ, ਕਿ ਉਹ ਪਰਮਾਤਮਾ ਦਾ ਨਾਮ ਨਹੀਂ ਜਪ ਸਕਦਾ? ਜਪ ਸਕਦਾ। ਜਦੋਂ ਗੁਰੂ ਮਹਾਰਾਜ ਨੇ ਕਿਹਾ ਤਾਂ ਕਿ ਬਿਨਾਂ ਅੱਖਾਂ ਤੋਂ ਦੇਖਣਾ, ਕੰਨਾਂ ਤੋਂ ਬਿਨਾਂ ਸੁਣਨਾ
ਤੇ ਫਿਰ ਜਵਾਨ ਤੋਂ ਬਗੈਰ ਬੋਲਣਾ, ਪੈਰਾਂ ਤੋਂ ਬਗੈਰ ਤੁਰਨਾ, ਉਹ ਸਾਰਾ ਅੰਦਰਲਾ ਜਿਹੜਾ ਹਿਰਦੇ ਦਾ ਵਿਸ਼ਾ ਆ ਗਿਆ, ਸੁਰਤ ਦਾ ਵਿਸ਼ਾ। ਸੁਰਤ ਦੀਆਂ ਅੱਖਾਂ ਵੀ ਆ, ਸੁਰਤ ਦੇ ਕੰਨ ਵੀ ਆ, ਸੁਰਤ ਦਾ ਸਭ ਕੁਝ ਹੀ ਆ, ਪਰ ਉਹ ਕਦੇ ਪਾਰਟੀਕਲ ਉਹਨਾਂ ਨੂੰ ਦੇਖਿਆ ਹੀ ਨਹੀਂ। ਨਹੀਂ ਦੇਖਣ ਦਾ ਕਾਰਨ ਹੀ ਇਹ ਆ ਕਿ ਕੰਨਾਂ ਦੇ ਨਾਲ ਬਾਹਰੋਂ ਰਾਈਟ ਇਨਫੋਰਮੇਸ਼ਨ ਅੰਦਰ ਇਕੱਤਰ ਹੀ ਨਹੀਂ ਕੀਤੀ, ਜਿਨ੍ਹਾਂ ਦੇ ਨਾਲ ਸੁਰਤ ਨੇ ਉੱਠਣਾ ਸੀ, ਜਿਹਦੇ ਨਾਲ ਸੁਰਤ ਨੂੰ ਆਪਣੀ ਅਵੇਅਰਨੈਸ ਹੋਣੀ ਸੀ ਕਿ ਮੈਂ ਐਕਚੁਅਲ ਰਿਐਲਿਟੀ ਦੀ ਫਾਰਮ ਮੇਰੀ ਕਿਹੜੀ ਹੈ। ਸੋ ਇਸੇ ਤਰੀਕੇ ਨਾਲ ਵੀ ਜਿਹੜੀ ਕੰਨਾਂ ਦੀ ਜਿਹੜੀ ਰਿਸਪੌਂਸਿਬਿਲਟੀ ਬਹੁਤ ਵੱਡੀ ਆ। ਜੇ ਕੰਨਾਂ ਦੀ ਰਿਸਪੌਂਸਿਬਿਲਟੀ ਆਪਾਂ ਇਸ ਤਰੀਕੇ ਨਾਲ, ਜਿੱਦਾਂ ਗੁਰੂ ਸਾਹਿਬ ਜੀ ਨੇ ਜ਼ਿੰਮੇਵਾਰੀਆਂ ਲਾਏ ਵੀ ਸਰੀਰ ਨਾਲ ਲਾਇਆ ਤੁਹਾਨੂੰ ਆ, ਕਿਉਂਕਿ ਇਹਨਾਂ ਦੇ ਰਾਹੀਂ ਹੀ ਸੱਚ ਦਾ ਗਿਆਨ ਜਾਂਦਾ, ਇਹਨਾਂ ਦੇ ਰਾਹੀਂ ਝੂਠ ਦਾ ਗਿਆਨ ਜਾਂਦਾ। ਸੋ ਸਰੀਰ ਲਾਏ ਸੁਣੋ ਸਤ ਬਾਣੀ, ਸਦੀਵੀ ਸਥਿਰ ਰਹਿਣ ਵਾਲੀ ਬਾਣੀ ਜਿਹੜੀ ਆ। ਹੁਣ ਜਿਹੜਾ ਸਦਾ ਸਥਿਰ ਰਹਿਣ ਵਾਲੀ ਬਾਣੀ ਆ ਉਹ ਹੈਗਾ ਨਾਮ। ਜਿਹੜੀ ਨਾਮ ਬਾਣੀ ਆ ਜੇ ਉਹੀ ਸੁਣਾਂਗੇ, ਉਹਦੇ ਨਾਲ ਹੀ ਇਹ ਕੰਨ ਜਿਹੜੇ ਆ ਪਵਿੱਤਰ ਗਿਣੇ ਜਾਣੇ। ਸੋ ਉਸ ਤੋਂ ਬਾਅਦ ਜਿਹੜਾ ਸੱਚ ਸੁਣਨ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੁਆ। ਹੁਣ ਇੱਥੇ ਗ੍ਰੀਨ ਦੀ ਤਾਂ ਗੱਲ ਹੈ ਨਹੀਂ ਕਿ ਸਰੀਰ ਜਿਹੜਾ ਹਰਾ ਹੋ ਗਿਆ, ਮਤਲਬ ਕਿ ਮਨ ਦੇ ਵਿੱਚ ਜਦੋਂ ਜੋਤ ਦਾ ਪ੍ਰਗਟਾਵਾ, ਜਦੋਂ ਸਤ ਬਾਣੀ ਜਿਹੜੀ ਆ ਸਦੀਵੀ ਰਹਿਣ ਵਾਲੀ ਧੁਰ ਦੀ ਬਾਣੀ ਆ, ਜਦੋਂ ਉਹਦਾ ਪ੍ਰਕਾਸ਼ ਮਨ ਚ ਆ ਗਿਆ ਤੇ ਮਨ ਜਿਹੜਾ ਜੋਤ ਸਰੂਪ ਬਣ ਗਿਆ। ਜਦੋਂ ਜੋਤ ਸਰੂਪ ਬਣ ਗਿਆ, ਚਿੰਤਾ ਤੋਂ ਰਹਿਤ ਹੋ ਗਿਆ। ਜਦੋਂ ਚਿੰਤਾ ਤੋਂ ਰਹਿਤ ਹੋ ਗਿਆ ਤੇ ਸਰੀਰ ਦੇ ਉੱਤੇ ਵੀ ਮਨ ਦਾ ਜਿਹੜਾ ਪ੍ਰਭਾਵ ਆ ਉਹ ਪੈ ਕੇ ਬਾਹਰੋਂ ਚੇਅਰਫੁਲਤਾ ਦੇ ਸਿੰਪਟਮ, ਅੱਖਾਂ ਦੇ ਵਿੱਚੋਂ ਲੋਕ ਕਹਿੰਦੇ ਉਹਦੀਆਂ ਅੱਖਾਂ ਵੀ ਹੱਸਦੀਆਂ, ਉਹਦੇ ਤਾਂ ਕੰਨ ਵੀ ਹੱਸਦੇ ਆ। ਮਤਲਬ ਹਾਸਾ ਸਿਰਫ ਜ਼ੁਬਾਨ ਦੇ ਨਾਲ ਹੀ ਦੇਖਿਆ ਜਾਂਦਾ ਵੀ ਇਹ ਹੱਸਦਾ, ਪਰ ਆ ਸਰੀਰ ਦੇ ਮਨ ਤੇ ਤਨ ਹਰਿਆ ਹੋਣ ਦਾ ਮਤਲਬ ਇਹ ਹੈ ਜਦੋਂ ਮਨ ਚਿੰਤਾ ਤੋਂ ਮੁਕਤ ਹੋ ਜਾਵੇ ਤਾਂ ਫਿਰ ਉਹਦੇ ਜਿਹੜੇ 5 ਸੈਂਸ ਆ ਸਾਰੇ ਹੀ ਉਹਨਾਂ ਦੇ ਵਿੱਚੋਂ ਭਾਵ ਦਿਸਦਾ ਉਹਨਾਂ ਦਾ। ਸੋ ਇਸੇ ਤਰੀਕੇ ਨਾਲ ਜਿਹੜੀ ਰਸਨਾ ਆ, ਹੁਣ ਜਿਹੜੀ ਆ ਰਸਨਾ ਆ ਇਹ ਕੋਈ ਜਵਾਨ ਦੀ ਗੱਲ ਨਹੀਂ ਹੈਗੀ। ਰਸਨਾ ਰਸ ਸਮਾਣੀ, ਸੁਰਤ ਨੂੰ ਉਹਦਾ ਰੀਅਲ ਸੋਰਸ ਮਿਲ ਗਿਆ। ਹੁਣ ਸੁਰਤ ਉਸ ਸੋਰਸ ਦੇ ਵਿੱਚ, ਰਸ ਦੇ ਵਿੱਚ ਆਨੰਦ ਮਾਣਦੀ ਹੈ। ਸੁਰਤ ਉਸ ਰਸ ਮੁੱਢਲੇ ਜਿਹੜਾ ਨਾਮ ਰਸ ਆ ਉਹਦੇ ਵਿੱਚ ਟਿਕੀ ਹੋਆ ਤੇ ਉਹਦੇ ਵਿੱਚ ਟਿਕ ਕੇ ਉਹ ਆਨੰਦ ਮਾਣਦੀ ਆ। ਤੇ ਰਸਨਾ ਰਸ ਸਮਾਣੀ ਮਤਲਬ ਸੁਰਤ ਜਿਹੜੀ ਆ ਉਹ ਪੂਰਨ ਤੌਰ ਤੇ ਨਾਮ ਦੇ ਵਿੱਚ ਲੀਨ ਹੋ ਗਈ। ਤੇ ਜਦੋਂ ਇਸ ਤਰੀਕੇ ਨਾਲ ਹੋ ਗਏ ਸੱਚ ਅਲੱਖ ਬਿਡਾਣੀ, ਆ ਵੀ ਉਹਦਾ ਇੱਕ ਮਤਲਬ ਨਾਮ ਨਿਰੰਜਨ ਦੇ ਜਿਹੜੇ ਗੁਣ ਆ। ਸੋ ਇਹ ਵੀ ਸਾਡੇ ਸਾਹਮਣੇ ਪ੍ਰਗਟ ਆ ਜਾਂਦੇ ਆ। ਜਿਹੜੀ ਹੈਰਾਨ ਕਰਨ ਦੇਣ ਵਾਲੀ ਸਾਡੇ ਅੰਦਰ ਅਚਰਜਤਾ ਆ ਬਿਡਾਣੀ, ਤਾਂ ਉਹ ਵੀ ਸਾਨੂੰ ਪਤਾ ਲੱਗ ਜਾਂਦਾ ਤਾਂ ਕਿ ਗਤਮਤ ਕਹੀ ਨਾ ਜਾਏ। ਵੀ ਹੁਣ ਜਿਹੜਾ ਅੰਦਰਲਾ ਮਨ ਦਾ ਜਿਹੜਾ ਅੰਦਰਲਾ ਭਾਵ ਇਹ ਬਣਿਆ, ਕਹਿੰਦੇ ਵੀ ਇਹਦੇ ਵਿੱਚ ਹੁਣ ਬਿਆਨ ਕਰਨ ਵਰਡ ਦੇ ਨਾਲ ਇਹ ਅੰਦਰਲੀ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜੋ ਅੰਦਰ ਬਣ ਗਿਆ। ਸ਼ਬਦ ਜਿਹੜੇ ਆ ਉਹ ਉਹਨਾਂ ਦੀ ਥੋੜ ਪੈ ਜਾਣੀ ਆ। ਇਹਨੂੰ ਪੂਰਨ ਤੌਰ ਦੇ ਉੱਤੇ ਮੰਨੇ ਕੀ ਗਤ ਕਹੀ ਨਾ ਜਾਏ। ਜੇ ਕੋ ਕਹੇ ਪਿੱਛੇ ਪਛਤਾਏ, ਜੇ ਕਵਾਂਗੇ ਵੀ ਤਾਂ ਬਾਅਦ ਵਿੱਚ ਸਾਨੂੰ ਆਪਣੇ ਆਪ ਹੀ ਆ ਜਾਣਾ ਕਿ ਇਹ ਗੱਲ ਮੈਂ ਪੂਰੀ ਤਰ੍ਹਾਂ ਬਿਆਨ ਨਹੀਂ ਕਰ ਸਕਿਆ। ਸੋ ਆਹ ਮਤਲਬ ਜਦੋਂ ਅਲੱਖ ਬਿਡਾਣੀ ਤਾਂ ਕਿ ਗਤਮਤ ਤਾਂ ਕਿ ਗਤ ਕਹੀ ਨਾ ਜਾਏ, ਫਿਰ ਸੱਚ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚੇ ਸੁਣਨੇ ਨੂੰ ਪਠਾਏ। ਫਿਰ ਰਿਸਪੌਂਸਿਬਿਲਟੀ ਆ ਕਿ ਪਵਿੱਤਰ ਹੋਣਾ ਤੁਸੀਂ, ਕਿਉਂਕਿ ਕੰਨ ਵੀ ਲਿਬੜਿਓ ਆ ਨਿੰਦਿਆ ਚੁਗਲੀ ਸੁਣ ਸੁਣ ਕੇ, ਦੁਬਦਾ ਦਾ ਗਿਆਨ ਸੁਣ ਸੁਣ ਕੇ। ਸੋ ਪਵਿੱਤਰ ਹੋਣ ਦੇ ਨਾਲ ਹੀ ਸਾਰਾ ਕੁਝ ਕਲੈਰਿਟੀ ਚ ਆਊਗਾ। ਮਤਲਬ ਜੇ ਇਸ ਤਰੀਕੇ ਦੇ ਨਾਲ ਆਪਾਂ ਪੂਰਨ ਰਿਸਪੌਂਸਿਬਿਲਟੀ ਬਣਾਂਗੇ ਤਾਂ ਜਾ ਕੇ ਗੱਲ ਬਣਨੀ ਆ, ਨਹੀਂ ਤਾਂ ਨਹੀਂ ਬਣਨੀ। ਧੰਨਵਾਦ। ਨਹੀਂ ਤਾਂ ਉਹੀ ਹੈ ਨਾ, ਚਿੰਤਾ ਝੋਰਿਆਂ ਦੇ ਵਿੱਚ, ਡਰ ਦੇ ਵਿੱਚ, ਤੇ ਕਦੇ ਖੁਸ਼ੀ ਮਿਲ ਗਈ ਜਿਹਦਾ ਹਰ ਵੇਲੇ ਡਰ ਰਹਿਣਾ ਕਿ ਅੱਜ ਵੀ ਗਈ ਭਲਕ ਨੂੰ ਵੀ ਗਈ। ਹਾਂਜੀ, ਥੈਂਕ ਯੂ। ਐਨੀਬਡੀ ਐਲਸ? ਥੈਂਕ ਯੂ ਸੰਤੋਖ ਸਿੰਘ। ਹਾਂਜੀ, ਓਕੇ। ਇੱਕ ਬੇਨਤੀ ਕਰਾਂ ਮੈਂ। ਤੁਸੀਂ ਹਾਂਜੀ, ਆਪਣੇ ਨਾ ਇੱਕ ਡਾਕਟਰ ਸਾਹਿਬ ਆ ਰਵੀ ਬਤੀਸ਼ ਹੋਰੀ, ਇਹ ਕਾਫੀ ਕੁਝ ਲਿਖਦੇ ਰਹਿੰਦੇ ਆ, ਇਹਨਾਂ ਨੂੰ ਬੇਨਤੀ ਕਰੋ ਥੋੜਾ ਚਾਨਣਾ ਪਾਉਣ। ਹਾਂਜੀ ਵੀਰ ਜੀ ਰਵੀ ਬਤੀਸ਼ ਬੋਲੋ ਕੁਝ। ਤੁਹਾਡੇ ਲਈ ਸਪੈਸ਼ਲ ਰਿਕੁਐਸਟ ਆਈ ਆ। ਅੱਛਾ, I don't know ਕਿ
ਕੋਲ ਹੈਗੇ ਨੇ ਜਾਂ ਨਹੀਂ, ਅਨਮਿਊਟ ਤਾਂ ਕੀਤਾ ਹੈ? ਨਹੀਂ ਹੈਗੇ ਹੈਗੇ। ਹਾਂਜੀ, ਥੈਂਕ ਯੂ। ਅੱਛਾ, ਹਾਂਜੀ ਸੁਣ ਰਿਹਾ ਮੈਂ? ਹਾਂਜੀ ਸੁਣ ਹਾਂਜੀ ਲਿਆ। ਹਾਂਜੀ। ਅੱਛਾ, ਮੈਂ ਵੈਸੇ ਤਾਂ ਸਾਈਪਰਸ ਦਾ ਆਇਆ ਇਸ ਵੇਲੇ ਤਾਂ। ਤੁਸੀਂ ਸਾਈਪ੍ਰਸ ਤੋਂ, ਹੁਣੇ ਸਾਨੂੰ ਹਾਂ। ਟੈਨਰੀਫ ਤੋਂ ਵੀ ਆਵਾਜ਼ ਆਉਣ ਵਾਲੀ ਆ ਤੇ ਸਾਨ ਅੱਛਾ। ਫ੍ਰਾਂਸਿਸਕੋ ਤੋਂ ਵੀ ਆ ਰਹੀ ਆ। ਅੱਛਾ, Okay. ਉਧਰ ਕਿਉਂਕਿ ਕਮਰਾ ਇੱਕੋ ਹੀ ਆ, ਉਧਰ ਥੋੜਾ ਜਿਹਾ ਖੜਕਾ ਦੜਕਾ ਹੋ ਰਿਹਾ ਤਾਂ ਮੈਂ ਇੱਧਰ ਬਾਥਰੂਮ ਚੋਂ ਆ ਕੇ ਲੱਗਾ ਗੱਲ ਕਰਨ। ਹਾਂਜੀ। ਅੱਛਾ, ਜਿਹੜੀ ਪਹਿਲਾਂ ਆਪਾਂ ਗੱਲ ਕਰ ਰਹੇ ਸੀਗੇ, ਜਿਹੜਾ ਪਹਿਲਾ ਸ਼ਬਦ ਪੜ੍ਹਿਆ ਉਹਦੇ ਵਿੱਚ ਸੀਗਾ ਦੇਖਣ ਦੀ, ਜਾਣੀ ਕਿ ਨਿਰਤ ਦੀ ਜੋਤ ਦੀ ਗੱਲ ਹੋ ਰਹੀ ਸੀ। ਇਸ ਸ਼ਬਦ ਦੇ ਵਿੱਚ ਗੱਲ ਹੋ ਰਹੀ ਹੈ ਸੁਣਨੇ ਦੀ, ਜਿਹੜੀ ਸਾਡੀ ਸੁਰਤ ਦੀ, ਜਾਣੀ ਕਿ ਸੁਰਤ ਨੂੰ ਅਸੀਂ ਨਿਰਤ ਤਾਂ ਸੁਰਤ ਦੋਨੇ ਰਲਾ ਕੇ ਕਈ ਵਾਰੀ ਕਹਿ ਦਿੰਦਾ ਹੈਗਾ, ਲੇਕਿਨ ਸੁਰਤ ਹੈਗੀ ਆ ਸੁਣਨੇ ਦੀ ਸ਼ਕਤੀ ਤੇ ਨਿਰਤ ਹੈਗੀ ਦੇਖਣ ਦੀ ਸ਼ਕਤੀ। ਹੁਣ ਇਸ ਸ਼ਬਦ ਦੇ ਵਿੱਚ ਗੱਲ ਕਰ ਰਹੇ ਹੈਗੇ ਸੁਣਨੇ ਦੀ। ਸੁਣਨਾ ਕੀ ਆ? ਪਰਮਾਤਮਾ ਦਾ ਸ਼ਬਦ, ਲਿਖਿਆ ਸ਼ਬਦ ਨਹੀਂ, ਲਿਖਿਆ ਪੜ੍ਹਿਆ ਨਹੀਂ, ਲੇਕਿਨ ਜਿਹੜਾ ਅਨਹਦ ਸ਼ਬਦ ਹੈ, ਇਹਨੂੰ ਆਪਾਂ ਨਾਮ ਵੀ ਕਹੀਦਾ। ਜਦੋਂ ਸਾਡੀ ਸੁਰਤ ਨਾਮ ਦੇ ਨਾਲ ਜੁੜਦੀ ਹੈ, ਉਦੋਂ ਸਾਨੂੰ ਨਾਮ ਦੀ ਐਕਸਪੀਰੀਅੰਸ ਹੁੰਦਾ। ਉਹ ਨਾਮ ਦਾ ਐਕਸਪੀਰੀਅੰਸ ਕੀ ਆ? ਆਵਾਜ਼, ਖੜਕਾ ਦੜਕਾ, ਜਿਹੜੀ ਕਿ ਮਿਊਜ਼ਿਕ, ਜਿਹੜੀ ਇਨਰ ਮਿਊਜ਼ਿਕ ਹੈਗੀ ਜਿਹਨੂੰ ਕਿਹਾ ਜਾਂਦਾ ਹੈਗਾ। ਤਾਂ ਜਦੋਂ ਉਹ ਸਾਡੇ ਮਨ ਨੂੰ ਲੱਗਦੀ ਹੈ ਤੇ ਸਾਡਾ ਮਨ ਜਿਹੜਾ ਆ ਉਹ ਪਵਿੱਤਰ ਹੋਣਾ ਸ਼ੁਰੂ ਹੋ ਜਾਂਦਾ ਹੈਗਾ। ਕਮਲਜੀਤ ਹੋਣੀ ਕਈ ਵਾਰੀ ਕਹਿੰਦੇ ਕਿ ਇਹਨਾਂ ਚੀਜ਼ਾਂ ਦੇ ਨਾਲ ਕੋਈ ਲਾਭ ਨਹੀਂ ਹੈ। ਲਾਭ ਇਹ ਹੈ ਕਿ ਜਦੋਂ ਸਾਡਾ ਮਨ ਐਕਸਪੀਰੀਅੰਸ ਕਰਦਾ ਨਾਮ ਨੂੰ, ਤੇ ਉਹ ਜਿਹੜੀ ਉਹਦੀ ਮੈਲ ਹੈਗੀ ਆ ਉਹ ਲੈਣੀ ਸ਼ੁਰੂ ਹੋ ਜਾਂਦੀ ਹੈ। ਮਨ ਦੀ ਸਫਾਈ ਹੋਣੀ ਇਸ ਨਾਮ ਦੇ ਨਾਲ ਹੈ। ਪੜ੍ਹਨੇ ਨਾਲ, ਬੈਂਸਣ ਨਾਲ, ਵਿਚਾਰਨੇ ਦੇ ਨਾਲ ਇਹਨਾਂ ਦੇ ਲਾਭ ਹੈਗੇ ਆ, ਲੇਕਿਨ ਮਨ ਸਾਫ਼ ਨਹੀਂ ਹੋਏਗਾ। ਸੋ ਮੇਰਾ ਵਿਚਾਰ ਤਾਂ ਇਹ ਹੀ ਹੈ, ਬਾਕੀ ਜਿੱਦਾਂ ਬਾਕੀ ਨੂੰ ਠੀਕ ਲੱਗਦਾ, ਪਰ ਮੇਰਾ ਖਿਆਲ ਹੈ ਸੁਣਨੇ ਵਾਲੇ ਆ ਕਿ ਨਾ ਅਸਲੀ ਨਾਮ ਜਿਹੜਾ ਉਹਨੂੰ ਸੁਣਨਾ, ਤੇ ਉਹ ਸੁਣਨੇ ਦੇ ਨਾਲ ਸਾਡੀ ਮਨ ਦੀ ਪਵਿੱਤਰਤਾ ਹੁੰਦੀ ਹੈ। ਥੈਂਕ ਯੂ। ਓਕੇ ਜੀ, ਥੈਂਕ ਯੂ ਫਰੋਮ ਸਾਈਪ੍ਰਸ। ਹਾਂਜੀ, ਕਿਸੇ ਹੋਰ ਨੇ ਕੁਝ ਐਡ ਕਰਨਾ? ਕੁਲਵੰਤ ਸਿੰਘ ਕਹੋ, ਐਡ ਕਰਨ ਕੋਈ ਨਹੀਂ ਤਾਂ I want to make a ਹਾਂਜੀ, little ਤੁਹਾਨੂੰ ਵੀ comment. ਰਿਕੁਐਸਟ ਆ ਗਈ ਵੀਰ ਜੀ ਫੇਰ। ਮੈਂ ਨਾ ਡਾਕਟਰ ਸਾਹਿਬ ਦੇ ਵਿਚਾਰਾਂ ਨੂੰ ਬਹੁਤ ਡੂੰਘਾਈ ਵਿੱਚ ਜਾ ਕੇ ਸਮਝਣ ਦੀ ਕੋਸ਼ਿਸ਼ ਕਰਦਾ ਹੁੰਨਾ। ਜਿਹੜਾ ਨਿਰਤ ਦਾ ਅੱਖਰ ਯੂਜ਼ ਹੋਇਆ ਨਾ ਜੀ, ਇਹ ਮੇਰਾ ਖਿਆਲ ਗੁਰਬਾਣੀ ਵਿੱਚ ਹੈ ਨੀਗਾ, ਪਰ ਰਾਧਾ ਸੁਆਮੀ ਜਿਹੜੇ ਉਹ ਜ਼ਰੂਰ ਯੂਜ਼ ਕਰਦੇ ਆ ਇਸ ਨੂੰ। ਪਰ ਮੈਨੂੰ ਇੱਥੇ ਕਹਿਣ ਵਿੱਚ ਸੰਕੋਚ ਵੀ ਕੋਈ ਨਹੀਂ ਕਿ ਦੇਹਧਾਰੀ ਗੁਰੂ ਨੂੰ ਛੱਡ ਕੇ ਰਾਧਾ ਸੁਆਮੀਆਂ ਦੇ ਕੋਲ ਸਾਡੇ ਨਾਲੋਂ ਜ਼ਿਆਦਾ ਡੂੰਘੀ ਸਮਝ ਹੈ ਜੀ। I have studied all their scriptures. ਉਹਨਾਂ ਦੀਆਂ ਸਾਰੀਆਂ ਕਿਤਾਬਾਂ ਪੜ੍ਹਨ ਤੋਂ ਬਾਅਦ ਨਿਰਣਾ ਇਹੀ ਹੈ ਕਿ ਉਹਨਾਂ ਨੇ ਦੇਹ ਨੂੰ ਗੁਰੂ ਲਿਆ ਕੇ ਵਿੱਚ ਬਿਠਾਲ ਦਿੱਤਾ ਤੇ ਸ਼ਬਦ ਗੁਰੂ ਨੂੰ ਰਿਪਲੇਸ ਕਰ ਦਿੱਤਾ। ਪਰ ਹੁਣ ਜਦੋਂ ਇੱਥੇ ਆਇਆ ਸੁਣੋ ਸਤ ਬਾਣੀ, ਡਾਕਟਰ ਸਾਹਿਬ ਨੇ ਠੀਕ ਫਰਮਾਇਆ ਮੇਰੀ ਸਮਝ ਮੁਤਾਬਕ, ਗੁਰਬਾਣੀ ਤੇ ਸੱਚੀ ਬਾਣੀ ਦਾ ਆਪਸ ਵਿੱਚ ਰਿਲੇਸ਼ਨ ਕੀ ਹੈ। ਕਿਉਂਕਿ ਜਦੋਂ ਗੁਰੂ ਅਰਜਨ ਪਾਤਸ਼ਾਹ ਨੇ ਸਾਨੂੰ ਨਾਮ ਦੀ ਵਿਆਖਿਆ ਬਖਸ਼ਿਸ਼ ਕੀਤੀ ਤਾਂ ਉੱਥੇ ਇੱਕ ਗੱਲ ਕਹੀ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ। ਜਿੰਨੀਆਂ ਵੀ ਧਾਰਮਿਕ ਪੁਸਤਕਾਂ ਇਹ ਨਾਮ ਦੀ ਬਦਾਲਤ ਹੋਂਦ ਵਿੱਚ ਆਉਂਦੀਆਂ, ਐਂਡ ਦੈਟ ਇਨਕਲੂਡ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਹੜਾ ਸੱਚੀ ਬਾਣੀ ਦਾ ਅੱਖਰੀ ਰੂਪ ਆ। ਡਾਕਟਰ ਜੋਤ ਸਿੰਘ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਹੈਡ ਆਫ ਦੀ ਗੁਰੂ ਗ੍ਰੰਥ ਸਟੱਡੀਜ਼ ਦੇ ਚੇਅਰਮੈਨ ਹੁੰਦੇ ਸੀ। ਉਹਨਾਂ ਨੇ ਇਹਦੀ ਵਿਆਖਿਆ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਸ਼ਬਦ ਦਾ ਪੰਜਵਾਂ ਸਰੂਪ ਆ। ਸ਼ਬਦ ਦੇ 4 ਸਰੂਪ ਆਮ ਗਿਣੇ ਜਾਂਦੇ ਨੇ, ਪਰਾ, ਪਸੰਤੀ, ਮੱਧਮਾ, ਬੈਖਰੀ। ਜਦੋਂ ਜੋ ਅਸੀਂ ਬੈਖਰੀ ਬੋਲੀ ਦੁਆਰਾ ਬੋਲਦੇ ਹਾਂ ਉਹਨੂੰ ਲਗਾ ਮਾਤਰਾਂ ਲੱਗਦੀਆਂ ਨੇ, ਉਹਨਾਂ ਨੂੰ ਫਿਰ ਅਸੀਂ ਮਾਤਰਕਾ ਸਰੂਪ ਕਹਿੰਦੇ ਹਾਂ।
ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਨੰਦ ਬਾਣੀ ਦਾ 5ਵਾਂ ਸਰੂਪ ਆ, ਪਰ ਦੇ ਆਰ ਵੈਰੀ ਡੀਪਲੀ ਕਨੈਕਟਡ। ਹੁਣ ਜਦੋਂ ਮੈਂ ਸੱਤ ਬਾਣੀ ਤੱਕ ਜਾਣਾ ਹੈ ਤਾਂ ਮਾਤ੍ਰਿਕਾ ਬਾਣੀ ਤੋਂ ਸ਼ੁਰੂ ਹੋਊਗੀ ਗੱਲ। ਜੇ ਇਸ ਪ੍ਰੋਸੈਸ ਦੇ ਨਾਲ ਦੁਨੀਆ ਦਾ ਜਗਤ ਪਸਾਰਾ ਹੋਇਆ ਹੈ, ਉਸ ਪਸਾਰੇ ਦੀ ਉਲਝਣ ਚੋਂ ਨਿਕਲ ਕੇ ਮੈਂ ਸੱਚ ਵਿੱਚ ਸਮਾਉਣਾ ਹੈ, ਤਾਂ ਮੈਨੂੰ ਵਾਪਸ ਪੁੱਠੇ ਕਦਮ ਹੀ ਜਾਣਾ ਪਊਗਾ। ਸੁਰਤ ਜਿਹੜੀ ਆ ਬਿਖਰੀ ਆ, ਮਾਇਆ ਵਿੱਚ ਉਲਝੀ ਹੈ, ਤੇ ਹੁਣ ਇਹਨੂੰ ਸੰਕੋਚ ਕੇ ਮੈਂ ਆਪਣੇ ਸੱਚ ਤੱਕ ਪਹੁੰਚਣਾ ਹੈ। ਪਹਿਲਾਂ ਗੁਰੂ ਮਹਾਰਾਜ ਦਾ ਗਿਆਨ ਉਪਦੇਸ਼ ਪ੍ਰਾਪਤ ਕਰਾਂਗੇ, ਜਿਹੜਾ ਮੈਨੂੰ ਅੱਖਰਾਂ ਦੁਆਰਾ ਮਿਲੂਗਾ। ਫਿਰ ਉਹਨੂੰ ਮੈਂ ਇੰਟਰਨਲਾਈਜ਼ ਕਰੂੰਗਾ। ਫਿਰ ਕਰਦਾ ਕਰਦਾ ਮੈਂ ਸੁਰਤੀ ਦੇ ਮਾਰਗ ਤੇ ਜਾ ਕੇ ਟਿਕਾ ਦੀ ਹਾਲਤ ਵਿੱਚ ਜਾਊਂਗਾ, ਤਾਂ ਜਾ ਕੇ ਨਾਮ ਤੱਕ ਮੇਰੀ ਰਸਾਈ ਹੋਊਗੀ। ਇਸ ਕਰਕੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਦਾ ਨਹੀਂ ਸੀਗੀ ਤੇ ਸਦਾ ਨਹੀਂ ਵੀ ਰਵੇਗੀ, ਪਰ ਜੇ ਇਸ ਧੁਰੇ ਤੋਂ ਇਹ ਆਈ ਆ, ਉਹ ਮਿਟੂਗਾ ਨਹੀਂ, ਉਹ ਸਦੀਵੀ ਰਹਿਣ ਵਾਲਾ ਹੈ। ਜਦੋਂ ਹਾਲੇ ਗੁਰੂ ਅਮਰਦਾਸ ਪਾਤਸ਼ਾਹ ਨੇ ਇਹ ਬਚਨ ਸਾਨੂੰ ਸੁਣਾਏ ਨੇ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ ਨਹੀਂ ਸੀ ਉਦੋਂ, ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਆਪ ਇੱਕ ਗੱਲ ਕਹੀ ਹੋਈ ਹੈ ਕਿ ਜਿੰਨਾ ਵੀ ਜਗਤ ਰੂਪ ਪਸਾਰਾ ਹੈ ਨਾ, ਇਹ ਕੱਚਾ ਹੈ, ਕਿਉਂਕਿ ਸਾਡੀ ਦੇਹੀ ਵੀ ਸਰਗੁਣ ਰੂਪ ਹੈ, ਇਸ ਕਰਕੇ ਇਹ ਵੀ ਕੱਚੀ ਹੈ। ਕਹਿੰਦੇ ਨੇ ਦੇਹੀ ਕਾਚੀ ਕਾਗਦ ਮਿਕਦਾਰਾ, ਕਾਗਦ ਦੀ ਵੀ ਮੋਹਲਤ ਹੁੰਦੀ ਹੈ। ਬੂੰਦ ਪੜਤ ਤਹਿਤ ਲਗਤ ਨਾ ਬਾਰਾ, ਕਾਗਜ਼ ਤੇ ਜੇ ਪਾਣੀ ਪੈ ਜਾਏ ਗਲ ਜਾਂਦਾ ਤੇ ਦੇਰ ਨਹੀਂ ਲੱਗਦੀ। ਪਰ ਜੋ ਗਿਆਨ ਗੁਰੂ ਗ੍ਰੰਥ ਸਾਹਿਬ ਦੇ ਅੱਖਰਾਂ ਵਿੱਚ ਹੈ, ਜੋ ਕਾਗਜ਼ ਤੇ ਲਿਖਿਆ ਹੋਇਆ, ਇਹ ਸੱਚ ਦਾ ਮਾਤ੍ਰਿਕਾ ਸਰੂਪ ਹੈ। ਇਸ ਕਰਕੇ ਇਹਦੀ ਬਹੁਤ ਜ਼ਿਆਦਾ ਮਹੱਤਤਾ ਤੇ ਇੰਪੋਰਟੈਂਸ ਹੈ। ਸੋ ਇਸ ਤੋਂ ਚੱਲ ਕੇ ਆਪਾਂ ਨਾਮ ਤੱਕ ਪਹੁੰਚਣਾ ਹੁੰਦਾ ਹੈ। ਨਾਮ ਕੋਈ ਲਿਖਣ ਵਿੱਚ ਨਹੀਂ ਆਉਂਦਾ, ਨਾਮ ਦਾ ਸਿਰਫ ਬਿਆਨ ਕੀਤਾ ਜਾਂਦਾ ਹੈ, ਉਹਦੀ ਵਿਆਖਿਆ ਕੀਤੀ ਜਾਂਦੀ ਹੈ। ਨਾਮ ਨੂੰ ਅੱਖਰਾਂ ਦੁਆਰਾ ਕੈਪਚਰ ਨਹੀਂ ਕੀਤਾ ਜਾ ਸਕਦਾ, ਕੇਵਲ ਤੇ ਕੇਵਲ ਅਨੁਭਵ ਦੁਆਰਾ ਉਹਨੂੰ ਪ੍ਰਤੀਤ ਕੀਤਾ ਜਾ ਸਕਦਾ। ਇਸ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਨਾਮ ਕੇ ਧਾਰੇ ਸੁਣ ਗਿਆਨ ਧਿਆਨ। ਪਰ ਉਸੇ ਅਸ਼ਟਪਦੀ ਦੇ ਵਿੱਚ ਗੁਰੂ ਮਹਾਰਾਜ ਨੇ ਇੱਕ ਗੱਲ ਕਹੀ ਹੈ, ਜਿਹੜੀ ਇੱਥੇ ਹੋਈ ਆ, ਪਵਿੱਤਰ ਨਾਮ ਸੁਣੋ। ਕਿਹੜਾ ਪਵਿੱਤਰ ਨਾਮ ਸੁਣੋ ਜੀ? ਅਖਰੀ ਨਾਮ ਨੂੰ ਹਿਰਦੇ ਵਿੱਚ ਵਸਾ ਕੇ ਆਪਣੀ ਜੀਵਨ ਸ਼ੈਲੀ ਨੂੰ ਬਦਲ ਕੇ ਸੁਰਤ ਦੀ ਇਕਾਗਰਤਾ ਬਣਾ ਕੇ ਫਿਰ ਨਾਮ ਦੀ ਧੁਨ ਨੂੰ ਸੁਣੋ। ਨਾਮ ਦੀ ਧੁਨ ਉਹਨਾਂ ਚਿਰ ਸੁਣਨੀ ਨਹੀਂ ਹੈ ਜਿੰਨਾ ਚਿਰ ਮੇਰਾ ਹਿਰਦਾ ਪਵਿੱਤਰ ਨਹੀਂ ਹੋ ਗਿਆ, ਮੇਰੀ ਸੁਰਤੀ ਟਿਕਾ ਵਿੱਚ ਨਹੀਂ ਆ ਗਈ। ਇਹ ਦੋ ਧਾਰੀ ਤਲਵਾਰ ਆ ਜੀ। ਜਿਵੇਂ ਜਿਵੇਂ ਮੈਂ ਆਪਣੀ ਸੁਰਤ ਨੂੰ ਟਿਕਾਉਣ ਦਾ ਯਤਨ ਕਰੂੰਗਾ, ਉਹਨਾਂ ਨਾਮ ਦੀ ਪ੍ਰਤੀਤੀ ਮੇਰੇ ਅੰਦਰ ਆਊਗੀ। ਜਿਵੇਂ ਜਿਵੇਂ ਮੈਂ ਨਾਮ ਨਾਲ ਜੁੜੂੰਗਾ, ਮੇਰਾ ਹਿਰਦਾ ਸਾਫ਼ ਹੁੰਦਾ ਜਾਊਗਾ। ਜਿਵੇਂ ਜਿਵੇਂ ਹਿਰਦਾ ਸਾਫ਼ ਹੋਊਗਾ, ਨਾਮ ਅੰਦਰ ਵਸਦਾ ਜਾਊਗਾ ਜੀ। ਇਸ ਕਰਕੇ ਸਮਝਣਾ ਬਹੁਤ ਜ਼ਰੂਰੀ ਹੈ ਕਿ ਗੁਰਬਾਣੀ ਦੇ ਅੱਖਰ ਨਾ ਪਰਮਾਨੈਂਟ ਆ, ਨਾ ਸਦੀਵੀ ਰਹਿਣ ਵਾਲੇ ਆ, ਪਰ ਇਹਨਾਂ ਦੇ ਵਿੱਚ ਜਿਹੜਾ ਗਿਆਨ ਆ, ਉਹਦਾ ਸਰੋਤ ਜਿਹੜਾ ਉਹ ਸਦਾ ਰਹਿਣ ਵਾਲਾ ਹੈ। ਇਸ ਕਰਕੇ ਤੁਹਾਨੂੰ ਇਹ ਸੱਚ ਨਾਲ ਜੋੜ ਦੇਣਗੇ। ਇਸ ਕਰਕੇ ਗੁਰਬਾਣੀ ਨੂੰ ਕਹਿੰਦੇ ਆ ਵਸੀਟ, ਵਿਚੋਲਾ, ਇੰਟਰਮੀਡੀਏਟ। ਗੁਰੂ ਵਸੀਟ ਆ ਜਿਹੜਾ ਸਾਨੂੰ ਸੱਚ ਦੇ ਨਾਲ ਜੋੜਦਾ ਹੈ, ਸਾਡੀ ਸੁਰਤ ਨੂੰ ਸ਼ਬਦ ਨਾਲ ਜੋੜਦਾ ਜੀ। ਇਸ ਕਰਕੇ ਸਮਝਣਾ ਬਹੁਤ ਜ਼ਰੂਰੀ ਹੈ। ਤੇ ਬਤੀਸ਼ ਹੋਣੀ ਡੂੰਘੀ ਗੱਲ ਕਹਿੰਦੇ ਨੇ, ਐਂਡ ਕਈ ਵਾਰੀ ਆਪਾਂ ਉਹਨੂੰ ਨਹੀਂ ਪਕੜਦੇ। ਇਸੇ ਕਰਕੇ ਮੈਂ ਉਹਨਾਂ ਦੀਆਂ ਲਿਖਤਾਂ ਪੜ੍ਹਨ ਤੋਂ ਬਾਅਦ ਇਹ ਮਨ ਵਿੱਚ ਖਿਆਲ ਆਇਆ ਸੀ, ਲੈਟਸ ਲਿਸਨ ਟੂ ਹਿਮ ਐਂਡ ਸੀ ਵੇਅਰ ਹੀ ਕਮਸ ਫਰੋਮ। ਐਂਡ ਆਈ ਥਿੰਕ ਥੋੜੇ ਅਨੁਭਵੀ ਪੁਰਸ਼ ਆ, ਜਿਨ੍ਹਾਂ ਨਾਲ ਸਾਂਝ ਬਾਣੀ ਆਪਣੀ ਬਣਦੀ ਹੈ, ਤੇ ਸ਼ਾਇਦ ਉਹਨਾਂ ਕੋਲ ਆਪਾਂ ਕੁਝ ਸਿੱਖ ਸਕੀਏ। ਸੋ ਧੰਨਵਾਦ ਜੀ। ਥੈਂਕ ਯੂ ਬੇਰ ਜੀ। ਚੱਲੀਏ ਅਗਲੀ ਤੇ ਹੁਣ। ਹਾਂਜੀ, ਓਕੇ, ਸਤਵੰਤ ਰਾਇਤ। ਹਾਂਜੀ Sivaj, can I say something before we move? ਹਾਂਜੀ ਹਾਂਜੀ ਕਹੋ। ਮੈਂ ਨਾ ਆਪਣੇ ਜਿਹੜਾ ਨਾ ਬੇਸਿਕ ਡਿਫਰੈਂਸ ਬਿਟਵੀਨ ਵਾਟ ਡਾਕਟਰ ਬਤੀਸ਼ ਸੇ, ਉਹ ਇਹ ਕਹਿ ਰਹੇ ਹੈਗੇ ਆ
ਧਿਆਨ ਦੇ ਨਾਲ ਸੁਣੀਏ ਆਪਾਂ। ਉਹ ਕਹਿ ਰਿਹਾ ਵੀ ਨਾਮ ਦੇ ਨਾਲ ਸੁਰਤ ਜੋੜੋ, ਜਿਹੜਾ ਲਿਖਤੀ ਰੂਪ ਚ ਸ਼ਬਦ ਆਇਆ ਉਸ ਦਿਨ ਉਹਦੇ ਨਾਲ ਨਹੀਂ ਸੁਰਤ ਜੋੜਨ ਦੀ ਕਹਿੰਦੇ ਉਹ ਕਹਿੰਦੇ ਨਾਮ ਦੇ ਨਾਲ ਸੁਰਤ ਜੋੜੋ, that is where the emphasis is। ਗੁਰਬਾਣੀ ਤਾਂ ਬਿਲਕੁਲ ਉਲਟ ਹੈਗੀ ਇਹ। ਆਪਣੇ ਤੁਹਾਨੂੰ ਕੁਲਵੰਤ ਸਿੰਘ ਨੇ ਕਿਹਾ ਕਿ ਆਏ ਹੈਗੇ ਆ ਵੀ ਸਾਡੇ ਅੰਦਰ ਜੋਤ ਨਾ ਹੋਵੇ ਅਸੀਂ ਕੋਈ ਅੱਖਰ ਵੀ ਨਹੀਂ ਬੋਲ ਸਕਦੇ। ਉਹ ਕਹਿੰਦੇ ਨੇ ਕਿ ਜੇ ਸਾਡੇ ਅੰਦਰ ਜੋਤ ਨਹੀਂ ਅਸੀਂ ਕੋਈ ਅੱਖਰ ਨਹੀਂ ਬੋਲ ਸਕਦੇ। ਜਿਹੜੇ ਅੱਖਰਾਂ ਦੀ ਅਸੀਂ ਗੱਲ ਕਰ ਰਹੇ ਹੈਗੇ ਆ ਉਹ ਅੱਖਰ ਕੌਣ ਬੋਲਦਾ ਹੈਗਾ? ਗੁਰੂ ਨਾਨਕ ਸਾਹਿਬ ਬੋਲਦੇ ਅੱਖਰ ਉਹ, ਜਾਂ ਭਗਤ ਜਨ ਬੋਲਦੇ ਅੱਖਰ ਉਹ ਤਾਂ ਕਹਿ ਰਹੇ ਨਹੀਂ ਬਈ ਮੈਂ ਤਾਂ ਹੁਣ ਹੈ ਹੀ ਨਹੀਂ, ਪਰਮਾਤਮਾ ਹੀ ਮੇਰੇ ਕੋਲ ਮੂੰਹੋਂ ਆਪ ਕਢਾ ਰਿਹਾ ਹੈਗਾ। ਹੁਣ ਇਮੇਜਿਨ ਕਰੋ ਜੇ ਮੇਰੀ ਸਟੇਟਮੈਂਟ ਤੁਸੀਂ ਰਿਕਾਰਡ ਕਰਕੇ ਕੋਰਟ 'ਚ ਪੇਸ਼ ਕਰੋ ਤਾਂ ਮੇਰੀ ਸਟੇਟਮੈਂਟ ਹੈਗੀ ਆ। ਜੇ ਮੈਂ ਕਹਾਂ ਵੀ ਮੈਂ ਤਾਂ ਹੈ ਹੀ ਨਹੀਂ, ਮੇਰੇ ਪਿੱਛੋਂ ਹੋਰ ਕੋਈ ਬੋਲ ਰਿਹਾ ਹੈਗਾ, ਉਹਦੀ ਸਟੇਟਮੈਂਟ ਹੋਈ ਕਿ ਮੇਰੀ ਸਟੇਟਮੈਂਟ ਹੋਈ? ਜਿਹੜੇ ਅੱਖਰ ਸਾਨੂੰ ਨਹੀਂ ਸੁਣਦੇ ਨਾ ਉਹ ਅਨਹਦ ਸ਼ਬਦ ਹੈਗੇ ਆ। ਅਨਹਦ ਸ਼ਬਦ ਹੀ ਸਾਡੇ ਵਿੱਚੋਂ ਅੱਖਰ ਕਢਵਾ ਰਿਹਾ ਹੈਗਾ। ਮੇਰੀ ਤਾਂ ਕਿ ਪਾਇਆ ਹੋਈ ਉਹ ਅੱਖਰ ਬੋਲਣ ਦੀ ਕਿ ਅਨਹਦ ਸ਼ਬਦ ਦੀ? ਜੇ ਅਨਹਦ ਸ਼ਬਦ ਦੀ ਇੱਕ ਹੋਈ ਪਾਇਆ ਹੈਗੀਆਂ ਉਹ ਮੇਰੇ ਸ਼ਬਦ ਹੋਏ ਕਿ ਅਨਹਦ ਸ਼ਬਦ ਦੇ? ਅਨਹਦ ਸ਼ਬਦ ਦੇ ਤੇ ਗੁਰੂ ਸ਼ਬਦ ਕੋ ਫਰਕ ਹੋਇਆ ਕੋਈ? ਜਦ ਉਹਦਾ ਸਰੋਤ ਉਹੀ ਹੈਗਾ ਤਾਂ ਗੁਰੂ ਸ਼ਬਦ ਤੇ ਅਨਹਦ ਸ਼ਬਦ ਕੀ ਫਰਕ ਹੋਇਆ? ਬਾਈ ਡੈਫੀਨੇਸ਼ਨ ਤੁਸੀਂ ਆਪ ਨਿਰਣਾ ਕਰਕੇ ਦੇਖੋ। ਜਿਹੜਾ ਬੰਦਾ ਕਹਿ ਰਿਹਾ ਹੈਗਾ ਵੀ ਮੈਂ ਤਾਂ ਬੋਲਦਾ ਹੀ ਨਹੀਂ ਹੈਗਾ, ਫਿਰ ਅੱਖਰ ਕਿਹਦੇ ਹੋਏ ਉਹ? ਸੋ ਆਈ ਥਿੰਕ ਮੁੱਖ ਦੀ ਗੱਲ ਵਿੱਚ ਇਹ ਹੈਗੀ ਆ ਗੁਰਬਾਣੀ ਦੇ ਅੱਖਰ ਇਸੇ ਕਰਕੇ ਇਟਰਨਲ ਹੈਗੇ ਆ ਕਿਉਂਕਿ ਪ੍ਰਮਾਤਮਾ ਦੇ ਆਪਣੇ ਹੈਗੇ ਆ ਪਰ ਕਿਸੇ ਦੇ ਮੂੰਹੋਂ ਕਢਵਾਏ ਆ। ਇਸੇ ਕਰਕੇ ਉਹ ਗਿਆਨ ਜਿਹੜਾ ਹੈਗਾ ਉਹ ਇਟਰਨਲ ਹੈਗਾ। ਇਸੇ ਕਰਕੇ ਜੇ ਬਾਣੀ 'ਚ ਕਹਿੰਦੇ ਨਾ ਵੀ ਜਾਣੀ ਕਿ ਜੇ ਅਸੀਂ ਆਪਣੀ ਹਉਮੈ ਨੂੰ ਜਲਾਉਣਾ ਹੈਗਾ, ਖਤਮ ਕਰਨਾ, ਜਿਸ ਤਰ੍ਹਾਂ ਕੁਲਵੰਤ ਸਿੰਘ ਨੇ ਕਿਹਾ ਵੀ ਹਉਮੈ ਜਾਏ ਤਾਂ ਅਸੀਂ ਉਹਦੇ 'ਚ ਸਮਾ ਜਾਂਦੇ ਹੈਗੇ ਆ, ਉਹ ਬਸੀਠ ਦੇ ਥਰੂ ਹੀ ਜਾ ਹੋਣਾ ਹੈਗਾ। ਇਹਨਾਂ ਦੇ ਵਰਡਸ ਅਸੀਂ ਆਪੇ ਹੀ ਬੱਤੀਆਂ ਬੁਝਾ ਕੇ ਤੇ ਸੁਰਤ ਜੋੜਨ ਦੀ ਕੋਸ਼ਿਸ਼ ਕਰੀਏ ਤਾਂ ਗੱਲ ਨਹੀਂ ਬਣਦੀ ਗੁਰਬਾਣੀ ਦੇ ਮੁਤਾਬਕ। ਉਹ ਕਹਿੰਦੇ ਕਿ ਨਹੀਂ ਵੀ ਤੁਸੀਂ ਗੁਰਬਾਣੀ ਦੇ ਸ਼ਬਦ ਦੇ ਨਾਲ ਉਹਦਾ ਗਿਆਨ ਹਾਸਲ ਕਰਕੇ ਹੀ ਆਪਣੇ ਅੰਦਰ ਆਤਮਾ ਨੂੰ ਉੱਚਾ ਕਰਨਾ ਹੈਗਾ। ਜਦੋਂ ਅਸੀਂ ਇੱਕ ਐਸੀ ਅਵਸਥਾ 'ਚ ਪਹੁੰਚਾਂਗੇ ਜਿੱਥੇ ਤੁਹਾਨੂੰ ਨਾਮ ਦੀ ਸੁਣਵਾਈ ਹੋਏਗੀ ਤਾਂ ਫਿਰ ਨਾਮ ਸੁਣੇਗਾ ਤੁਹਾਨੂੰ। ਗੁਰਬਾਣੀ ਦੇ ਤੁਕਾਂ ਕੁਲਵੰਤ ਸਿੰਘ ਉਹਨਾਂ ਨੇ ਪਤਾ ਨਹੀਂ ਕਈ ਵਾਰ ਰਿਪੀਟ ਕੀਤੀਆਂ ਕਿ ਅਨਹਦ ਸ਼ਬਦ ਦੀ ਸੁਣਵਾਈ ਕਦੋਂ ਹੋਣੀ ਹੈਗੀ ਆ, ਕਿਸ ਅਵਸਥਾ 'ਚ ਹੋਣੀ ਹੈਗੀ ਹੈ। ਜੇ ਅਸੀਂ ਕਹੀਏ ਕਿ ਅਸੀਂ ਉਸ ਅਵਸਥਾ ਤੇ ਕਿੱਦਾਂ ਪਹੁੰਚਣਾ ਨਹੀਂ ਹੈਗਾ, ਉਦੋਂ ਹੀ ਨਾਮ ਨੂੰ ਸੁਣਨ ਲੱਗ ਪਈ ਹੈ ਤੇ ਗੁਰੂ ਦੇ ਬਚਨ ਦੇ ਨਾਲ ਤਾਂ ਜੁੜੀਏ ਨਾ, ਉਸੇ ਤਰ੍ਹਾਂ ਹੀ ਕਮਰੇ 'ਚ ਬੈਠ ਕੇ ਬੱਤੀਆਂ ਬੰਦ ਕਰਕੇ ਉਹਦੇ ਨਾਲ ਸੁਰਤ ਜੋੜਨ ਦੀ ਕੋਸ਼ਿਸ਼ ਕਰੀਏ ਤਾਂ ਗੁਰਬਾਣੀ ਦਾ ਸਿਧਾਂਤ ਨਹੀਂ ਹੈਗਾ। ਸੋ ਮੈਂ ਖਿਮਾ ਚਾਹੁੰਦਾ ਹੈਗਾ ਸਿਰਫ ਨਾ ਵਜਨ ਕਿ ਨਾ ਵੀ ਅਨਲੈਸ ਸਮਬਡੀ ਟੈਲਸ ਮੀ ਅਦਰਵਾਈਜ਼, ਗੁਰਬਾਣੀ ਦਾ ਸਿਧਾਂਤ ਇਹੀ ਹੈਗਾ ਤੇ ਗੁਰੂ ਸ਼ਬਦ ਨਾਲ ਜੁੜ ਕੇ ਹੀ ਅਸੀਂ ਸੁਰਤ ਹੈ ਨਾ ਮੰਨੇ ਸੁਰਤ ਹੋਵੇ ਮਨ ਬੁੱਧ ਏਦਾਂ ਦੀ ਅਵਸਥਾ ਕਰਨੀ ਆ। ਇਸੇ ਤਰ੍ਹਾਂ ਹੀ ਗੁਰੂ ਸ਼ਬਦ ਨਾਲ ਜੁੜ ਕੇ ਅਸੀਂ ਆਪਣੀ ਹਉਮੈ ਨੂੰ ਸਾੜਨਾ ਹੈਗਾ। All that process has to go through until we go through this, until we sort of as it were climb up the ladder and go to ਸਹਿਜ ਅਵਸਥਾ state। ਉੱਥੇ ਆਪਣੇ ਆਪ ਹੀ ਜਾਣ ਕੇ ਪਰਮਾਤਮਾ ਦੀ ਮਿਹਰ ਹੁੰਦੀ ਹੈਗੀ ਆ ਤੁਹਾਡੇ ਅੰਦਰ ਜਾਣ ਕੇ ਵੀ ਉਹਦੀ ਅਨਹਦ ਨਾਦ ਦਾ ਜਿਹੜਾ ਸੁਣਵਾਈ ਜਾਂ ਅਨੁਭਵਤਾ ਹੁੰਦੀ ਹੈਗੀ ਆ and so on। So that is how I perceive it। ਗੁਰਬਾਣੀ ਦਾ ਸਿਧਾਂਤ ਇਹ ਕਹਿੰਦਾ ਹੈਗਾ। Thank you। Thank you। Dr. Savji, I think you nailed the thought। ਵਤੀਸ਼ ਹੋਣਾ ਦਾ ਜੇ ਖਿਆਲ ਹੈਗਾ ਵੀ ਗੁਰਬਾਣੀ ਤੋਂ ਬਿਨਾ, ਗੁਰਬਾਣੀ ਦਾ ਅਭਿਆਸ, ਗੁਰਬਾਣੀ ਦੇ ਗਿਆਨ ਤੋਂ ਬਿਨਾ ਨਾਮ ਨਾਲ ਮੈਂ ਜੁੜ ਸਕਦਾ, I don't think it is possible। ਕਿਉਂਕਿ ਪ੍ਰੋਸੈਸ ਜਿਹੜਾ ਹੈਗਾ ਨਾ ਜੀ, ਜਿੱਦਾਂ ਸੁਰਤ ਬਿਖਰੀ ਆ ਉਹਨੂੰ ਬੰਨਣ ਦਾ ਤਰੀਕਾ ਜਿਹੜਾ ਉਹ ਬਿਲਕੁਲ ਉਸ ਤੋਂ ਆਪੋਜ਼ਿਟ ਆ। ਸੁਰਤ ਬਿਖਰੀ ਆ ਮਾਇਆ ਨਾਲ ਜੁੜ ਕੇ ਤੇ ਮਾਇਆ ਤੋਂ ਇਹਨੂੰ ਨਿਰਲੇਪ ਕਰਕੇ ਹੀ ਆਪਾਂ ਸੱਚ ਨਾਲ ਜੁੜ ਸਕਦੇ ਹਾਂ। ਸੋ ਪ੍ਰੋਸੈਸ ਜਿਹੜਾ ਹੈ ਗੁਰਬਾਣੀ ਗੁਰੂ ਗਿਆਨ ਦਊਗਾ, ਗਿਆਨ ਨੂੰ ਅਸੀਂ ਕਮਾਵਾਂਗੇ ਤੇ ਗਿਆਨ ਕਮਾਉਂਦੇ ਕਮਾਉਂਦੇ ਮਨ ਨਿਰਮਲ ਹੋਊਗਾ। ਨਿਰਮਲ ਮਨ ਦੇ ਵਿੱਚ ਅਨਹਦ ਬਾਣੀ ਦਾ ਪ੍ਰਕਾਸ਼ ਹੋਊਗਾ, ਵਿਵੇਕ ਬੁੱਧੀ ਹੋਊਗੀ, ਦਿਵ ਦ੍ਰਿਸ਼ਟ ਜਾਗੂਗੀ। One without the other will not happen। Thank you। ਇਸੇ ਤਰ੍ਹਾਂ ਜੇ ਪਾਣੀ ਨੂੰ ਅਸੀਂ ਬੰਨ ਕੇ ਰੱਖਣਾ ਹੈਗਾ ਘੜੇ ਦੇ ਵਿੱਚ ਤਾਂ ਤੁਹਾਨੂੰ ਕੜਾ ਚਾਹੀਦਾ ਹੈਗਾ। ਕਹਿੰਦੇ ਵੀ ਕੁੰਭੇ ਬੱਧਾ ਜਲ ਰਹੇ ਤੇ ਜਲ ਬਿਨ ਕੁੰਭ ਨਾ ਹੋਏ। ਅੱਗੇ ਪਤਾ ਦੀ ਗੱਲ ਅੱਗੇ ਹੁੰਦੀ ਹੈ, ਕਹਿੰਦੇ ਗਿਆਨ ਕਾ ਬੱਧਾ ਮਨ ਰਹੇ। ਜੇ ਅਸੀਂ ਮਨ ਨੂੰ ਜਿਹੜਾ ਬਿਖਰਿਆ ਪਿਆ ਹੈਗਾ ਇਹਨੂੰ ਬੰਨਣਾ ਹੈਗਾ ਤਾਂ ਬੱਤੀਆਂ ਬੰਦ ਕਰਕੇ ਕਮਰੇ 'ਚ ਬੈਠ ਕੇ ਨਹੀਂ ਮਨ ਹੋਣਾ, ਗਿਆਨ ਨੇ ਬੰਨਣਾ ਹੈਗਾ। ਗਿਆਨ ਕਾ ਬੱਧਾ ਮਨ ਰਹੇ, ਪਰ ਮਿਲਣਾ ਕਿੱਥੋਂ ਗਾ? ਗੁਰਬਿਨ ਗਿਆਨ ਨਾ ਹੋਏ।
ਹੁਣ ਇਸ ਤੋਂ ਸਪਸ਼ਟ ਹੋਰ ਕਿਹੜੀ ਯਾਨੀ ਗੱਲ ਹੋ ਸਕਦੀ ਹੈਗੀ? ਦੋ ਲਾਈਨ, ਇੱਕੋ ਲਾਈਨ ਦੇ ਵਿੱਚ ਜਾਣੀ ਕਿ ਉਹਨਾਂ ਨੇ ਦੱਸਤਾ ਹੈਗਾ ਤੇ ਕੀ ਵਿਧੀ ਹੈਗੀ ਹੈ। ਸੰਤੋਖ ਸਿੰਘ ਜੀ, ਨਾਲ ਜਿਹੜੀ ਹੈ ਨਾ ਆਹ ਪੌੜੀ ਆਪਾਂ ਹੁਣ ਪੜ੍ਹੀ ਆ, ਇਹ ਪੌੜੀ ਦੀ ਵੀ ਤੁਸੀਂ ਲਾਈਨ ਬਾਈ ਲਾਈਨ ਦੇਖ ਲਓ। ਪ੍ਰੋਸੈਸ ਕੰਨਾਂ ਤੋਂ ਸ਼ੁਰੂ ਕਰਕੇ ਅੰਤਰਾਤਮਾ ਦੀ ਜੋਤ ਪ੍ਰਗਟ ਤੱਕ ਗੁਰੂ ਸਾਹਿਬ ਜੀ ਨੇ ਕਰ ਦਿੱਤਾ ਕਲੀਅਰ। ਸੱਚ ਲੱਖ ਵਡਾਣੀ ਅੰਮ੍ਰਿਤ ਬਾਣੀ ਤੱਕ ਇਹ ਉਹਨੇ ਜਾਣੀ ਜਿਹੜੀ ਬੈਖਰੀ ਬਾਣੀ ਆ ਉਹ ਤੋਂ ਲਿਆ ਕੇ ਅਨਹਦ ਬਾਣੀ ਤੱਕ ਉਹਨੇ ਲਿਜਾਤਾ ਇਹਦੇ ਵਿੱਚ ਹੀ। ਤੇ ਜੇ ਅਸੀਂ ਤਰਤੀਬ ਨਾਲ ਇਸ ਨੂੰ ਵੀ ਦੇਖ ਲਈਏ। ਧੰਨਵਾਦ। ਥੈਂਕ ਯੂ। ਥਿੰਕ ਬੜੀ ਡੂੰਗੀ ਸੋਚ ਸ਼ਕਤੀ ਦੀ ਲੋੜ ਹੈ। ਹਾਂਜੀ, ਕਿਸੇ ਹੋਰ ਨੇ ਕੁਝ ਐਡ ਕਰਨਾ ਕਿ ਚੱਲੀਏ ਅੱਗੇ? ਹਾਂਜੀ ਸਤਵੰਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਜਿਉ ਗੁਫਾ ਅੰਦਰ रख के बाजा पवन बजाया, बजाया बाजा पौन 9 द्वारे प्रगट किए, 10वां गुप्त रखाया, गुर द्वारे लाए पावनी, इकना 10वां द्वार दिखाया, तै अनेक रूप नाव नव निध, तिसदा अंत न जाई पाया, कह नानक हर प्यारा, जियो गुफा अंदर रख के बाजा पवन बजाया। हाँ जी, इत्थे जियो दा भाव जिंद है और मेरी समझ के अनुसार मैं उसनू परमात्मा दी जोत दा हिस्सा जिहड़ा हुंदा ओ सोचदी हां। ते मनुखी शरीर जिहड़ा गुफा जिहड़ी है मनुखी शरीर है। ते इत्थे जिस वेले वो कहंदे ने कि बाजा पवन बजाया, देखो बाजा उन्नी देर नहीं बजदा जिन्नी देर ओहदे विच हवा ना आए। ते इस करके मैं इसका अर्थ इस तरह किया है कि परमात्मा ने जियो पाप जिंद अपनी जोत नू मनुखी शरीर विच रख के उसनू साह श्वास रूपी बाजा बजाया लैन दी सहूलत नाल जीवित कीता ते जीव नू बोलन दी शक्ति दिती। बजाया बाजा पौन 9 द्वारे प्रगट किए, 10वां गुप्त रखाया, जीव नू बोलन दी शक्ति दिती अते 9 कर्म इंद्रियां जिवें के मुंह नक कान अखां जीवा गुदा लिंग विटैलिटी आदि बनाइयां जेड़ियां के देखियां जा सकदियां हन। किंतु 10वां द्वार जो कि मन नू मन्निया जांदा है उसने अदृश्य लुकमा रखिया जिसनू देखिया नहीं जा सकता। गुरुद्वारे लाए पावनी, इकना 10वां द्वार दिखाया, जिन्हां जीवां नू हरि ने गुरु दे दर ते अपड़ा के अपने नाम दी शरधा ते प्रेम बख्शिया, उन्हां नू 10वां दर भी विखा दिता। उन्हां नू नाम सिमरन दी विचार सत्या भी दे दिती जो कि आत्मक आनंद दा मूल है। तै अनेक रूप नाओ नव निध, तिस दा अंत न जाई पाया। इहो जे जीवां नू इस अवस्था विच पहुंच के अनेकां रूप रंगां विच व्यापक परमात्मा दा ओ नाम रूप 9 खजानियां दा भंडार भी प्राप्त हो जाता है जिस दा अंत नहीं पाया जा सकता। ऐसा जीव परमात्मा दे विस्तार दे कई रूप देखता है जिमें के बेअंत सदा रहन वाला सर्वशक्तिमान। कह नानक हर प्यार है, जीव गुफा अंदर रख के बाजा पवन बजाया। गुरु अमरदास नानक जी दी तीसरी जोत कहंदे हन कि प्यारे प्रभु ने जिंद नू शरीर विच टका के जीव नू बोलन दी शक्ति भी दिती है। इस पौड़ी दा भाव अर्थ है
ਕਿ ਮਾਇਆ ਦੇ ਪ੍ਰਭਾਵ ਹੇਠ ਜੀਵ ਦੀ ਵਿਚਾਰ ਸ਼ਕਤੀ ਦੁਨਿਆਵੀ ਉਲਝਣਾਂ ਵਿੱਚ ਫਸ ਕੇ ਹੀ ਰਹਿ ਜਾਂਦੀ ਹੈ। ਉਹ ਆਪਣੇ ਕਰਤੇ ਨੂੰ ਭੁੱਲ ਜਾਂਦੇ ਹਨ। ਜਿਸ ਜੀਵ ਉੱਪਰ ਹਰੀ ਦੀ ਮਿਹਰ ਹੋ ਜਾਵੇ ਤੇ ਉਹ ਗੁਰੂ ਦੇ ਦਰ ਤੇ ਅੱਪੜ ਜਾਵੇ ਤੇ ਉਸ ਦੇ ਵਿਚਾਰਨੇ ਦੀ ਸ਼ਕਤੀ ਉਭਰ ਆਉਂਦੀ ਹੈ। ਜਿਹੜਾ ਕਿ ਹੁਣੇ ਅਸੀਂ ਸੈਕਿੰਡ ਪੌੜੀ ਵਿੱਚ ਬਹੁਤ ਕੁਝ ਡਿਸਕਸ ਕੀਤਾ, ਉਹ ਸਾਰਾ ਹੀ ਇਹਦੇ ਨਾਲ ਸੰਬੰਧਿਤ ਹੋ ਜਾਂਦਾ ਹੈ। ਤੇ ਪ੍ਰਭੂ ਦੇ ਨਾਮ ਨਾਲ ਜੁੜ ਕੇ ਉਹ ਆਤਮਕ ਆਨੰਦ ਮਾਣਦਾ ਹੈ। ਮੇਰੀ ਸਮਝ ਆਨੀ ਹੈ, ਪਰ ਮੈਂ ਇੱਕ ਵਾਰੀ ਇਹ ਪੁੱਛਣਾ ਚਾਹੁੰਦੀ ਹਾਂ ਜਿਹੜਾ ਕਿ ਮੈਨੂੰ ਕਲੀਅਰ ਨਹੀਂ ਹੈ ਕਿ 9 ਖਜ਼ਾਨਿਆਂ ਦਾ ਭੰਡਾਰ what that contains. ਹਾਂਜੀ, ਸੌਰੀ ਆਈ ਮਿਸਡ ਇਟ। ਓਕੇ, ਕਿਸੇ ਨੇ ਕੁਝ ਐਡ ਕਰਨਾ ਪਲੀਜ਼? ਸੰਤੋਖ ਸਿੰਘ, ਤੁਹਾਨੂੰ ਵੀ ਅੱਗੇ ਆਉਣਾ ਪੈਣਾ ਫਿਰ। ਜੀ, ਜਿਹੜੀ 9 ਖਜ਼ਾਨਿਆਂ ਦੀ ਗੱਲ ਆ ਹਨਾ, ਉਹ ਜੇ ਤਾਂ ਆਪਾਂ ਗੁਰਬਾਣੀ ਦੇ ਵਿੱਚ ਹੀ ਦੇਖ ਲਈਏ, ਉਹ 9 ਖਜ਼ਾਨੇ ਮਨ ਦੀ ਜਿਹੜਾ ਸੋਧਿਆ ਸਰੂਪ ਆ ਨਾ, ਮਨ ਸਾਰੇ ਖਜ਼ਾਨਿਆਂ ਦਾ ਸਰੋਤ ਆ। ਇਹਦੇ ਵਿੱਚੋਂ ਹੀ ਸਭ ਕੁਝ ਮਿਲਣਾ, ਹਿਰਦੇ ਘਰ ਦੇ ਵਿੱਚੋਂ ਮਿਲਣਾ। ਹਿਰਦੇ ਦਾ ਸਰੋਤ ਮੇਨ ਆ ਨਾਮ, ਮਤਲਬ ਨਾਮ ਹੀ 9 ਨਿੱਧ ਉਹਨੂੰ ਹੀ ਕਹਿੰਦੇ ਆ। ਵੀ ਜੇ ਅਸੀਂ ਗੁਰਬਾਣੀ ਦੇ ਵਿੱਚ ਰੱਖੀਏ, ਉਦਾਂ ਜਿਹੜੇ 9 ਖਜ਼ਾਨੇ ਆ ਉਹ ਆਪਾਂ ਜਿਹੜੇ ਪੈਸਾ, ਜਿੱਦਾਂ ਜਵਾਹਰਾਤ, ਹੀਰੇ, ਜਿਹਦੇ ਕੋਲ ਧਨ ਦੌਲਤ ਆ, ਜਾਂ ਆਪਣੇ ਅੰਨ ਦਾ ਭੰਡਾਰ ਆ, ਏਦਾਂ ਜਿਹੜੇ 9 ਖਜ਼ਾਨੇ ਕੁਛ ਏਦਾਂ ਵੀ ਗਿਣੇ ਜਾਂਦੇ ਪੁਰਾਤਨਤਾ ਦੇ ਵਿੱਚ। ਪਰ ਧਿਆਨ ਦੇ ਨਾਲ ਸਿਰਫ ਏਦਾਂ ਹੀ ਆ ਵੀ ਜੇ ਨਾਮ ਜਦੋਂ ਪ੍ਰਾਪਤ ਹੋ ਗਿਆ, ਕਿਉਂਕਿ ਅੱਗੇ ਆਪਾਂ 9 ਨਿਧੀਆਂ ਦੇ ਉੱਤੇ ਗੱਲ ਕੀਤੀ ਸੀ, ਉਹਦੇ ਵਿੱਚ ਇਹ ਕਲੀਅਰ ਹੋਇਆ ਸੀਗਾ ਵੀ ਕਿਸ ਤਰੀਕੇ ਨਾਲ ਵੀ ਸਭ ਚੀਜ਼ ਦਾ ਸਰੋਤ ਜਿਹੜਾ ਉਹ ਨਾਮ ਆ। ਇਸ ਕਰਕੇ ਨਾਮ ਹੀ 9 ਨਿਧੀਆਂ ਦਾ ਮੂਲ ਰੂਪ ਆ। ਸੋ ਜਿਹਨੂੰ ਨਾਮ ਨਿੱਧ ਮਿਲ ਗਿਆ, ਉਹਨੂੰ ਸਭ ਕੁਝ ਹੀ ਮਿਲ ਗਿਆ। ਸੋ ਇਸੇ ਤਰੀਕੇ ਨਾਲ ਜਿਹੜਾ ਇਹਦੇ ਵਿੱਚ ਵੀ 10ਵਾਂ ਜਿਹੜਾ ਦਰਵਾਜ਼ਾ ਗੁਪਤ ਆ, ਉਹ ਹੈਗਾ ਸੁਰਤ ਦਾ ਦਰਵਾਜ਼ਾ। ਕਿਉਂਕਿ ਸੁਰਤ ਦੇ ਨਾਲ ਹੀ ਆਪਾਂ ਜਿਹੜਾ ਨਾਮ ਨਿਰੰਜਨ ਨਾਲ ਜੁੜਨਾ, ਤੇ ਸੁਰਤ ਦਾ ਬਾਹਰਲਾ ਹਿੱਸਾ ਜਿਹੜਾ ਆ ਉਹ ਭੌਤਿਕ ਸੰਸਾਰ ਨਾਲ ਚੱਲਦਾ। ਇਸੇ ਤਰੀਕੇ ਨਾਲ ਗੁਰੂ ਦਾ ਇਹਦੇ ਵਿੱਚ ਵੀ ਜਿਹੜਾ ਆਪਾਂ ਪਹਿਲਾਂ ਜਿਹੜੀ ਡਿਸਕਸ਼ਨ ਚੱਲਦੀ ਸੀਗੀ ਵੀ ਕਿੱਦਾਂ ਅਨਹਦ ਤੱਕ ਪਹੁੰਚਣਾ, ਇਹਦੇ ਵਿੱਚ ਵੀ ਪ੍ਰੋਸੈਸ ਗੁਰੂ ਸਾਹਿਬ ਜੀ ਨੇ ਪੂਰਾ ਦਿੱਤਾ ਆ ਵੀ ਗੁਰਦੁਆਰੇ ਲਾਏ ਭਾਵ ਨੇ, ਇੱਕ ਨਾ 10ਵਾਂ ਦੁਆਰ ਦਿਖਾਇਆ। ਨਹੀਂ ਤਾਂ ਸਾਰੀ ਜ਼ਿੰਦਗੀ ਦੇ ਵਿੱਚ ਹੀ ਇਹ ਸੁਰਤ ਦੇ ਰਾਹੀਂ ਜੀਣਾ ਹੀ ਨਹੀਂ ਆਉਂਦਾ ਵੀ ਸੁਰਤ ਦਾ ਹੋਰ ਫੰਕਸ਼ਨ ਵੀ ਕੋਈ ਹੈਗਾ। ਨਹੀਂ ਤਾਂ ਭੌਤਿਕ ਦੁਨੀਆ ਦੇ ਵਿੱਚ ਵਰਤ ਕੇ ਵਨ ਵੇ ਸਟਰੀਟ ਵਾਂਗੂ ਆਪਾਂ ਪਦਾਰਥਵਾਦੀ ਬਣ ਕੇ ਹੀ ਰਹਿ ਜਾਂਦੇ ਆ। ਸੋ ਗੁਰਦੁਆਰੇ ਲਾਏ ਭਾਵ ਨੇ, ਮਤਲਬ ਗੁਰੂ ਦੇ ਉਪਦੇਸ਼ ਦੁਆਰਾ, ਗੁਰੂ ਦੇ ਉਪਦੇਸ਼ ਵਿੱਚ ਮਨ ਜੋੜ ਕੇ ਫਿਰ ਸੁਰਤ ਦੇ ਜਿਹੜੇ ਫੰਕਸ਼ਨ ਆ ਉਹ ਪਤਾ ਲੱਗਦਾ ਕਿ ਕਿਸ ਤਰੀਕੇ ਨਾਲ ਸੁਰਤ ਜਿਹੜੀ ਆ ਅੰਦਰੋਂ ਨਾਮ ਨਾਲ ਜੁੜਦੀ ਆ ਤੇ ਬਾਹਰੋਂ ਸੰਸਾਰ ਦੇ ਨਾਲ ਜੁੜਦੀ ਆ। ਇਸੇ ਤਰੀਕੇ ਨਾਲ ਗੁਰਦੁਆਰੇ ਲਾਏ ਭਾਵ ਨੇ, ਇੱਕ ਨਾ 10ਵਾਂ ਦੁਆਰ ਦਿਖਾਇਆ। ਉੱਥੇ ਕਹਿੰਦੇ ਆ ਵੀ ਜਦੋਂ 10ਵਾਂ ਦੁਆਰ ਦਿਸ ਪਿਆ ਵੀ 10ਵਾਂ ਦਰਵਾਜ਼ਾ ਜਿਹੜਾ ਆ ਉਹ ਹੈਗਾ ਆ ਆਪਣੀ ਸੁਰਤ, ਤੇ ਜਦੋਂ ਸੁਰਤ ਨਾਮ ਨਾਲ ਜੁੜ ਗਈ, ਉਹਦੇ ਵਿੱਚ ਫਿਰ ਆ ਤੈ ਅਨੇਕ ਰੂਪ ਨਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ। ਮਤਲਬ ਜਿਹੜਾ ਨਿਰੰਕਾਰ ਜੋਤ ਸਰੂਪ ਆ, ਉਹਦਾ ਕੋਈ ਅੰਤ ਨਹੀਂ ਪਾ ਸਕਦਾ, ਉਹੋ ਹੀ ਸਾਰੇ ਖਜ਼ਾਨਿਆਂ ਦਾ ਮੂਲ ਸਰੋਤ ਆ। ਸੋ ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ। ਮਤਲਬ ਸਾਰਾ ਜਿਹੜਾ ਪ੍ਰੋਸੈਸ ਆ ਗੁਰੂ ਸਾਹਿਬ ਜੀ ਨੇ ਕਲੀਅਰ ਕਰਤਾ। ਧੰਨਵਾਦ। ਥੈਂਕ ਯੂ। ਮੈਂ ਵੀਰ ਜੀ ਇੱਕ ਚੀਜ਼ ਹੋਰ ਵੀ ਮੈਨੂੰ ਕਲੀਅਰ ਕਰੋਗੇ? ਜਿੱਦਾਂ ਬਾਜਾ ਪਵਨ ਵਜਾਇਆ, ਇਹਦੇ ਵਿੱਚ ਪਹਿਲਾ ਮਤਲਬ ਮਨੁੱਖ ਨੂੰ ਸਾਹ ਪਰਮਾਤਮਾ ਦਿੰਦਾ ਹੈ ਜੀ, ਆਪਣੀ ਜੋਤ ਰੱਖ ਕੇ, ਤੇ ਫਿਰ ਹੀ ਉਹਨੂੰ ਬੋਲਣ ਦੀ ਸ਼ਕਤੀ ਦਿੰਦਾ ਹੈ। ਇਜ਼ ਦੈਟ ਰਾਈਟ ਔਰ ਕਿ ਨਹੀਂ? ਕਿਉਂਕਿ ਇਹ ਤਾਂ ਸਿੰਬਲੀ ਹੈ ਨਾ, ਦੇਖੋ ਜਿੱਦਾਂ ਪਵਨ ਵਜਾਇਆ। ਹਾਂਜੀ, ਜਿੱਦਾਂ ਬਾਜਾ ਜਿਹੜੀ ਇਹ ਜਿਹਨੂੰ ਆਪਾਂ ਮੋਡਲੀ ਹੈ ਨਾ, ਪ੍ਰਾਣ ਜਿੱਥੋਂ ਸ਼ੁਰੂ ਹੁੰਦੇ ਆ ਸਾਡੇ, ਵੀ ਜਿਹੜਾ ਪਵਨ ਆ, ਪਵਨ ਦੇ ਥੱਲੇ ਔਂਕੜ ਆ, ਵੀ ਇਹ ਕੋਈ ਸਪੈਸ਼ਲ ਆ ਜਿਹੜਾ ਸਭ ਦੇ ਵਿੱਚ ਮੁੱਢਲਾ ਜਿਹੜੀ ਜਿੱਥੋਂ ਤਾਕਤ ਸ਼ੁਰੂ ਹੁੰਦੀ ਆ। ਭਈ ਜਿਹੜੀ ਜਿਹੜਾ ਹਰ ਜੀਓ
ਗੁਫਾ ਅੰਦਰ ਰੱਖ ਕੇ, ਮਤਲਬ ਗੁਫਾ ਤਾਂ ਹੋ ਗਈ ਸਰੀਰ, ਸਰੀਰ ਦੇ ਅੰਦਰ ਜੀਵ ਆਤਮਾ, ਜੀਵ ਆਤਮਾ ਦੇ ਵਿੱਚ ਫਿਰ ਆਹ ਪਵਨ ਵੀ ਚੱਲੇ, ਮਤਲਬ ਸ਼ਬਦ ਦਾ ਜਿਹੜਾ ਜ਼ੋਰ ਆ ਉਹ ਵੀ ਚੱਲਿਆ, ਫਿਰ ਸ਼ਬਦ ਚੱਲੂਗਾ ਤਾਂ ਜੀਵਨ ਚੱਲਣਾ। ਸੋ ਮੈਨੂੰ ਇਹਦੀ ਇਦਾਂ ਸਮਝ ਲੱਗਦੀ ਹੈ। ਹਾਂਜੀ ਵੀਰ ਜੀ ਕੁਲਵੰਤ ਸਿੰਘ। ਹਾਂਜੀ ਹਾਂਜੀ, ਸੰਤੋਖ ਸਿੰਘ ਉਹਨਾਂ ਨੇ ਕਾਫੀ ਕਲੀਅਰ ਕਰਤਾ। ਬਾਣੀ ਦੇ ਵਿੱਚ ਕੁਝ ਪੰਕਤੀਆਂ ਆਉਂਦੀਆਂ ਨੇ ਪਵਨ ਬਾਰੇ, ਤੇ ਗੁਰਬਾਣੀ ਵਿੱਚ ਜਦੋਂ ਗੁਰੂ ਨਾਨਕ ਪਾਤਸ਼ਾਹ ਸਾਨੂੰ ਖੇਲ ਸਮਝਾਉਂਦੇ ਨੇ ਤਾਂ ਇੱਕ ਬਚਨ ਉਚਾਰਦੇ ਨੇ, ਸਾਚੇ ਤੇ ਪਵਨਾ ਭਇਆ। ਪਵਨਾ ਮੀਨਸ ਪ੍ਰਾਣ ਸ਼ਕਤੀ, ਲਾਈਫ ਐਨਰਜੀ, ਜਿਹਦੇ ਨਾਲ ਸਾਰਾ ਦੁਨੀਆ ਦਾ ਖੇਲ ਚੱਲਦਾ, ਉਹਨੂੰ ਆਪਾਂ ਪਵਨ ਕਹਿੰਦੇ ਆ। ਇਹ ਆਰਡੀਨਰੀ ਹਵਾ ਨਹੀਂ ਹੈ, ਪ੍ਰਾਣ ਸ਼ਕਤੀ ਆ। ਉਹ ਲਾਈਫ ਐਨਰਜੀ ਜਿਹਨੂੰ ਪਵਨ ਕੈਰੀ ਕਰਕੇ ਸਾਰੇ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਂਦੀ ਹੈ। ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਫਿਰ ਕਹਿੰਦੇ ਆ, ਪਵਨੇ ਖੇਲ ਕੀਆ ਸਭ ਥਾਈ, ਕਲਾ ਖਿੰਚ ਟਹਾਇਂਦਾ। ਇਹ ਪਵਨ ਹੈ ਪ੍ਰਾਣ ਸ਼ਕਤੀ ਦਾ ਖੇਲ ਸਾਰੀ ਕਾਇਨਾਤ ਵਿੱਚ ਚੱਲਦਾ ਹੈ। ਜਿਹਦੇ ਅੰਦਰੋਂ ਇਹ ਪ੍ਰਾਣਾਂ ਦਾ ਸੂਤ ਖਿੱਚ ਲਿਆ ਜਾਵੇ, ਉਹਦਾ ਖੇਲ ਖਤਮ ਹੋ ਜਾਂਦਾ ਹੈ। ਸੋ ਜਦੋਂ ਇੱਥੇ ਪਵਨ ਦੀ ਗੱਲ ਹੈ, ਇਟ ਇਜ਼ ਅ ਲਾਈਫ ਐਨਰਜੀ, ਜਿਹਨੂੰ ਪ੍ਰਾਣ ਵੀ ਕਹਿੰਦੇ ਆ, ਪ੍ਰਾਣ ਸ਼ਕਤੀ ਕਹਿੰਦੇ ਆ, ਔਰ ਹਿੰਦੂ ਇਹਨੂੰ ਪ੍ਰਣਵ ਕਹਿੰਦੇ ਆ, ਪ੍ਰਾਣਾਂ ਦੇ ਪ੍ਰਾਣ, ਲਾਈਫ ਆਫ ਲਾਈਫ, ਉਹਨੂੰ ਆਪਾਂ ਪਵਨ ਕਹਿੰਦੇ ਆ ਜੀ। ਥੈਂਕ ਯੂ ਵੀਰ ਜੀ। ਮੇਰਾ ਖਿਆਲ ਆ ਮੋਨਾ ਤੁਸੀਂ ਕਿੱਥੇ ਹੋ? ਤੁਹਾਡਾ ਹੱਥ ਖੜਾ ਸੀ, ਥੋੜੀ ਦੇਰ ਹੋਈ। ਹਾਂਜੀ, ਮੈਂ ਜਿਹੜੇ ਭਾਜੀ ਨੇ ਹੁਣੇ ਜਿਹੜਾ ਪਵਨ ਦਾ ਅਰਥ ਸੀ ਨਾ ਪਹਿਲੀ ਲਾਈਨਾਂ ਦੇ ਵਿੱਚ, ਉਹਨਾਂ ਨੇ ਕਲੀਅਰ ਕਰਤਾ। ਮੈਂ ਇਹਨਾਂ ਨੂੰ ਇਸ ਚੀਜ਼ ਪ੍ਰਾਣ ਸ਼ਕਤੀ ਜਿਹੜੇ ਸਾਡੇ ਅੰਦਰ ਹੈ, ਇਹਨੂੰ ਥੋੜਾ ਐਲੈਬੋਰੇਟ ਕੀਤਾ ਜਾਏ ਕਿ ਕੀ ਹੈਗਾ। ਇਟਸ ਨਾਟ ਇਜ਼ ordinary air we are talking about. So ਉਹਨਾਂ ਨੇ ਬਹੁਤ ਸੋਹਣਾ ਦੱਸਿਆ। I'm happy with this. Yeah, we are lucky that we. Thank you very much. ਹਾਂਜੀ, ਕਿਸੇ ਹੋਰ ਨੇ ਕੁਝ ਐਡ ਕਰਨਾ ਇੱਥੇ? ਮੈਂ ਸਿਰਫ ਇਹ ਕਹਿਣਾ ਸੀ ਜਾਣੀ ਕਿ ਉਹਦਾ ਤਾਂ ਇਨਹੈਰੈਂਟਲੀ ਇਟਸ ਕਰੈਕਟ। ਦੂਸਰੇ ਪੱਖੋਂ ਸਰ ਜਾਣੀ ਕਿ ਉਹ ਜਿਹੜਾ ਵਾਜਾ ਹੈਗਾ ਵਜਾਉਣ ਵਾਲਾ, ਗੱਲ ਤਾਂ ਉਹ ਵੀ ਏਅਰ ਦੀ ਹੈਗੀ ਹੈ। ਜੇ ਜਦੋਂ ਅਸੀਂ ਕੋਈ ਗੱਲ ਕਰਨੀ ਆ, ਬੋਲਣਾ ਹੈਗਾ, ਉਹ ਜਿਹੜੀ ਵਾਈਬ੍ਰੇਸ਼ਨ ਹੁੰਦੀ ਹੈ ਉਹ ਵੀ ਏਅਰ 'ਚ ਹੁੰਦੀ ਹੈ, ਜਿਹਦੇ ਕਰਕੇ ਸਾਨੂੰ ਉਸ ਵਾਈਬ੍ਰੇਸ਼ਨ ਨਾਲ ਸਾਡੇ ਕੰਨ ਸੁਣਦੇ ਹੈਗੇ ਆ। ਸੋ ਦੋਨੋਂ ਪੱਖੋਂ ਜਾਣੀ ਕਿ ਪਵਨ ਦੇ ਅਰਥ ਲਏ ਜਾ ਸਕਦੇ ਜੇ ਜਾਂ ਕਿ, ਕਿਉਂਕਿ ਜਾਣੀ ਕਿ ਸਾਫ਼ ਸੁਣਨ ਨੂੰ ਕਿਹਾ ਹੈਗਾ, ਜਾਣੀ ਕਿ ਜਿਹੜੀ ਬੋਲਣ ਦੀ ਸ਼ਕਤੀ ਹੈਗੀ ਆ, ਉਹ ਵੀ ਜਾਣੀ ਕਿ ਕੋਈ ਫੇਰ ਹੀ ਆਉਂਦੀ ਹੈਗੀ। ਜਦੋਂ ਸਾਡੇ ਅੰਦਰ ਜਿਹੜੀ ਐਨਰਜੀ, ਜਿਹੜੀ ਪ੍ਰਾਣਾਮਈ ਸ਼ਕਤੀ ਹੈਗੀ ਆ, ਉਹ ਜਦੋਂ ਅਸੀਂ ਬੋਲਦੇ ਹਾਂ ਤਾਂ ਵਾਈਬ੍ਰੇਸ਼ਨ ਕਰਕੇ ਜਿਹੜੀ ਆਵਾਜ਼ ਬਣਦੀ ਹੈ, ਸੁਣਦੇ ਵੀ ਉਹਨਾਂ ਉਸੇ ਕਰਕੇ ਹੈਗੇ ਆ। ਦੂਸਰਾ ਆਪਣਾ ਸੰਤੋਖ ਉਹਨਾਂ ਨੇ ਕਿਹਾ ਸੀਗਾ ਜਾਣੀ ਕਿ ਸੁਰਤ ਦੀ ਗੱਲ ਹੋ ਰਹੀ ਸੀ, ਜਾਣੀ ਕਿ ਜਿਸ ਜਿਹਨੂੰ ਜਾਣੀ ਕਿ ਦਸਮ ਦੁਆਰ ਕਹਿ ਰਹੇ ਸੀ, ਜਾਣੀ ਕਿ ਉਸ ਵੇਲੇ ਜਾਣੀ ਕਿ ਸੁਰਤ ਨੂੰ ਕੁਛ ਹੁੰਦਾ ਹੈਗਾ। ਦਸਮ ਦੁਆਰ ਜਿਹੜਾ ਨਾ, ਅਗੇਨ ਆਈ ਥਿੰਕ ਇਟਸ ਦੈਟ, ਜਾਣੀ ਕਿ ਜਿਹਨਾਂ ਨੇ ਨਾ ਮਾੜੀ ਮੋਟੀ ਫਿਜ਼ਿਕਸ ਕੀਤੀ ਹੈ, ਇਮੈਜਿਨ ਕਰੋ ਕਿ ਆਰਕਮੀਡੀਜ਼ ਉਹ ਦੇਖ ਰਿਹਾ ਸੀ ਜਾਣੀ ਕਿ ਜੇ ਕੋਈ ਚੀਜ਼ ਪਾਣੀ 'ਚ ਡੁੱਬੀ ਹੈ ਤਾਂ ਉਹ ਕਿੱਦਾਂ ਉੱਪਰ ਨੂੰ ਫਿਰ ਉੱਠ ਖੜਦੀ ਹੈਗੀ ਹੈ। ਤੇ ਜਦੋਂ ਉਹਨੂੰ ਪਤਾ ਲੱਗਿਆ ਨਾ, ਜਦੋਂ ਯੂਰੀਕਾ ਆਇਆ ਤਾਂ ਉਹਨੂੰ ਪਤਾ ਲੱਗਿਆ ਵੀ ਕੀ ਹੈਗਾ। ਇਸੇ ਹੀ ਤਰ੍ਹਾਂ ਹੀ ਜਦੋਂ ਸਾਨੂੰ ਹਰ ਇੱਕ ਚੀਜ਼ ਦੀ ਪਰਖਣ ਦੀ ਐਬਿਲਿਟੀ ਆ ਗਈ, ਜਿਹਨੂੰ ਆਪਾਂ ਵਿਵੇਕ ਕਹਿੰਦੇ ਗਿਆ, ਦੈਟ ਇਜ਼ ਦ ਯੂਰੀਕਾ ਮੂਮੈਂਟ। ਉਹ ਦਸਮ ਦੁਆਰ ਹੈਗਾ। ਤੇ ਹੁਣ ਮੈਨੂੰ ਸਭ ਕੁਝ ਪਤਾ ਹੈਗਾ ਜਾਣੀ ਕਿ ਅਕਥ ਦੀ ਕਥਾ ਕੀ ਹੈਗੀ ਆ, ਇਹ ਖੇਲ ਕੀ ਹੈਗਾ, ਐਂਡ ਮੇਰੇ ਅੰਦਰ ਕੀ ਵਸਦਾ, ਮੈਂ ਕੌਣ ਹੈਗਾ, all that sort of thing। ਇਸ ਕਰਕੇ ਜਿਹੜੀ ਨਾ ਬੁੱਧ ਦੀ ਵਿਵੇਕ ਬਣ ਜਾਣਾ, ਆਰਡੀਨਰੀ ਬੁੱਧ ਨੂੰ, ਉਹਦੀ ਵੀ ਪਰਖਣ ਦੀ ਐਬਿਲਿਟੀ ਹੈਗੀ ਹੈ ਬੁੱਧ ਦੀ, ਪਰ ਉਹ ਪਰਖਣ ਦੀ ਐਬਿਲਿਟੀ ਇੰਨੀ ਉੱਚੀ ਹੋ ਜਾਣੀ ਕਿ ਜਿਹਨੂੰ ਆਪਾਂ ਵਿਵੇਕ ਬੁੱਧ ਕਹਿੰਦੇ ਹੈਗੇ ਆ, ਉਹ ਦਸਮ ਦੁਆਰ ਹੈ। ਦਸਮ ਦੁਆਰ ਦਾ ਖੁੱਲ ਜਾਣਾ ਮੀਨਸ ਮਨ ਦੇ ਇੱਕ ਐਸਾ ਫੰਕਸ਼ਨ ਜਿਹਦੇ ਵਿੱਚ ਤੁਹਾਨੂੰ ਹਰ ਇੱਕ ਚੀਜ਼ ਦੀ ਅਵੇਅਰਨੈਸ ਆ ਜਾਂਦੀ ਹੈ, ਪਰਖਣ ਦੀ ਐਬਿਲਿਟੀ ਆ ਜਾਂਦੀ ਹੈਗੀ ਹੈ। ਸੁਰਤ ਦਾ ਮਤਲਬ ਹੈਗਾ ਵੀ ਯੂ ਫੋਕਸਿੰਗ ਔਨ ਸਮਥਿੰਗ। ਤੁਹਾਡੀ ਸੁਰਤ ਕੈਸੀ ਟਿਕ ਗਈ, ਲਿਵ ਲੱਗੇ ਉਹਦੇ ਨੂੰ ਸੁਰਤ ਟਿੱਗੀ, ਸੁਰਤ ਦਾ ਉੱਥੇ ਮਤਲਬ ਹੈਗਾ। ਯਾਨੀ ਕਿ ਹੈ ਤਾਂ ਮਨ ਦੇ ਫੰਕਸ਼ਨ ਸਾਰੇ, ਪਰ ਮਨ ਦੀ ਇੱਕ ਐਸੀ ਐਬਿਲਿਟੀ ਜਿਹਦੇ ਕਰਕੇ ਅਸੀਂ ਜੱਜ ਕਰ ਸੀ, ਹਰ ਚੀਜ਼ ਬਾਰੇ ਫੈਸਲਾ ਲੈ ਸਕੀਏ, ਉਹ ਗਿਆਨਵਾਨ ਅਵਸਥਾ, ਉਹ ਦਸਮ ਦੁਆਰ ਹੈਗਾ। ਇਹਨੂੰ ਤੁਸੀਂ ਮੈਂ ਡਾਕਟਰ ਸਾਹਿਬ, ਮੈਂ ਇਦਾਂ ਕਹਿੰਦਾ ਸੀਗਾ, ਮੈਂ ਕਿਹਾ ਸੁਰਤ ਦੇ ਜਿੱਦਾਂ ਦੋ ਮੀਨਿੰਗ ਲਏ ਜਾਂਦੇ ਆ। ਸੁਰਤੀ ਸੁਣਦੀ ਵੀ ਆ ਤੇ ਫੋਕਸ ਧਿਆਨ ਵੀ ਕਰਦੀ ਆ। ਠੀਕ ਹੈ। ਸੋ ਮੇਰਾ ਕਹਿਣ ਦਾ ਮਤਲਬ ਇਹ ਸੀਗਾ ਵੀ ਜਦੋਂ ਸੁਰਤ ਨਾਮ ਦੇ ਨਾਲ ਜੁੜਦੀ ਆ, ਬੁੱਧ ਦੇ ਵਿੱਚ ਵਿਵੇਕ ਉਦੋਂ ਹੀ ਆਉਣਾ, ਨਹੀਂ ਤਾਂ ਨਹੀਂ ਆਉਣਾ। ਕਿਉਂਕਿ ਜੇ ਨਾਮ ਨਾਲ ਸੁਰਤ ਜੁੜੂਗੀ, ਫੇਰ ਜਿਹੜੀ ਬੁੱਧ ਆ, ਮਤ ਆ, ਮਨ ਆ, ਇਹਨਾਂ ਸਾਰੀਆਂ ਦੇ ਵਿੱਚ ਵਿਵੇਕ ਫੇਰ ਵੜਨਾ।
ਨਹੀਂ ਜਿਹੜੀ ਨਾ ਵਿਵੇਕ ਹੈਗੀ ਆ ਉਹ ਹੈਗੀ ਆ ਐਬਿਲਿਟੀ ਟੂ ਜੱਜ, ਟੂ ਡਿਸਾਈਫਰ, ਰਾਈਟ। ਮਨ ਦਾ ਇੱਕ ਫੰਕਸ਼ਨ ਹੈਗਾ, ਜਿਹੜਾ ਫੰਕਸ਼ਨ ਅਸੀਂ ਵੀ ਕਰਦੇ ਹਾਂ ਐਟ ਘਟੀਆ ਲੈਵਲ ਤੇ, ਉਹਨੂੰ ਆਪਾਂ ਬੁੱਧ ਕਹਿੰਦੇ ਹੈਗੇ ਆ। ਜੇ ਮਨ ਦੇ ਚਾਰੇ ਫੰਕਸ਼ਨ ਅਸੀਂ ਘਟਨੇ ਹੈਗੇ ਆ ਤਾਂ ਇਹ ਇੱਕ ਫੰਕਸ਼ਨ ਹੈਗਾ ਬੁੱਧ ਵਿੱਚ, ਅਸੀਂ ਜਾਣੀ ਕਿ ਕਿਸੇ ਪਰਖਣਾ, ਡਿਸਾਈਫਰ ਕਰਨਾ। ਇਸੇ ਨੂੰ ਜਦੋਂ ਨਾ ਐਕਸਟ੍ਰੀਮ ਲੈਵਲ ਤੇ ਅਸੀਂ ਇਹਨੂੰ ਕਹਿੰਦੇ ਪੋਲਿਸ਼ ਕਰਦੇ ਆ ਤੇ ਮੁੜ ਕੇ ਵਿਵੇਕ ਬਣਦੀ ਹੈਗੀ ਆ, that gives you the ability, ਤੁਸੀਂ ਜਾਣੀ ਕਿ ਨਾ ਦਸਵਾਂ ਹਰ ਚੀਜ਼ ਨੂੰ ਪਰਖ ਸਕਦੇ, ਹਰ ਚੀਜ਼ ਨੂੰ ਦੇਖ ਸਕਦੇ ਹੈਗੇ ਆ। ਉਹ ਐਕਸਰੇ ਅੱਖ ਜਿਹੜੀ ਹੈ, ਤੀਸਰੀ ਅੱਖ, ਉਹ ਵਾਲੀ ਅਵਸਥਾ ਹੈਗੀ ਆ। ਆਪਣੇ ਕੁਲਵੰਤ ਸਿੰਘ ਉਹਨਾਂ ਨੇ ਕੁਝ ਕਹਿਣਾ ਹੋ ਫਿਰ ਦੁਆਰਾ। ਹਾਂਜੀ ਵੀਰ ਜੀ। ਹਾਂਜੀ, 10ਵੇਂ ਦੁਆਰ ਦਾ ਥੋੜਾ ਜਿਹਾ ਭੇਦ ਆਪਾਂ ਜੇ ਸਮਝ ਲਈਏ ਤੇ ਕਬੀਰ ਸਾਹਿਬ ਨੇ ਸਮਝਾਇਆ ਖੁੱਲਦਾ ਕਦੋਂ ਆ, ਤਾਂ ਉਹਨਾਂ ਦੇ ਬਚਨ ਆ ਤ੍ਰਿਕੁਟੀ ਛੂਟੇ 10ਵਾਂ ਦੁਆਰ ਖੁੱਲੇ ਤਾਂ ਮਨ ਖੀਵਾ ਭਾਈ। ਫਿਰ ਕਹਿੰਦੇ 10ਵੇਂ ਦੁਆਰ ਰਹਿਤ ਕਰੇ ਤੇਰੇ ਭਵਨ ਸੋਝੀ ਪਾਏ। ਜਿਹੜੀ ਗੱਲ ਡਾਕਟਰ ਸਾਹਿਬ ਆਪਾਂ ਨੂੰ ਸਮਝਾ ਰਹੇ ਸੀ ਨਾ ਜੀ, ਇਹ ਤਿੰਨਾਂ ਭਵਨਾਂ ਦੀ ਸੋਝੀ ਉਸ ਵਿਵੇਕ ਬੁੱਧੀ ਵਾਲੇ ਨੂੰ ਪ੍ਰਾਪਤ ਹੋ ਜਾਂਦੀ ਹੈ। ਜਿਨ੍ਹਾਂ ਨੂੰ ਉਹ ਹੁੰਦੀ ਹੈ ਉਹਨਾਂ ਨੂੰ ਕਹਿੰਦੇ ਉਹਨਾਂ ਦਾ 10ਵਾਂ ਦੁਆਰ ਖੁੱਲ੍ਹਾ ਹੈ। ਮੈਨੂੰ ਕਈ ਵਾਰੀ ਇਹ ਲੱਗਦਾ ਵੀ ਜਦੋਂ ਸਾਰੀ એનર્ਜੀ ਫੋਕਸ ਹੋ ਕੇ ਬ੍ਰੇਨ ਨੂੰ ਐਨਹੈਂਸ ਕਰਦੀ ਹੈ ਤਾਂ ਸਾਡੀ ਚੇਤਨਾ ਦੀ ਐਕਸਪ੍ਰੈਸ਼ਨ ਦਾ ਮੀਡੀਅਮ ਜਿਹੜਾ ਬ੍ਰੇਨ ਆ ਨਾ, ਇਹ ਬਹੁਤ ਵਿਸ਼ਾਲ ਹੋ ਜਾਂਦਾ ਤੇ ਇਹਦੀ ਬਦੌਲਤ ਸਾਡੀ ਸੁਰਤੀ ਜਿਹੜੀ ਆ ਉਹ ਵਿਸ਼ਵ ਰੂਪ ਹੋ ਜਾਂਦੀ ਹੈ, ਬ੍ਰਹਮੰਡੀ ਹੋ ਜਾਂਦੀ ਹੈ। ਜਿਹੜੀ ਸੁਰਤੀ ਬ੍ਰਹਮੰਡੀ ਹੋ ਜਾਂਦੀ ਹੈ ਉਹਨੂੰ ਆਪਾਂ 10ਵੇਂ ਦੁਆਰ ਦੀ ਖੇਲ ਕਹਿੰਦੇ ਆ। ਸੋ ਜਿੰਨਾ ਚਿਰ ਤਿੰਨਾਂ ਗੁਣਾਂ ਵਿੱਚ ਮਨ ਫਸਿਆ ਹੋਇਆ ਤ੍ਰਿਕੁਟੀ, ਜਿੰਨਾ ਚਿਰ ਇਹਦੇ ਚੋਂ ਛੁੱਟਦਾ ਨਹੀਂ ਉਹਨਾਂ ਚਿਰ 10ਵਾਂ ਦੁਆਰ ਨਹੀਂ ਖੁੱਲਦਾ। ਜੇ ਖੁੱਲ ਜਾਏ ਤਾਂ ਤੇਰੇ ਭਵਨ ਸੋਝੀ ਹੋ ਜਾਂਦੀ ਹੈ। ਸੋ ਇੰਨੀ ਗੱਲ ਗੁਰਬਾਣੀ ਨੇ ਆਪਾਂ ਨੂੰ 10ਵੇਂ ਦੁਆਰ ਬਾਰੇ ਦੱਸੀ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਜਾਗਰਤ ਮਾਈਂਡ, ਜਾਗਿਆ ਹੋਇਆ ਮਨ, ਜੋਤ ਸਰੂਪ ਮਨ। ਜਦੋਂ ਮਨ ਜੋਤ ਸਰੂਪ ਹੋ ਜਾਂਦਾ ਤਾਂ ਉਹ 10ਵੇਂ ਦੁਆਰ ਦੀ ਰਹਿਤ ਵਿੱਚ ਹੁੰਦਾ ਹੈ ਜੀ, ਉਦੋਂ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਚੁੱਕਿਆ ਹੁੰਦਾ ਹੈ। ਧੰਨਵਾਦ। ਥੈਂਕ ਯੂ। ਹੁਣ ਅਸੀਂ ਪਰਮਿੰਦਰ ਦੇ ਬਹੁਤ ਥੈਂਕਫੁਲ ਹਾਂ ਕਿ ਅੱਜ ਵੀਰ ਜੀ ਚਰਨਜੀਤ ਸਿੰਘ ਆ ਨਹੀਂ ਸਕੇ, ਤਾਂ ਉਹਨਾਂ ਨੇ ਲਾਸਟ ਮਿੰਟ ਤੇ ਸਾਡੀ ਹੈਲਪ ਕੀਤੀ ਆ। ਥੈਂਕ ਯੂ ਪਰਮਿੰਦਰ। ਤੁਸੀਂ 39 ਨੂੰ ਕਰੋ ਪਲੀਜ਼। ਮੈਂ ਤਾਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ। ਸਭ ਤੋਂ ਪਹਿਲੇ ਮੈਂ ਇੰਨੀ ਖੁਸ਼ ਸੀ ਵਾਪਸ ਆ ਕੇ, ਜਿਸ ਤਰ੍ਹਾਂ ਹੀ ਮੇਰੀ ਐਨਕ ਬਣੀ ਹੈ, ਮੈਂ ਆਈ ਵਾਂਟਡ ਟੂ ਡੂ ਸਮਥਿੰਗ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਸੀ। ਥੈਂਕ ਯੂ ਵੈਰੀ ਮਚ ਓਪਰਚੁਨਿਟੀ। ਮੈਂ ਪੜ੍ਹਾਂ ਪਹਿਲੇ। ਹਾਂਜੀ। ਇਹ ਸਾਚਾ ਸੋਹਿਲਾ ਸਾਚੈ ਘਰ ਗਾਵੋ, ਗਾਵੋ ਤਾਂ ਸੋਹਿਲਾ ਘਰ ਸਾਚੇ, ਜਿੱਥੇ ਸਦਾ ਸੱਚ ਧਿਆਵ ਹੈ, ਸੱਚੋ ਧਿਆਵ ਹੈ ਜਾਂ ਤੁਧ ਪਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ सबना का खस्म है, जिस बख्शे सो जन पावहे। कहे नानक सच सोहला सच्चे कर गावहे। I need to connect with my battery, please. मेरी बैटरी लो जा रही है। I am a bit disorganized क्योंकि after a long time मैं पढ़न लगिया। ਇਹਦੇ ਮਤਲਬ ਜਿਹੜੇ ਨੇ ਮੈਨੂੰ ਜਿਹੜੀ ਮੈਂ ਜ਼ਿਆਦਾ ਕੁਝ ਲਫ਼ਜ਼ਾਂ ਤੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਉਹ ਵੀ ਮੈਂ ਦੱਸਦੀ ਹਾਂ ਤੁਹਾਨੂੰ, ਪਰ ਪਹਿਲਾਂ ਅਸੀਂ ਮੀਨਿੰਗ ਵੱਲ ਜਾਂਦੇ ਹਾਂ। ਮੀਨਿੰਗ ਜਿਹੜੇ ਮੈਨੂੰ ਸਮਝ ਆਏ ਨੇ, ਇਹ ਸਾਚਾ ਸੋਹਲਾ ਸਾਚੇ ਘਰ ਗਾਵੋ। ਉਹ ਕਹਿੰਦੇ ਨੇ ਬਈ ਜਿਹੜਾ ਅਸੀਂ ਆਪਣੇ ਇਲਾਹੀ ਜਾਂ ਸਵਾਮੀ ਦੀ ਸਿਫਤ ਸਲਾਹ ਜਿਹੜੀ ਹੈ ਉਹਦੇ ਸੱਚੇ ਗੀਤ ਨੂੰ, ਸੋਹਲੇ ਦਾ ਮਤਲਬ ਇੱਥੇ ਗੀਤ ਹੈ, ਗਾਣਾ ਹੈ, ਇਹਨੂੰ ਮੈਂ ਬਾਅਦ ਵਿੱਚ ਇਲੈਬੋਰੇਟ ਕਰਾਂਗੀ। ਆਪਣੀ ਆਤਮਾ ਦੇ ਸੱਚੇ ਘਰ ਅੰਦਰ ਗਾਓ, ਗਾਇਨ ਕਰੋ। ਤੇ ਇਹ ਸੱਚਾ ਘਰ ਜਿਹੜਾ ਹੈ
ਇਹ ਕਿੱਥੇ ਹੈ, ਕਿੱਥੇ ਵਸਦਾ ਹੈ। ਜਿਸ ਤਰ੍ਹਾਂ ਕਿ ਸਾਰੇ ਹੁਣੇ ਵੀ ਕਿਹਾ ਕਿ ਭਾਈ ਆਪਣੇ ਮਨ ਦੇ ਅੰਦਰ ਦੇਖੋ, ਆਪਣੇ ਮਨ ਦੇ ਅੰਦਰ ਦੇ ਰਸਤੇ ਤੇ ਦੇਖੋ। ਜਿਹੜਾ ਕਿ ਸਾਨੂੰ ਹੁਕਮ ਹੈ, ਅਗਰ ਅਸੀਂ ਸਾਰਾ ਕੁਝ ਤਿਆਗਣਾ ਹੈ, ਮਾਇਆ ਵੀ ਤਿਆਗਣੀ ਹੈ, ਸਾਰਾ ਕੁਝ ਜਾਣਾ ਹੈ, ਫਿਰ ਅਸੀਂ ਹਿਮਾਲਿਆ ਪਰਬਤ ਤੇ ਜਾ ਕੇ ਸਾਨੂੰ ਨਹੀਂ ਮਿਲਣਾ, ਕੁਝ ਚੈਨ ਨਹੀਂ ਮਿਲਣਾ। ਇਹ ਸਾਨੂੰ ਆਪਣੇ ਅੰਦਰ ਦੀ ਪਰਮਾਤਮਾ ਦੀ ਜਿਹੜੀ ਹੈ ਆਪਣੇ ਮਨ ਦੇ ਅੰਦਰ, ਉਹੀਓ ਸੱਚਾ ਘਰ ਹੈ, ਔਰ ਉੱਥੇ ਹੀ ਅਸੀਂ ਸਿਫਤ ਸਲਾਹ ਆਪਣੇ ਦਾਤੇ ਦੀ ਕਰਨੀ ਹੈ। ਕੁਐਸਚਨ ਇਹ ਹੈ ਕਿ ਗਾਵੋ ਤਾਂ ਸੋਹਲਾ ਘਰ ਸੱਚੇ, ਸੱਚ ਹੈ। ਗਾਵੋ ਤਾਂ ਸੋਹਲਾ ਘਰ ਸੱਚੇ, ਇਹ ਅਸੀਂ ਇਹਨੂੰ ਕੁਐਸਚਨ ਵੀ ਸਮਝ ਸਕਦੇ ਹਾਂ, ਔਰ ਇਹਦੇ ਇਸ ਲਾਈਨ ਦੇ ਵਿੱਚ ਆਨਸਰ ਵੀ ਦਿੱਤਾ ਹੋਇਆ ਹੈ। ਜਿੱਥੇ ਸਦਾ ਸੱਚ ਧਿਆਵੇ, ਉਸ ਜਗ੍ਹਾ ਤੇ ਜਿੱਥੇ ਸੱਚ ਸੱਚ ਰਹਿੰਦਾ ਹੈ। ਸੱਚ ਇੱਥੇ ਨਾਮ ਦਾ ਸੱਚ ਹੈ, ਕਿਸ ਚੀਜ਼ ਦਾ ਸੱਚ ਹੈ, ਇਹਦਾ ਮਤਲਬ ਕੀ ਹੈ ਜਾਂ ਕੀ ਕਹਿਣਾ ਚਾਹੁੰਦੇ ਆ, ਇਹ ਮੇਰਾ ਕੁਐਸਚਨ ਹੈ। ਮੈਂ ਜਿਹੜੇ ਸਾਡੇ ਗਿਆਨੀ ਲੋਕ ਹੈ ਉਹਨਾਂ ਨੂੰ ਪੁੱਛਾਂਗੀ। ਇਹਦਾ ਮੇਰੇ ਘਰ ਅੰਦਰ, ਮੇਰੀ ਅੰਦਰਲੀ ਜਿਹੜੀ ਅਵਸਥਾ ਹੈ, ਜਿੱਥੇ ਸੰਤ ਸਦੀਵ ਹੀ ਸੱਚੇ ਸਵਾਮੀ ਨੂੰ ਸਿਮਰਦੇ ਹਨ, ਤੂੰ ਵਾਹਿਗੁਰੂ ਦੇ ਜਸ ਦਾ ਗਤੀ ਗਾਇਨ ਕਰ। ਇਹ ਜਿਹੜੀ ਮਨ ਦੀ ਅਵਸਥਾ ਹੈ, ਉੱਥੇ ਜਿਹੜਾ ਸੋਹਲਾ ਹੈ, ਸੋਹਲਾ ਮੀਨਸ ਕਿ ਪਰਮਾਤਮਾ ਦੇ ਗੁਣ ਗਾ ਕੇ ਗੀਤ ਦੇ ਹਿਸਾਬ ਨਾਲ ਉਹ ਕਰਨਾ ਹੈ। ਸੱਚੋ ਧਿਆਵੇ ਜਾ ਤੁਧ ਪਾਵੇ, ਗੁਰਮੁਖ ਜਿਨਾ ਬੁਝਾਵੇ। ਹੁਣ ਇਹਨੂੰ ਮੈਂ ਇਸ ਲਾਈਨ ਨੂੰ ਦੋ ਚ ਸਪਲਿਟ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਜ਼ਿਆਦਾ ਟਾਈਮ ਦੇ ਬਾਅਦ ਜੁਆਇਨ ਤਾਂ ਮੈਂ ਕਰਦੀ ਰਹੀ ਹਾਂ, ਪਰ ਆਪੇ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ। ਸੱਚੋ ਧਿਆਵੇ ਜਾ ਤੁਧ ਪਾਵੇ, ਕਿ ਤੁਧ ਪਾਵੇ ਇੱਥੇ ਆਪਣੇ ਪਰਮਾਤਮਾ ਦੇ ਨਾਂ ਤੇ ਜਦ ਉਹ ਤੈਨੂੰ ਚੰਗਾ ਲੱਗਦੇ ਹਨ, ਅਤੇ ਗੁਰਾਂ ਦੇ ਰਾਹੀਂ ਜਿਨ੍ਹਾਂ ਨੂੰ ਤੂੰ ਸਮਝ ਬਖਸ਼ਦਾ ਹੈ, ਉਹ ਤੈਂਡਾ ਆਰਾਧਨ ਕਰਦੇ ਹਨ। ਮੇਰੇ ਸੱਚੇ ਸੁਆਮੀ, ਸੱਚੋ ਧਿਆਵੇ ਜਾ ਤੁਧ ਪਾਵੇ, ਇਹਦਾ ਇਹ ਵੀ ਮਤਲਬ ਕੱਢਿਆ ਜਾ ਸਕਦਾ ਹੈ ਕਿ ਇਸ ਰਸਤੇ ਤੇ ਪੈਣਾ ਜਿੱਥੇ ਕਿ ਸੱਚ ਨੂੰ ਧਿਆਣਾ। ਸੱਚ ਇੱਥੇ ਫਿਰ ਵਾਹਿਗੁਰੂ ਦਾ, ਗੁਰਬਾਣੀ ਦਾ ਨਾਮ, ਜਿਸ ਤਰ੍ਹਾਂ ਵੀ ਤੁਸੀਂ ਪੁਕਾਰਨਾ ਚਾਹੁੰਦੇ ਹੋ, ਉਸਨੂੰ ਮੇਰੇ ਹਿਸਾਬ ਨਾਲ ਇੱਥੇ ਸੱਚੋ ਧਿਆਵੇ ਜਾਂ ਤੁਧ ਪਾਵੇ। ਇਹ ਜਿਹੜਾ ਪਰਮਾਤਮਾ ਹੈ, ਜੇ ਉਹਨਾਂ ਨੂੰ ਪਾਉਂਦਾ ਹੈ, ਉਹ ਵਾਲੇ ਜਿਹੜੇ ਸ਼ਬਦ ਨੇ, ਉਹ ਵਾਲੇ ਗੀਤ ਨੇ, ਉਹ ਉਹਨਾਂ ਨੂੰ ਉਸ ਤਰੀਕੇ ਨਾਲ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੈ, ਸੰਗਤ ਨਾਲ ਹੀ ਬੈਠਣਾ ਹੈ, ਜਿਹੜੇ ਤੁਹਾਨੂੰ ਚੰਗੇ ਲੱਗਦੇ ਹਨ ਜਾਂ ਜਿਹੜੀ ਗੁਰਬਾਣੀ ਪੜ੍ਹਦੇ ਹਨ। ਸੈਕਿੰਡ ਹਾਫ ਜਿਹੜਾ ਸੈਂਟੈਂਸ ਹੈ, ਗੁਰਮੁਖ ਜਿਨਾ ਬੁਝਾਵੇ, ਬਈ ਇਹ ਜਿਹੜੀ ਬੁਝਾਰਤ ਹੈ ਵੀ ਇਹਨੂੰ ਇਸ ਤਰ੍ਹਾਂ ਲਿਆ ਜਾ ਸਕਦਾ ਹੈ, ਜਾਂ ਇਹਨੂੰ ਇਸ ਤਰ੍ਹਾਂ ਵੀ ਪੂਰੇ ਸੈਂਟੈਂਸ ਨੂੰ ਪੜ੍ਹਿਆ ਜਾ ਸਕਦਾ ਹੈ, ਸੱਚੋ ਧਿਆਵੇ ਜਾ ਤੁਧ ਪਾਵੇ, ਗੁਰਮੁਖ ਜਿਨਾ ਬੁਝਾਵੇ। ਇਹਦੇ ਵਿੱਚ ਪਰਮਾਤਮਾ ਦੀ ਮਿਹਰ ਹੈ। ਪਰਮਾਤਮਾ ਜਿਹੜੇ ਤੁਸੀਂ ਸੋਹਿਲਾ ਪੜ੍ਹ ਰਹੇ ਹੋ, ਉਹ ਪਰਮਾਤਮਾ ਨੂੰ ਭਾਵਦਾ ਹੈ ਜਾਂ ਪਸੰਦ ਆ ਰਿਹਾ ਹੈ। ਉਹ ਗੁਰਾਂ ਦੇ ਰਾਹੀਂ ਉਹਨਾਂ ਨੂੰ ਸਮਝ ਰਹੇ ਹੋ, ਆਪਣੇ ਅੰਦਰ ਤੁਸੀਂ ਉਹਨੂੰ ਐਬਜ਼ੌਰਬ ਕਰ ਰਹੇ ਹੋ। See what are we doing with it? ਦੇ ਰਾਹੀਂ ਕਿੱਥੋਂ ਲੈ ਲਿਆ? Sorry, I meant ਵਾਹਿਗੁਰੂ ਅਕਾਲ ਪੁਰਖ। I didn't mean Guru as per Guru. Okay. 1 2 3. Oh, ठीक है। गुरमुख जिना बुझावहे, या are we saying कि ਜਿਹੜੇ ਗੁਰੂ ਦੇ ਵੱਲ ਮੁਖ ਕੀਤਾ? ਹਾਂਜੀ,
ਸੌਰੀ ਜਿਨ੍ਹਾਂ ਨੇ ਗੁਰਮੁਖਾਂ ਨੇ ਇਹ ਬੁਝਾਰਤ ਬੁੱਝ ਲਈ ਹੈ ਉਹ ਗਾ ਸਕਦੇ ਆ। ਮੈਨੂੰ ਇੱਥੇ ਕੁਐਸਚਨ ਹੈਗਾ। ਓਕੇ ਚਲੋ ਪਿੱਛੋਂ ਇਹਨਾਂ ਨੂੰ। ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ। ਇਹ ਜਿਹੜੀ ਇਹ ਸੱਚ ਸਾਰਿਆਂ ਦਾ ਸਭ ਤੋਂ ਉੱਪਰ ਹੈ। ਇਹ ਸੱਚ ਜਿਹੜਾ ਹੈ, ਸੱਚ ਅਸੀਂ ਕਿਸ ਨੂੰ ਸੰਬੋਧਿਤ ਕਰ ਰਹੇ ਹਾਂ? ਅਸੀਂ ਅਕਾਲ ਪੁਰਖ ਨੂੰ ਸੰਬੋਧਿਤ ਕਰ ਰਹੇ ਹਾਂ, ਸੱਚ ਦਾ ਨਾਮ ਨੂੰ, ਸ਼ਬਦ ਗੁਰੂ ਨੂੰ ਸੰਬੋਧਿਤ ਕਰ ਰਹੇ ਹਾਂ। ਇਹ ਜਿਹੜਾ ਸੱਚ ਹੈ ਇਹ ਸਭ ਤੋਂ ਉੱਪਰ ਹੈ, ਇਜ਼ ਦ ਲਾਰਡ ਆਫ ਆਲ। ਕੇਵਲ ਉਹ ਪੁਰਸ਼ ਹੀ ਇਹਨਾਂ ਨੂੰ ਪਾ ਸਕਦਾ ਹੈ ਜਿਸ ਨੂੰ ਇਹ ਪ੍ਰਦਾਨ ਕਰਦਾ ਹੈ। ਕਹੇ ਨਾਨਕ ਸੱਚ ਸੋਇਲਾ ਸੱਚੇ ਘਰ ਗਾਵਹਿ। ਗੁਰੂ ਅਮਰਦਾਸ ਜੀ ਗੁਰੂ ਨਾਨਕ ਜੀ ਦੇ ਫਰਮਾਨ ਤੋਂ ਤੀਸਰੇ ਨਾਨਕ ਜੀ ਫਰਮਾਉਂਦੇ ਹਨ ਕਿ ਇਹ ਸੱਚੇ ਖੁਸ਼ੀ ਦੇ ਉਦਰਾਂ ਨੂੰ ਆਪਣੀ ਆਤਮਾ ਦੇ ਸੱਚੇ ਘਰ ਅੰਦਰ ਗਾਇਨ ਕਰ। ਮਤਲਬ ਇਹ ਜਿਹੜੀ ਸਿਫਤ ਹੈ ਜਾਂ ਸੋਹਿਲਾ ਹੈ ਜਾਂ ਜਿਸ ਨੂੰ ਅਸੀਂ ਗੀਤ ਵੀ ਕਹਿ ਰਹੇ ਹਾਂ, ਉਹ ਆਪਣੇ ਮਨ ਦੇ ਅੰਦਰ ਉਹਨੂੰ ਐਬਜ਼ੌਰਬ ਕਰਨਾ ਹੈ, ਉਹਦੇ ਤੇ ਚੱਲਣਾ ਹੈ। ਉਹਨੂੰ ਕਿਸ ਤਰ੍ਹਾਂ ਅਸੀਂ ਉਹਨੂੰ ਕਰਨਾ ਹੈ, ਉਹ ਇਨਸਾਨ ਦੀ ਫਿਤਰਤ ਤੇ ਹੈ ਕਿ ਭਾਈ ਉਹ ਕੀ ਕਰੇਗਾ ਕੀ ਨਹੀਂ ਕਰੇਗਾ। ਮੈਂ ਥੋੜਾ ਜਿਹਾ ਡਿਵੀਏਟ ਕਰਨ ਲੱਗਿਆ ਹੁਣ। ਰਾਗ ਰਾਮਕਲੀ ਦਾ ਮੈਂ ਉੱਥੋਂ ਸ਼ੁਰੂ ਕੀਤਾ ਸੀ। ਮੈਨੂੰ ਦੇਖਣਾ ਕਿ ਬਈ ਰਾਮਕਲੀ ਰਾਗ ਦੇ ਵਿੱਚ ਕਿਉਂ ਹੈ। ਹਾਲਾਂਕਿ ਮੈਨੂੰ ਰਾਗਾਂ ਦੀ ਬਿਲਕੁਲ ਪਹਿਚਾਨ ਨਹੀਂ ਹੈ, ਪਰ ਮੈਂ ਥੋੜਾ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ। ਇਹ ਮਾਰਨਿੰਗ ਆਵਰਸ ਦੇ ਵਿੱਚ ਰਾਗ ਗਾਇਆ ਜਾਂਦਾ ਹੈ ਤੇ ਇਹਦੇ ਵਿੱਚ the emotions in Ramkali are like those of a wise teacher, ਜਿਹੜਾ ਕਿ ਆਪਣੇ ਸਟੂਡੈਂਟਸ ਨੂੰ discipline ਕਰਦਾ ਪਿਆ, and the student is aware of the pain of learning, but the fact is student is also conscious that ultimately it is for the best. Ramkali conveys change from what we are familiar with to something that we are certainly going to be better. Sare Guru Sahaba ne, including Guru Tegh Bahadur ji ne, Ramkali di verse, Ramkali Rag vich verse likhya ne. Yeah, I mean, likhya means my language is a little bit ordinary. Over 300 rag Ramkali vich hege ne Guru Granth Sahib ji de vich. Acha, hun main sohila te thoda jiha dekhan di koshish ਕੀਤੀ ਸੀ ਕਿ ਅਸੀਂ ਕਿੰਨੂੰ ਸੋਹਿਲਾ ਕਹਿ ਰਹੇ ਹਾਂ। Let me just ਵੱਡਾ ਕਰ ਸਕਦੀ ਹਾਂ। ਸਹਿਲਾ ਜਿਹੜਾ ਹੈ ਇਹ ਹੈਗਾ ਜੀ ਕਿ ਇਹ ਸਹਿਲ ਤੋਂ ਮਤਲਬ ਕਿ ਆਸਾਨ ਜਾਂ ਖੁਸ਼ਮਈ ਜਾਂ ਹੈਪੀ ਟਾਈਮ ਜਾਂ ਹੈਪੀ ਮੈਸੇਜ। ਔਰ ਇਸ ਦੇ ਕਈ ਰੂਪ ਹੈਗੇ ਨੇ, ਜਿਵੇਂ ਸਹੇਲੀ ਹੈ, ਕਿਸੇ ਸਹੇਲੀ ਨੂੰ ਦੇਖ ਕੇ ਤੁਸੀਂ ਖੁਸ਼ ਹੁੰਦੇ ਹੋ। ਫਿਰ ਸੁਹੇਲ ਵੀ ਹੈ। ਸੁਹੇਲ ਦਾ ਮਤਲਬ ਹੈਗਾ ਕਿ ਉਹ ਤੁਸੀਂ ਖੁਸ਼ੀ ਦੇਖ ਰਹੇ ਹੋ। ਔਰ ਸੋਹਿਲਾ ਜਿਹੜਾ ਹੈ ਜਾਂ ਇਹਨੂੰ ਸੋਹਿਲੜਾ ਵੀ ਕਿਸੇ ਜਗ੍ਹਾ ਤੇ ਮੈਂਸ਼ਨ ਕੀਤਾ ਹੋਇਆ, ਇਹ ਖੁਸ਼ੀ ਦੇ ਸੰਗੀਤ ਹਨ, ਖੁਸ਼ੀ ਦੇ ਗੀਤ ਹਨ, ਜਿਹੜਾ ਕਿ ਅਸੀਂ ਇੱਥੇ ਰਿਫਰ ਕਰਿਆ। ਇਹ ਸਾਚਾ ਸੋਹਿਲਾ ਮਤਲਬ ਆਨੰਦ ਦੀ ਗੱਲ ਕਰ ਰਹੇ ਹਾਂ, ਪੂਰਨ ਖੇੜੇ ਦੀ ਗੱਲ ਕਰ ਰਹੇ ਹਾਂ। ਹਾਂਜੀ, ਇਹ ਸਾਚਾ ਸੋਹਿਲਾ। ਮੈਂ ਸੋਹਿਲੇ ਨੂੰ ਥੋੜਾ ਇਲੈਬੋਰੇਟ
ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਹੋਰ ਕੁਝ ਲਫ਼ਜ਼ ਨੇ ਜਿੱਥੇ ਮੈਨੂੰ ਇੱਕ ਤੇ ਜਿੱਥੇ ਮੈਂ ਪੁਆਇੰਟ ਆਊਟ ਕੀਤਾ ਮੀਨਿੰਗ ਆਈਡ ਲਾਈਕ ਕਿ ਕੋਈ ਐਕਸਪਲੇਨ ਕਰੇ। ਸੈਕੰਡਲੀ ਮੈਂ ਗ੍ਰਾਮਰ ਥੋੜੀ ਜੀ ਪੁੱਛਣਾ ਚਾਹੁੰਦੀ ਸੀ, ਬਟ ਆਈ ਕੈਨ ਆਸਕ ਵੀਰ ਜੀ ਹੋਰਾਂ ਨੂੰ ਬਾਅਦ ਵਿੱਚ ਮੈਂ ਈਮੇਲ ਤੇ ਕਰ ਲਾਂਗੀ। ਜਿਵੇਂ ਕਿ ਫॉर ਐਗਜ਼ਾਮਪਲ ਸੱਚ ਜਿੱਥੇ ਥੱਲੇ ਇੱਕ ਲਾਈਨ ਹੁੰਦੀ ਹੈ ਉਹਨੂੰ ਕੀ ਕਹਿੰਦੇ ਆ? ਊੜਾ ਛੋਟੀ ਊ ਦੀ ਮਾਤਰਾ ਜਿਹੜੀ ਹੁੰਦੀ ਹੈ ਔਂਕੜ ਕਹਿੰਦੇ। ਔਂਕੜ। ਅੱਛਾ, ਤੇ ਸੱਚ ਹੈ ਸੱਚੇ ਉੱਤੇ ਅੱਧਕ ਲੱਗੀ ਹੋਈ ਹੈ, ਸੱਚੇ without addak. So are they sort of different meanings or different sentences ke ikko cheez da matlab hega? And मैं probably I should not waste time, मैं ਵੀਰ ਜੀ ਹੋਰਾਂ ਨਾਲ ਲਿੰਕ ਅਪ ਕਰ ਲਾਂਗੀ। ਉਹ ਤੁਸੀਂ ਉਹਨਾਂ ਨੇ ਸ਼ਾਇਦ ਹੁਣੇ ਕਰ ਦੇਣਗੇ ਉਹ ਵਿੱਚ ਐਡ। ਟਾਈਮ ਤੇ ਤੁਸੀਂ ਮੈਂ ਲੈਣਾ ਨਹੀਂ ਚਾਹੁੰਦੀ ਤੁਹਾਡਾ। ਅੱਛਾ, ਦੂਸਰੀ ਗੱਲ ਹੈ ਕਿ ਇਹ ਜਿਹੜਾ ਓਵਰਆਲ ਮੈਸੇਜ ਹੈ 39ਵੀਂ ਪੌੜੀ ਤੇ, ਜਿਨ੍ਹਾਂ ਮਨੁੱਖਾਂ ਉੱਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ ਉਹ ਗੁਰੂ ਦੇ ਰਸਤੇ ਦਸੇ ਰਸਤੇ ਤੁਰ ਕੇ ਸਾਧ ਸੰਗਤ ਵਿੱਚ ਟਿਕ ਕੇ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਗਾਉਂਦੇ ਹਨ ਤੇ ਆਤਮਕ ਆਨੰਦ ਮਾਣਦੇ ਹਨ। ਬੇਸਿਕਲੀ ਉਹ ਮੈਸੇਜ ਹੈ ਓਵਰਆਲ ਟੋਟਲ। ਪਰ ਸਮੇਂ ਦੀ ਥੋੜੀ ਕਮੀ ਕਰਕੇ ਮੈਂ ਇੱਕ ਦੋ ਹੋਰ ਵੀ ਨਾਲ ਲਿੰਕ ਅਪ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਜੇ ਮਨੁੱਖ ਅੰਦਰੋਂ ਮਾਇਆ ਦੇ ਮੋਹ ਵਿੱਚ ਫਸਿਆ ਰਹੇ ਤੇ ਬਾਹਰੋਂ ਨਿਰੀਆਂ ਚਤਰਾਈਆਂ ਦੀਆਂ ਗੱਲਾਂ ਨਾਲ ਆਤਮਕ ਆਨੰਦ ਦੀ ਪ੍ਰਾਪਤੀ ਚਾਹੇ, ਉਹ ਨਹੀਂ ਹੋਣਾ। ਇੱਕ ਉਹ 10ਵੀਂ ਪੌੜੀ ਦੇ ਵਿੱਚ ਆਪਣੇ ਅਸੀਂ ਲਿਖਿਆ ਹੈ ਬੇਸਿਕਲੀ ਅਗਰ 26 ਤੋਂ 29 ਪੌੜੀਆਂ ਵਿੱਚ ਓਵਰਆਲ ਵਿਊ ਜਿਹੜਾ ਦਿੱਤਾ ਹੋਇਆ ਮੈਂ ਰਿਫਰ ਕਰ ਰਹੀ ਹਾਂ ਪ੍ਰੋਫੈਸਰ ਸਾਹਿਬ ਸਿੰਘ ਦਾ ਤੇ ਆਨਲਾਈਨ ਮੈਂ ਭਾਈ ਵੀਰ ਸਿੰਘ ਜੀ ਦੀਆਂ ਟ੍ਰਾਂਸਲੇਸ਼ਨਸ ਤੋਂ। ਜੀਵ, this is from 26 to 39, ਇਹਨਾਂ ਨੇ ਨਿਚੋੜ ਜਿਹੜਾ ਦੱਸਿਆ ਹੈ ਕਿ ਜੀਵ ਅਤੇ ਮਾਇਆ ਇਹ ਪਰਮਾਤਮਾ ਦੇ ਹੀ ਪੈਦਾ ਕੀਤੇ ਹੋਏ ਹਨ। ਵੀ ਜਿਹੜੀ ਮਾਇਆ ਹੈ ਉਹ ਅਗਨੀ ਵੀ ਕਹਿੰਦੇ ਆ, ਪਰ ਉਸ ਦਾਤੇ ਨੇ ਦਿੱਤੀ ਹੋਈ ਹੈ, ਪਰ ਉਸ ਦੀ ਰਜ਼ਾ ਇਉਂ ਹੈ ਕਿ ਜੀਵ ਮਾਇਆ ਦੇ ਹੱਥਾਂ ਉੱਤੇ ਨੱਚ ਰਹੇ ਹਨ ਤੇ ਦੁਖੀ ਹੋ ਰਹੇ ਹਨ। ਕਰਮ ਕਾਂਡ ਅਨੁਸਾਰ ਕਰਮ ਕਿਹੜਾ ਤੇ ਪਾਪ ਕਰਮ ਕਿਹੜਾ, ਇਹ ਵਿਚਾਰ ਵੀ ਮਨੁੱਖ ਦੇ ਅੰਦਰ ਆਤਮਕ ਆਨੰਦ ਨਹੀਂ ਪੈਦਾ ਕਰ ਸਕਦਾ। ਅਜੀਬ ਖੇਡ ਹੈ ਕਿ ਜੰਮਦੇ ਨੂੰ ਮਾਂ ਪਿਓ ਆਦਿਕ ਦੇ ਪਿਆਰ ਦੀ ਰਾਹੀਂ ਮਾਇਆ ਪ੍ਰਭੂ ਚਰਨਾਂ ਨਾਲੋਂ ਵਿਛੋੜ ਲੈਂਦੀ ਹੈ। what does that mean? ਕਿ ਭਾਈ ਮਾਂ ਪਿਓ ਜਦੋਂ ਬੱਚੇ ਨੂੰ ਕੁਝ ਖਿਡੌਣੇ ਲੈ ਕੇ ਦਿੰਦੇ ਆ ਜਾਂ ਹੋਰ ਕੋਈ ਚੀਜ਼ਾਂ ਜਾਂ ਉਹਨਾਂ ਨੂੰ ਵੱਡਾ ਕਰਕੇ ਆਪਣੇ ਪੈਰਾਂ ਤੇ ਖੜਾ ਹੋਣ ਦੀ ਕਰਦੇ ਆ ਅਰਦੇ ਪੇ ਲੈਂਦੇ ਆ। ਆਪਾਂ ਫਿਰ ਇਹ ਸਵਾਲ ਅੱਗੇ ਚੱਲੀਏ ਤਾਂ ਆਪਾਂ ਇਹ ਸਵਾਲ ਪੁੱਛੀਏ ਹੈ ਨਾ। ਹਾਂਜੀ ਹਾਂ that will be better। ਹਾਂਜੀ, ਸਿਮਿਲਰਲੀ ਜਿਹੜੇ ਖਾਣ ਪੀਣ ਦੇ ਚਸਕੇ ਆ ਵਗੈਰਾ ਵਗੈਰਾ, ਇਹਦਾ ਥ੍ਰੈਸ਼ਹੋਲਡ ਕਿੱਥੇ ਹੈ? that is my question। is it very personal ਕਿ ਬੰਦਾ ਕਹਿੰਦਾ ਵੀ ਚੱਲ 500 ਦੀ ਨੌਕਰੀ ਬਥੇਰੀ ਹੈ, ਮੈਨੂੰ 5000 ਦੀ ਨਹੀਂ ਚਾਹੁੰਦੀ। ਹਾਂਜੀ, things like that। ਰਾਈਟ, ਓਕੇ। ਮੈਨੂੰ ਇੰਨੀ ਕੀ ਸਮਝ ਆਈ ਹੈ ਜੀ, ਮੈਂ ਆਮ ਸੌਰੀ ਮੈਨੂੰ ਜ਼ਿਆਦਾ ਨਹੀਂ ਗਿਆ। ਬਹੁਤ ਸੋਹਣਾ ਕੀਤਾ, ਥੈਂਕ ਯੂ। ਹਾਂਜੀ, ਓਕੇ, ਰਾਈਟ। Time is only 7 minutes। ਓਕੇ, ਕਿ ਇਹਨਾਂ ਦੇ ਸਵਾਲਾਂ ਦੇ ਜਵਾਬ ਤਾਂ ਕਾਫੀ ਨੇ ਜਿਹੜੇ ਕਿ ਪਰਮਿੰਦਰ ਨੇ ਪੁੱਛਣੇ ਨੇ। ਮੇਰੇ ਖਿਆਲ ਆ ਇਫ ਯੂ ਕੈਨ ਮੇਕ ਅ ਲਿਸਟ ਤਾਂ ਵੀ ਵਿਲ ਫਾਈਂਡ ਅ ਟਾਈਮ ਉਹਦੇ ਲਈ ਵੀ। ਪਰ ਇਸ ਬਾਡੀ ਦੇ ਉੱਤੇ ਕਿਸੇ ਨੇ ਕੁਛ ਐਡ ਕਰਨਾ? ਹਾਂਜੀ,
मैं sir, clearly the questions are too many sir, to answer in this. ਹਾਂਜੀ ਉਹੀ ਮੈਂ ਕਹਿੰਦੀ ਹਾਂ ਨਾ ਤਾਂ ਇਹੀ ਕਰਕੇ ਕਿ ਆਪਾਂ ਨੂੰ ਇਹ ਇਹਨਾਂ ਤੋਂ ਕੁਐਸਚਨਸ ਜੇ- ਇਹਨਾਂ ਤੋਂ ਲੈ ਕੇ we will ਜੇ ਮੈਂ ਸਿਰਫ ਨਾ ਲਾਈਨ ਬਾਈ ਲਾਈਨ ਵੈਰੀ ਕੁਇਕਲੀ ਐਕਸਪਲੇਨ ਕਰ ਸਕਾਂ ਤੇ ਇਹ ਸਾਚਾ ਸੋਹਿਲਾ ਸਾਚਾ ਕਰ ਗਾਵੋ। ਸਾਚਾ ਸੋਹਿਲਾ ਹੈਗਾ ਪਰਮਾਤਮਾ ਦੀ ਸਿਫਤ ਸਲਾਹ ਦਾ ਗੀਤ ਜਿਹੜਾ ਸਾਨੂੰ ਆਤਮਿਕ ਆਨੰਦ ਦੇਣ ਵਾਲਾ ਹੈਗਾ, ਉਹਨੂੰ ਕਿਹਾ ਹੈਗਾ। ਤੇ ਇਹ ਪਰਮਾਤਮਾ ਦੀ ਸਿਫਤ ਸਲਾਹ ਕਰਨ ਵਾਲੀ ਜਿਹੜੀ ਬਾਣੀ ਹੈਗੀ, ਜਿਹੜੀ ਗੀਤ ਹੈਗੀ ਆ, ਇਹ ਕਹਿੰਦੇ ਗਾਓ ਕਿੱਥੇ? ਸਾਚੇ ਘਰ ਗਾਵੋ। ਘਰ ਦੇ ਰਾਰੇ ਹੁਸ਼ਿਆਰੀ ਆ, ਸਾਚੇ ਦੇ ਚੱਚੇ ਨੇ ਦੁਲਾਵਾਂ ਹੈਗੀਆਂ ਤੇ ਜਿੱਥੇ ਪਰਮਾਤਮਾ ਵਸਦਾ ਉਹਦੇ ਘਰ ਦੇ ਵਿੱਚ ਗਾਵੋ। ਪਰਮਾਤਮਾ ਸਾਰੇ ਪਾਸੇ ਵਸਦਾ ਹੈਗਾ, ਜਾਣੀ ਕਿ ਹੁਣ ਕਹਿਣ ਦਾ ਭਾਵ ਵਿੱਚ ਇਹ ਹੈਗਾ, ਅਸੀਂ ਆਮ ਤੌਰ ਤੇ ਜਦੋਂ ਉਹਦੀ ਸਿਫਤ ਸਲਾਹ ਵੀ ਕਰਦੇ ਹਾਂ, ਪਾਠ ਕਰਦੇ ਹੈਗੇ ਆ, ਪਾਠ ਤਾਂ ਕਰਦੇ ਇੱਥੇ ਹੈਗਾ, ਮਨ ਸਾਡਾ ਸਾਰੀ ਦੁਨੀਆ ਘੁੰਮਾਉਂਦਾ ਹੈਗਾ। ਕਹਿਣ ਦਾ ਭਾਵ ਵਿੱਚ ਇਹ ਆ, ਮਨ ਦੇ ਵਿੱਚ ਸੁਰਤ ਪੱਕੀ ਕਰਕੇ, ਮਨ ਸੁਰਤ ਹੋਵੇ ਤੇ ਮਨ ਬੁੱਧ ਸੁਰਤ ਸਾਡੀ ਮਨ 'ਚ ਲੱਗੀ ਹੋਵੇ, ਜਾਣੀ ਕਿ ਜਿੱਥੇ ਪ੍ਰਮਾਤਮਾ ਵਸਦਾ ਹੈਗਾ, ਵੀ ਉੱਥੇ ਟਿਕ ਕੇ ਉਹਦੀ ਸਿਫਤ ਸਲਾਹ ਦੀ ਬਾਣੀ ਗਾਵੋ। ਕਹਿੰਦੇ ਤੇ ਕਹਿੰਦੇ ਗਾਵੋ ਤਾਂ ਸੋਹਿਲਾ ਘਰ ਸੱਚ ਹੈ। ਕਿਉਂ? ਕਿਉਂਕਿ ਜਿੱਥੇ ਸਦਾ ਸੱਚ ਧਿਆਵੇ। ਜੇ ਉਹਨੂੰ ਧਿਆਉਣ ਦਾ ਮਤਲਬ ਉਹਨੂੰ ਫੋਕਸ ਉੱਤੇ ਕਰਨਾ ਹੈਗਾ, ਜੇ ਉੱਤੇ ਫੋਕਸ ਵੀ ਕਰਨਾ ਹੈਗਾ, ਜੇ ਸਾਡਾ ਫੋਕਸ ਸਾਡੇ ਮਨ 'ਚ ਹੈ ਨਹੀਂ ਤਾਂ ਮਨ ਤਾਂ ਸਾਰੇ ਪਾਸੇ ਭੱਜੀ ਜਾਂਦਾ ਹੈਗਾ, ਫਿਰ ਅਸੀਂ ਕਿਸੇ ਨੂੰ ਨਹੀਂ ਜਾਣ ਕੇ ਕਿਸੇ ਤੇ ਵੀ ਨਹੀਂ ਫੋਕਸ ਹੈਗਾ ਸਾਡਾ। ਪਰ ਜਿੱਥੇ ਅਸੀਂ ਮਨ ਕਰਕੇ ਪਰਮਾਤਮਾ ਤੇ ਫੋਕਸ ਕਰਨਾ ਹੈਗਾ, ਉਸੇ ਅਵਸਥਾ ਤੇ ਅਸੀਂ ਉਹਦੇ ਗੀਤ ਗਾਉਣੇ ਤਾਂ ਕਿ ਉਹਨੂੰ ਸੁਣੇ ਤੇ ਮੈਂ ਉਹਦੀ ਸਿਫਤ ਸਲਾਹ ਦੇ ਗੀਤ ਗਾ ਰਿਹਾ ਹੈਗਾ। ਸੱਚੋ ਧਿਆਵੇ ਮੀਨਸ ਪਰਮਾਤਮਾ ਨੂੰ ਹੀ ਧਿਆਉਣਾ ਹੈਗਾ। ਕਿਸ ਤਰ੍ਹਾਂ? ਸਾਡੇ ਕਈ ਤਰ੍ਹਾਂ ਦੇ ਧਿਆਉਣ ਦੇ ਤਰੀਕੇ ਹੈਗੇ ਆ। ਅਸੀਂ ਕਹਿੰਦੇ ਜੀ ਬੱਤੀਆਂ ਬੁੱਤੀਆਂ ਬੁਝਾ ਕੇ ਉਹਨੂੰ ਧਿਆ ਲਈਏ, ਜਾਂ ਏਦਾਂ ਦੇ ਕਈ ਤਰ੍ਹਾਂ ਦੇ ਸਾਡੇ ਜਿਹੜੇ ਢੰਗ ਤਰੀਕੇ ਹੈਗੇ ਆ। ਪਰ ਕਿਸੇ ਦੀ ਗੱਲ ਉਹ ਕਹਿੰਦੇ ਵੀ ਤਰੀਕਾ ਤਾਂ ਉਹੀ ਹੈ ਜਿਹੜਾ ਉਹਨੂੰ ਚੰਗਾ ਲੱਗੇ ਜਾਂ ਤੁਧ ਭਾਵੈ। ਤੇ ਜੇ ਅਸੀਂ ਉੱਤੇ ਫੋਕਸ ਕਰਨਾ ਹੈਗਾ, ਉਹ ਫੋਕਸ ਕਰਨ ਦਾ ਤਰੀਕਾ ਵੀ ਤਾਂ ਉਹ ਸਾਡਾ ਸਫਲ ਹੈਗਾ ਜੇ ਉਹਨੂੰ ਚੰਗਾ ਲੱਗਦਾ ਤਾਂ ਪਤਾ ਕਿੱਦਾਂ ਲੱਗੇ? ਗੁਰਮੁਖੀ ਜਿਨ੍ਹਾਂ ਬੁਝਾਵੈ। ਗੁਰੂ ਦਾ ਪੱਲਾ ਫੜ ਕੇ ਜਿਨ੍ਹਾਂ ਨੇ ਸਿੱਖ ਲਿਆ ਵੀ ਕਿੱਦਾਂ ਫੋਕਸ ਕਰਨਾ ਹੈਗਾ, ਕਿੱਥੇ ਫੋਕਸ ਕਰਨਾ ਹੈਗਾ, ਇਹ ਉਹਨਾਂ ਨੂੰ ਹੀ ਸੋਝੀ ਆਉਂਦੀ ਹੈ। ਤੇ ਕਹਿੰਦੇ ਕਿ ਇਹ ਸੱਚ ਸਭਨਾ ਕਾ ਖਸਮ ਹੈ, ਚੱਚੇ ਨੇ ਔਂਕੜ ਹੈਗਾ ਪਰਮਾਤਮਾ ਦੀ ਗੱਲ ਲੱਗੀ। ਇਸ ਦੀ ਵੀ ਪਰਮਾਤਮਾ ਦਾ ਕਹਿੰਦੇ ਕਿ ਜਿਹੜਾ ਸਾਰਿਆਂ ਦਾ ਖਸਮ ਹੈਗਾ, ਜਿਸ ਬਖਸ਼ੈ ਸੋ ਜਨ ਪਾਵੇ, ਜਾਣੀ ਕਿ ਵੀ ਉਹ ਜਿਹਦੇ ਤੇ ਬਖਸ਼ਿਸ਼ ਕਰਦਾ ਹੈਗਾ ਸੋਝੀ ਦੀ, ਇਹ ਉਹਨੇ ਜਾਣੀ ਕਿ ਪਤਾ ਲੱਗਦਾ ਹੈਗਾ ਸਾਰੀਆਂ ਚੀਜ਼ਾਂ ਦਾ। ਕਹੇ ਨਾਨਕ ਸੱਚ ਸੋਹਿਲਾ, ਕਹਿੰਦੇ ਸੱਚਾ ਘਰ ਗਾਵੇ, ਜਾਣੀ ਕਿ ਵੀ ਅਸੀਂ ਇੱਕ ਮਨ ਇੱਕ ਚਿੱਤ ਹੋ ਕੇ ਉਹਨੂੰ ਗਾਉਣਾ ਹੈਗਾ। ਜਾਣੀ ਕਿ ਕਹਿਣ ਦਾ ਮੁੜ ਕੇ ਭਾਵ ਵੈਰੀ ਬਰੀਫਲੀ, ਜਾਣੀ ਕਿ ਬਹੁਤ ਹੀ ਬਰੀਫਲੀ ਇਸ ਤਰ੍ਹਾਂ ਗੱਲ ਬਣਦੀ ਹੈਗੀ ਹੈ। ਤੇ ਹੁਣ ਜੇ ਕੋਈ ਤੁਹਾਨੂੰ ਜਾਣੀ ਕਿ ਵੀ ਬਾਕੀ ਦੇ ਕੁਐਸਚਨ ਹੋਣਗੇ ਗ੍ਰਾਮਰ ਦੇ ਹੋਰ ਕਿਸੇ, ਤੇ maybe we'll have to just discuss them afterwards. ਹਾਂਜੀ ਡੈਫੀਨਿਟਲੀ ਹੈ ਨਾ, ਮੈਂ ਈਮੇਲ ਕਰ ਦਿਆਂਗੀ ਤੁਹਾਨੂੰ। ਮੈਂ ਇੱਕ ਸਵਾਲ ਪੁੱਛਣਾ ਚਾਹੁੰਦੀ ਹਾਂ ਸਾਰਿਆਂ ਨੂੰ ਅੱਗੇ ਜਾਣ ਤੋਂ ਪਹਿਲਾਂ ਕਿ ਟਾਈਮ ਕਾਫੀ ਹੋ ਗਿਆ। ਅਸੀਂ ਬਹੁਤ ਧੰਨਵਾਦੀ ਹਾਂ ਵੀਰ ਜੀ, ਇਸ ਵੇਲੇ ਟੈਨਰੀਫ ਵਿੱਚ ਬੈਠੇ ਨੇ ਤੇ ਉਹਨਾਂ ਨੇ ਉੱਥੋਂ ਆਪਾਂ ਨੇ ਨੂੰ ਕਿਹਾ। ਹੁਣ ਇਹ ਸਾਡੇ ਗਰੁੱਪ ਦੀ ਮਰਜ਼ੀ ਆ ਕਿ ਟਾਈਮ 9:30 ਹੋ ਗਿਆ ਕਿ ਉਹਨਾਂ ਕੋਲੋਂ 40ਵੀਂ ਪੌੜੀ ਦੀ ਵਿਆਖਿਆ ਕਰਵਾ ਲਈਏ ਜਾਂ ਅੱਗੇ ਨੂੰ ਰੱਖਣਾ। ਸੋ ਜੇ ਗਰੁੱਪ ਵਿਲਿੰਗ ਆ, ਉਹ ਬੈਠੇ ਨੇ ਤੇ ਆਪਣਾ 40ਵੀਂ ਪੌੜੀ ਨੀਨਾ ਜੀ ਨੇ ਨਹੀਂ ਸੀ ਕਰਨੀ? ਨੀਨਾ ਜੀ ਵੀ ਵਿੱਚ ਐਡ ਕਰਨਗੇ ਤੇ ਵੀਰ ਜੀ ਸੁਖਨਿੰਦਰ ਸਿੰਘ ਬਾਂਸਲ ਜੋ ਕਿ ਹਾਲੀਵੁੱਡ ਦੇ ਤੇ ਨੇ ਇਸ ਵੇਲੇ ਉੱਥੋਂ ਕਰ ਰਹੇ ਨੇ, ਉਹ ਵੀ ਦੋਵਾਂ ਨੇ ਕਰਨੀਆਂ, ਉਹਨਾਂ ਨੇ ਵੀ ਨੀਨਾ ਜੀ ਨੂੰ ਵੀ ਪਿੱਛੋਂ ਕਰਨਾ ਐਡ। ਸੋ ਇਟ ਇਜ਼ ਅਪ ਟੂ ਦੀ ਗਰੁੱਪ ਕਿ ਤੁਸੀਂ ਆਪਾਂ ਇਸ ਨੂੰ ਕੰਪਲੀਟ ਕਰ ਲਈਏ ਬਾਣੀ ਨੂੰ, ਜਾਂ ਤੁਸੀਂ ਚਾਹੁੰਦੇ ਅਗਲੇ ਹਫਤੇ ਕਰੀਏ? ਹਾਂਜੀ, ਜਿਹੜੇ ਨਹੀਂ ਚਾਹੁੰਦੇ ਉਹ ਪਲੀਜ਼ ਪੁੱਟ ਯਰ ਹੈਂਡਸ ਅਪ। ਇਟ ਲੁਕਸ ਲਾਈਕ ਮੈਂ ਤਾਂ ਵਿਲਿੰਗ ਆ ਕਿ ਕੀਤਾ ਜਾਵੇ ਅੱਜ ਹੀ। ਸੋ ਮੈਂ ਇੱਕ ਹਾਂਜੀ ਵੀਰ ਜੀ ਜਗਦੀਸ਼, ਹਾਂਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਨਹੀਂ ਜੀ, ਮੈਂ ਤਾਂ ਇਹ ਕਹਿਣਾ ਸੀਗਾ that I think there should be more control on time management. That's all I was going to say. Right, okay. ਤੇ ਮੋਨਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਇਸ ਟਾਈਮ ਦੇ ਵਿੱਚ ਜਦੋਂ ਵੀ ਅਸੀਂ ਥੋੜਾ ਟਾਈਮ ਕਾਫੀ ਅੱਗੇ ਜਾਂ ਚਲੇ ਜਾਂਦੇ ਹਾਂ ਜਾਂ ਕਿ ਐਕਸਪਲੇਨੇਸ਼ਨ ਕਰਦੇ ਹੋ ਜਾਂਦਾ ਹੈ, ਪਰ ਮੈਂ ਫੀਲ ਕਰਦੀ ਹਾਂ ਕਿ when you are sitting for 1.5 hour continuously, ਤੁਹਾਡੀ attention span ਕਿੰਨਾ ਹੈਗਾ, how much you can learn in that time. Each class everywhere by 45 minutes an hour, ਸਕੂਲਾਂ ਵਿੱਚ। ਤੇ ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਅਸੀਂ ਜੋ ਕੁਝ ਸਿੱਖਿਆ ਹੈ ਨਾ,
ਉਹ ਤੇ ਅਮਲ ਵੀ ਕਰੀਏ, ਸੁਣ ਕੇ ਉਹਨੂੰ ਨਾ ਮਤਲਬ ਕਿ ਕਰੀਏ। Okay, I got your message. ਭੈਣ ਜੀ ਮੈਂ ਕਹਿੰਦਾ ਤੁਸੀਂ ਆਹ ਨਾ ਸੈਸ਼ਨ ਸਮਾਪਤ ਕਰ ਦਿਓ ਟਾਈਮ ਤੇ, ਹਾਂਜੀ ਕਿਉਂਕਿ ਜਿਹੜਾ ਨੈਕਸਟ ਸੈਸ਼ਨ ਹੋਊਗਾ ਉਹਦੇ ਵਿੱਚ ਜਿੰਨੇ ਪ੍ਰਵਿੰਦਰ ਭੈਣ ਜੀ ਨੇ ਕੁਐਸਚਨ ਕ੍ਰੀਏਟ ਕੀਤੇ ਆ, ਜਿੰਨੇ ਆਨੰਦ ਸਾਹਿਬ ਦੇ ਲਈ ਬਾਕੀਆਂ ਦੇ ਕੁਐਸਚਨ ਹੋਣਗੇ, ਤੇ ਆਹ ਬੋਡੀ ਦੀ ਵਿਚਾਰ ਤੇ ਜਿਹੜੀ ਲਾਸਟ ਪੌੜੀ ਆ ਉਹਦੀ ਵਿਚਾਰ ਤਕਰੀਬਨ ਹੋ ਜਾਣੀ ਹੈ। ਚਲੋ ਠੀਕ ਆ। 3 ਜਾਣਿਆਂ ਦੇ ਤਾਂ ਇਹ ਵਿਚਾਰ ਨੇ, ਬਾਕੀ ਵੀ how many, because I have to go with the majority. Yeah, ਠੀਕ ਹੈ। ਹਾਂਜੀ ਅਮਰੀਕ ਸਿੰਘ, we should stop it now. Okay, 4 ਜਾਣੇ ਹੋ ਗਏ ਨੇ, ਹਨਾ 5 ਹੋ ਗਏ ਨੇ ਹੁਣ। And I think if somebody can quickly do it, I think it's a good idea. Hello, ਹਾਂਜੀ if somebody can do it quickly, line by line, ਜਿੱਦਾਂ ਹੁਣੇ ਕਮਲਜੀਤ ਨੇ ਪਿਛਲਾ ਕੀਤਾ ਹੈ, then next week we can do more elaborately. Okay. ਮੇਰੇ ਕੋਲੇ ਹਾਲੇ ਵੀ 37 peoples ਦੇ ਵਿੱਚੋਂ 5 people ਨੇ, 4 ਜਾਣਿਆਂ ਨੇ ਕਿਹਾ ਵੀ leave it till the next week. So I'm sorry, I have to go with the majority. ਜੀ majority ਦੀ ਗੱਲ ਨਹੀਂ ਹੈ, majority ਦੀ ਗੱਲ ਨਹੀਂ ਹੈ। The thing is ਕਿ last ਪੌੜੀ ਹੈ, even one person can give very, very significant and intelligent question answer. So agar I don't know, you're in a difficult situation, but last podi nu time ta lagega ji. Yeah. It will take 20 minutes at least, 20 to 30 minutes. Okay, ਜਿਹੜੀ ਆਪਾਂ ਹੁਣ ਪੌੜੀ ਕੀਤੀ ਆ ਭੈਣ ਜੀ ਨੇ, ਪਰਮਿੰਦਰ ਭੈਣ ਜੀ ਨੇ ਜਿਹੜੀ ਹੁਣ ਪੌੜੀ ਕੀਤੀ ਆ, ਉਹਦੇ ਵੀ ਕਿੰਨੇ ਕੁਐਸਚਨਸ ਹੈਗੇ, ਜਿੱਦਾਂ ਪਹਿਲਾਂ ਕਿਹਾ, ਹਲੇ ਉਹ ਵੀ ਚੰਗੀ ਤਰ੍ਹਾਂ ਮੁਕੰਮਲ ਨਹੀਂ ਹੋਈ ਹੈਗੀ, ਉੱਤੇ ਡਿਸਕਸ਼ਨ ਵੀ ਮੁਕੰਮਲ ਨਹੀਂ ਹੋਈ ਹੈਗੀ। ਮੇਰੇ ਖਿਆਲ ਹੋਰ ਵੀ ਜ਼ਿਆਦਾ ਹੱਥ ਖੜੇ ਹੋ ਰਹੇ ਨੇ। ਗੁਰਦੀਪ, ਹਾਂਜੀ ਗੁਰਦੀਪ, ਹਾਂਜੀ ਨੈਕਸਟ ਵੀਕ ਵਾਸਤੇ ਛੱਡ ਦਿਓ, ਨੈਕਸਟ ਵੀਕ ਵਾਸਤੇ ਛੱਡ ਦਿਓ। ਓਕੇ ਜੀ, ਆਪਾਂ ਨੇ ਨਾਲੇ ਹੋਰ ਕੁਐਸਚਨਸ ਵਗੈਰਾ ਹੋਣਗੇ ਅਗਲੇ ਵੀਕ, ਤਾਂ ਹੁਣ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਨਾ, ਹੱਥ ਖੜੇ ਕਰ ਦਿਓ ਯਾਰ, ਉਹਨਾਂ ਨੂੰ ਦੇਖ ਲੈਣ ਦਿਓ। ਨੈਕਸਟ ਵੀਕ ਕਰ ਦਿਓ। ਹਲੋ ਜੀ, ਖੜ ਗਏ ਹੱਥ ਸਾਰਿਆਂ ਦੇ, ਸਾਰਿਆਂ ਦੇ ਹੱਥ ਖੜ ਗਏ ਭੈਣ ਜੀ, ਹੱਥ ਖੜ ਗਏ ਸਾਰਿਆਂ ਦੇ। let's go. ਹਾਂਜੀ ਓਕੇ ਜੀ, ਸਾਰਿਆਂ ਦੀ ਬਹੁਤ ਮਿਹਰਬਾਨੀ। ਆਈ ਥਿੰਕ ਆਪਾਂ ਅਗਲੇ ਵੀਕ ਅਖੀਰਲੀ ਪੌੜੀ ਕਰਾਂਗੇ ਹੁਣ, ਨਾਲੇ ਜਿੰਨੇ ਸਵਾਲ ਜਵਾਬ ਨੇ ਉਹਨਾਂ ਦਾ ਵੀ ਆਨਸਰ ਹੋਵੇ। ਐ ਨਾ ਹੋਵੇ ਕਿ ਸੋ ਜਾਣ ਸਾਰੇ ਤੇ। ਅਸੀਂ ਸਾਡੇ ਕਿਟੀ ਪਾਰਟੀ ਸੀ ਤੇ ਅਸੀਂ ਉਹਨਾਂ ਦੇ ਘਰ ਗਏ ਤੇ ਉਹ ਤਾਸ਼ ਖੇਡਣ ਲੱਗ ਪਏ, ਬੈਠੇ ਰਹੇ, ਜਿਹਦੇ ਘਰ ਗਏ ਸੀ ਉਹ ਸੋ ਗਿਆ। ਭਾਈ ਕੁਲਵੰਤ ਸਿੰਘ ਜੀ ਨੇ ਹੱਥ ਖੜਾ ਕੀਤਾ, ਕੁਝ ਕਹਿਣਾ ਚਾਹੁੰਦੇ ਆ? ਇੱਕ ਮਿੰਟ, ਹਾਂਜੀ ਵੀਰ ਜੀ, ਹਾਂਜੀ ਉਹਨਾਂ ਨੇ ਤਾਂ ਹੱਥ ਖੜਾ ਕੀਤਾ ਨਾ ਵੀ ਅਗਲੇ ਵੀਕ ਤੇ ਛੱਡ ਦਵੋ ਹੁਣ। ਓਕੇ ਜੀ, ਮੇਰਾ ਖਿਆਲ ਆ ਵੀ ਅਸੀਂ ਹੁਣ ਅਗਲੇ ਵੀਕ ਇਸ ਤੇ ਕਰਾਂਗੇ, ਹੈਨਾ? ਹਾਂਜੀ, ਜਿੰਨੇ ਵੀ ਕੁਐਸਚਨ ਹੋ ਗਏ ਆਨੰਦ ਸਾਹਿਬ ਦੇ ਸਾਰੇ ਲੈ ਆਣੇ ਹੋਣੇ, ਸਾਰਿਆਂ ਨੇ। ਜਿਨ੍ਹਾਂ ਨੇ ਵੀ ਹੋਰ ਕੋਈ ਕਲੈਰੀਫਿਕੇਸ਼ਨ ਚਾਹੁੰਦੀ ਆ ਤਾਂ ਜਾਂ ਸਵਾਲ ਜਵਾਬ ਨੇ, ਵੀ ਹੈਵ ਟੂ ਡੂ ਇਟ ਨੈਕਸਟ ਵੀਕ। ਥੈਂਕ ਯੂ। ਬਹੁਤ ਸੋਹਣਾ ਹੋਇਆ, ਬਹੁਤ ਸੋਹਣੀ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।